ਜਿਹੜੇ ਪੰਜਾਬ 'ਚ ਅਸੀਂ ਵਸਦੇ ਆ ਸਾਨੂੰ ਪਤਾ ਹੋਣਾ ਚਾਹੀਦਾ ਉਹ ਪੰਜਾਬ ਨੂੰ ਹੋਂਦ ਦੇ ਵਿੱਚ ਲਿਆਉਣ ਦੇ ਵਾਸਤੇ ਇਸ ਸੂਬੇ ਨੂੰ ਬਣਾਉਣ ਦੇ ਵਾਸਤੇ ਕਿੰਨੀਆਂ ਕੁ ਕੁਰਬਾਨੀਆਂ ਜਿਹੜੀਆਂ ਹੋਈਆਂ ਨੇ। ਸੁਭਾ ਸੁਨੱਖਾ ਸੀ ਤੇ ਜਵਾਨ ਸੀਗਾ ਜੀ। ਉਹਦੇ ਪੰਜਾਬੀ ਸੂਬਾ ਜਿੰਦਾਬਾਦ, ਪੰਜਾਬੀ ਸੂਬਾ ਜਿੰਦਾਬਾਦ। ਛੋਟਾ ਸੀ, 10 ਸਾਲ ਦਾ ਸੀਗਾ, 5ਵੀਂ 'ਚ ਪੜ੍ਹਦਾ ਸੀ ਤੇ ਉਦੋਂ ਫਿਰ ਖੂਹ ਦੇ ਨਾਲ ਸੀਗਾ ਜੀ, ਉੱਥੇ ਸ਼ਹੀਦ ਕਰਤਾ ਸੀਗਾ। ਤੁਸੀਂ ਉਸ ਪਰਿਵਾਰ 'ਚੋਂ ਦੇਖੋ, ਅੱਜ ਅਸੀਂ ਇਸ ਪੰਜਾਬ ਦੇ ਵਿੱਚ ਰਹਿ ਰਹੇ ਹਾਂ। ਪੰਜਾਬ ਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ, ਜਿੱਥੇ ਅਸੀਂ ਜੰਮੇ ਪੈਦਾ ਹੋਏ ਹੋਈਏ ਉਹਨੂੰ ਬਹੁਤ ਪਿਆਰ ਕਰਦੇ ਹਾਂ। ਤਾਂ ਤੁਹਾਨੂੰ ਕੀ ਲੱਗਦਾ ਜਿਹੜਾ ਉਹ ਇਸ ਤਰ੍ਹਾਂ ਦੀਆਂ ਇਤਿਹਾਸਕ ਸ਼ਖਸੀਅਤਾਂ ਨੂੰ ਯਾਦ ਰੱਖਣਾ ਸਰਕਾਰਾਂ ਵਾਸਤੇ, ਉਹਨਾਂ ਜਥੇਬੰਦੀਆਂ ਵਾਸਤੇ ਜਿਨ੍ਹਾਂ ਨੇ ਮੋਰਚੇ ਲਾਏ, ਕਿੰਨਾ ਕੁ ਅਹਿਮ ਹੈਗਾ? ਜ਼ਰੂਰੀ ਹੋ ਜਾਂਦਾ ਨਾ, ਫਿਰ ਉਹਨਾਂ ਨੂੰ ਆਪਾਂ ਨੂੰ ਯਾਦ ਰੱਖਣਾ ਚਾਹੀਦਾ। ਜਿਹੜੀਆਂ ਸ਼ਹੀਦੀਆਂ ਹੋਈਆਂ ਨੇ ਭੁੱਲਦੀਆਂ ਤਾਂ ਨਹੀਂ ਨਾ। ਇਹ ਤਾਂ ਬੱਚਾ ਜਿਨ੍ਹਾਂ ਦਾ ਚਲਾ ਜਾਵੇ ਉਹ ਤਾਂ ਫਿਰ ਦੁਖੀ ਹੁੰਦਾ ਹੀ ਹੈ ਨਾ। ਮਾਂ ਪਿਓ ਤਾਂ ਫਿਰ ਉਹ ਬਹੁਤ ਦੁਖੀ ਹੁੰਦੇ, ਰੋਜ਼ ਫੋਟੋ ਦੇਖ ਦੇਖ ਕੇ ਨਾ। ਵੀ ਸਾਡੇ ਸੱਸ ਵੀ ਰੋਂਦੇ ਸੀਗੇ ਉਹਦੀ ਫੋਟੋ। ਸਿੱਖ ਫੁਲਵਾੜੀ 'ਚ ਵੀ ਲਿਖਿਆ ਸੀ, ਬਹੁਤ ਤਸੀਹੇ ਦਿੱਤੇ ਗਏ ਉਹਨੂੰ, ਮੁੰਡੇ ਨੂੰ, ਵੀ ਇੰਨਾ ਬੱਚਾ ਕੋਈ ਕਰ ਨਹੀਂ ਸਕਦਾ। ਵੀ ਉਹ ਵਧੀਆ ਆਪਣੇ ਹਿਸਾਬ ਤੇ ਬਹੁਤ ਜ਼ਿਆਦਾ ਵਧੀਆ ਹੈਗਾ ਸੀ, ਲਾਇਕ ਹੈਗਾ ਸੀ ਘਰ 'ਚ। ਤੇ ਬਸ ਉਹ ਉੱਥੇ ਗਿਆ ਆ ਤੇ ਫਿਰ ਉਸ ਤੋਂ ਬਾਅਦ ਆਇਆ ਨਹੀਂ। ਉਹਨਾਂ ਨੂੰ ਬਹੁਤ ਦੁੱਖ ਲੱਗਿਆ ਇਸ ਗੱਲ ਦਾ। ਉਹਨਾਂ ਬੱਚੇ ਦਾ ਤਾਂ ਨਾਮ ਰਿਹਾ ਨਾ, ਕਾਕਾ ਇੰਦਰਜੀਤ ਸਿੰਘ ਦੀ, ਉਹਨੇ ਸਦਾ ਹੀ ਰਹਿਣਾ। ਉਹਦਾ ਨਾਮ ਰਹੇਗਾ, ਉਹਦਾ ਨਾਮ ਰੋਸ਼ਨ ਹੋ ਗਿਆ। ਬਈ ਉਹਨੇ ਕੁਰਬਾਨੀ ਕੀਤੀ ਦੇਸ਼ ਕੌਮ ਦੀ ਖਾਤਰ। ਤੁਸੀਂ ਜਵਾਨ ਹੋ, ਹੁਣ ਵੀ ਬਹੁਤ ਸਾਰੀਆਂ ਐਜੀਟੇਸ਼ਨ, ਬਹੁਤ ਸਾਰੀਆਂ ਲਹਿਰਾਂ, ਸੰਘਰਸ਼ ਚੱਲਦੇ ਆ। ਤੁਹਾਨੂੰ ਕਿੰਨਾ ਕੁ ਮਾਣ ਆ, ਤੁਸੀਂ ਉਸ ਪਰਿਵਾਰ ਦੇ ਵਿੱਚੋਂ ਇੰਦਰਜੀਤ ਸਿੰਘ ਜੀ ਜਿਨ੍ਹਾਂ ਨੇ ਪੰਜਾਬੀ ਸੂਬਾ ਮੋਰਚਾ ਦੇ ਵਾਸਤੇ ਕੁਰਬਾਨੀ? ਸਾਨੂੰ ਬਹੁਤ ਮਾਣ ਹੈ ਜੀ। ਉਹਨਾਂ ਨੇ ਸਾਡੇ ਲਈ ਬਹੁਤ ਕੁਝ ਕੀਤਾ ਗਾ, ਪੰਜਾਬ ਲਈ ਬਹੁਤ ਕੁਝ ਕੀਤਾ ਗਾ। ਉਹ ਪਹਿਲੇ ਸ਼ਹੀਦ ਸੀਗੇ ਜੀ। ਅਜਾਇਬ ਘਰ 'ਚ ਉਹਨਾਂ ਦੀ ਫੋਟੋ ਲੱਗੀ ਹੋਈ ਹੈ। ਮਾਣ ਮਹਿਸੂਸ ਹੁੰਦਾ ਵੀ ਸਾਡੇ ਤਾਇਆ ਜੀ ਦੀ ਫੋਟੋ ਉੱਥੇ ਲੱਗੀ। ਜਿਨ੍ਹਾਂ ਨੂੰ ਪਤਾ ਸੀ ਤੁਹਾਡੇ ਬਾਰੇ ਕਦੇ, ਜਾਂ ਤੁਹਾਡੇ ਬਜ਼ੁਰਗਾਂ ਬਾਰੇ, ਜਦੋਂ ਕੋਈ ਪੰਜਾਬੀ ਸੂਬਾ ਮੋਰਚੇ ਦਾ ਦਿਨ ਆਉਣਾ, ਪੰਜਾਬ ਸਰਕਾਰ ਵੀ ਛੁੱਟੀ ਵੀ ਕਰੂਗੀ, ਰਾਸ਼ਟਰੀ ਪੱਧਰ ਦੇ ਪ੍ਰੋਗਰਾਮ ਕੀਤੇ ਜਾਣਗੇ, ਕਦੇ ਤੁਹਾਡੇ ਪਰਿਵਾਰ ਨੂੰ ਬੁਲਾ ਕੇ ਉੱਥੇ ਮਾਣ ਸਨਮਾਨ ਦਿੱਤਾ ਉਹਨਾਂ ਨੇ ਵੀ ਇਹ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਦੇ ਵਾਰਸ? ਨਹੀਂ, ਅਖਬਾਰ 'ਚ ਉਹਨਾਂ ਦੀ ਫੋਟੋ ਹੁੰਦੀ ਆ, ਮਹੱਲੇ ਵਾਲੇ ਵਿਖਾ ਕੇ ਜਾਂਦੇ ਆ ਵੀ ਤੁਹਾਡੇ ਤਾਇਆ ਜੀ ਦੀ ਫੋਟੋ ਆਈ ਆ ਅਖਬਾਰ 'ਚ, ਸਿੱਖ ਫੁਲਵਾੜੀ 'ਚ ਆਈ ਆ। ਪਰ ਸਾਨੂੰ ਅੱਜ ਤੱਕ ਕਿਸੇ ਨੂੰ ਸਰਕਾਰ ਵੱਲੋਂ ਕੋਈ ਨਹੀਂ ਬੁਲਾਵਾ ਆਇਆ। ਤੁਹਾਡਾ ਸੁਨੇਹਾ ਕੀ ਹੈ ਉਹਨਾਂ ਨੂੰ ਜਿਹੜੇ ਗੁੰਮਨਾਮ ਸ਼ਹੀਦ ਨੇ? ਜਿੱਦਾਂ ਭਾਈ ਇੰਦਰਜੀਤ ਸਿੰਘ ਤਸਵੀਰਾਂ 'ਚ ਸ਼ਹੀਦ ਹੈ, ਤੁਹਾਡੇ ਮਹੱਲੇ ਵਾਲੇ ਤੁਹਾਨੂੰ ਦਿਖਾਉਂਦੇ ਵੀ ਤੁਹਾਡੇ ਪਰਿਵਾਰ ਦੀ ਫੋਟੋ ਲੱਗੀ ਆ, ਪਰ ਉਹ ਇਕੱਲਾ ਅਖਬਾਰਾਂ ਦੀਆਂ ਸੁਰਖੀਆਂ ਬਣ ਕੇ ਰਹਿ ਜਾਂਦੇ। ਸਾਰਿਆਂ ਨੂੰ ਪਤਾ ਤਾਂ ਲੱਗਣਾ ਚਾਹੀਦਾ ਕਿ ਆਪ ਸ਼ਹੀਦਾਂ ਨਾਲ ਰਿਲੇਟਡ ਪਰਿਵਾਰ ਹੈਗਾ, ਪਰ ਬਹੁਤ ਮਾਣ ਵਾਲੀ ਗੱਲ ਹੈਗੀ ਹੈ ਕਿ ਉਹ ਸਾਡੇ ਤਾਇਆ ਜੀ ਹੈਗੇ ਆ। ਪੰਜਾਬੀ ਸੂਬਾ ਮੋਰਚਾ ਜਿੰਦਾਬਾਦ ਦੇ ਨਾਰੇ ਤੇ ਜਿਹੜੀ ਆ ਰੋਕ ਲਾਈ ਹੋਈ ਸੀ, ਜਿਹਦਾ ਕਹਿੰਦੇ ਬੈਨ ਸੀ, ਇਹ ਨਾਰਾ ਲਾ ਨਹੀਂ ਸਕਦੇ। ਪਰ ਉਦੋਂ ਇੱਕ ਪੰਜਾਬੀ ਸੂਬੇ ਦੀ ਮੰਗ ਚੱਲ ਰਹੀ ਸੀ, ਅਕਾਲੀ ਦਲ ਜਿਹੜਾ ਇਹਦੀ ਅਗਵਾਈ ਕਰ ਰਿਹਾ ਸੀ। ਔਰ ਉਹ ਕਿਸ ਤਰ੍ਹਾਂ ਦਾ ਮਾਹੌਲ ਸੀ ਜਦੋਂ ਉਹਨਾਂ ਦੀ ਜਿਹੜੀ ਹੈ ਉਹ ਸਰੀਰ ਇੱਥੇ ਲੈ ਕੇ ਆਂਦਾ? ਲੋਕਾਂ ਦੇ ਵਿੱਚ ਕਿੰਨਾ ਕੁ ਜਿਹੜਾ ਉਹ ਜਨੂਨ ਸੀ, ਔਰ ਉਹਨਾਂ ਦੀ ਸ਼ਹਾਦਤ ਨੂੰ ਜਦੋਂ ਉਹਨਾਂ ਦੀ ਡੈੱਡ ਬਾਡੀ ਆਉਂਦੀ ਹੈ ਤੇ ਉਹ ਜਿਹੜਾ ਉਸ ਵੇਲੇ ਦਾ ਬਹੁਤ ਜ਼ਿਆਦਾ ਸੋਗਮਈ ਮਾਹੌਲ ਸੀ, ਗਮਗੀਨ ਮਾਹੌਲ ਸੀ, ਜੋ ਇਕੱਠ ਸੀਗਾ, ਉਹ ਅੱਜ ਵੀ ਮੈਨੂੰ ਬਿਲਕੁਲ ਹੂਬਹੂ ਉਸੇ ਤਰ੍ਹਾਂ ਹੀ ਯਾਦ ਹੈਗਾ ਜੀ। ਧਾਰਮਿਕ ਸੰਸਥਾਵਾਂ, ਜਿੱਦਾਂ ਤੁਸੀਂ ਬਾਈ ਨੇਮ ਅਕਾਲੀ ਦਲ ਦੀ ਗੱਲ ਕੀਤੀ, ਸੰਤ ਫਤਿਹ ਸਿੰਘ ਜੀ ਉਹਨਾਂ ਨੇ ਪੰਜਾਬੀ ਸੂਬਾ ਮੋਰਚਾ ਵਾਸਤੇ ਬੜੀ ਵੱਡੀ ਜਿਹੜੀ ਹੈ ਉਹਨਾਂ ਦੀ ਦੇਣ ਰਹੀ ਹੈ। ਤਾਂ ਹੁਣ ਉਸ ਜਥੇਬੰਦੀਆਂ ਦਾ ਕੀ ਫਰਜ਼ ਬਣਦਾ ਹੈ? ਬੇਸ਼ੱਕ ਇਹ ਪਰਿਵਾਰ ਨਹੀਂ ਕੁਝ ਮੰਗਦਾ, ਪਰ ਕੁਝ ਫਰਜ਼ ਹੁੰਦੇ ਆ, ਪੁੱਤਰਾਂ ਦੇ ਫਰਜ਼ ਹੁੰਦੇ ਆ ਜੇ ਉਹਨਾਂ ਦੇ ਬਾਪ ਨੇ ਕੁਰਬਾਨੀ ਕੀਤੀ ਆ, ਕੌਮਾਂ ਦੇ ਫਰਜ਼ ਹੁੰਦੇ ਆ ਕਿਸੇ ਪਰਿਵਾਰ ਨੇ ਉਹਨਾਂ ਵਾਸਤੇ ਕੁਰਬਾਨੀ ਕੀਤੀ। ਨਹੀਂ, ਸ਼ਹਾਦਤਾਂ ਕਿਸੇ ਮਾਨ ਸਨਮਾਨ ਦੀਆਂ ਮੁਹਤਾਜ ਨਹੀਂ ਹੁੰਦੀਆਂ, ਪਰ ਜਿਸ ਕੌਮ ਦੇ ਵਾਸਤੇ ਜਾਂ ਜਿਸ ਦੇਸ਼ ਵਾਸਤੇ ਕੌਮ ਸ਼ਹੀਦ ਹੁੰਦਾ ਹੈ, ਉਹਦਾ ਇਹ ਫਰਜ਼ ਹੁੰਦਾ ਹੈ ਕਿ ਉਹਦੇ ਪਰਿਵਾਰ ਦਾ ਉਹ ਮਾਨ ਸਨਮਾਨ ਕੀਤਾ ਜਾਵੇ। ਅੱਜ ਦੇ ਹਾਲਾਤ, ਪਰਿਵਾਰ ਦੇ ਹਾਲਾਤ, ਔਰ ਕਾਕਾ ਇੰਦਰਜੀਤ ਸਿੰਘ ਦੀ ਸ਼ਹੀਦੀ ਬਾਰੇ ਕੀ ਕਹਿਣਾ ਚਾਹੁੰਦੇ? ਪਰਿਵਾਰ ਦੀ ਇੱਛਾ ਵੀ ਨਹੀਂ ਹੈਗੀ ਕਿਸੇ ਵੀ ਚੀਜ਼ ਦੀ ਹਜੇ ਤੱਕ ਵੀ, ਪਰ ਸਾਡਾ ਆਪਣਾ ਫਰਜ਼ ਬਣਦਾ ਹੈ, ਸਾਡੇ ਪੰਥ ਦਾ ਫਰਜ਼ ਬਣਦਾ ਹੈ। ਕਿਉਂਕਿ ਜਿਹੜੇ ਪੰਥਕ ਫਰਜ਼ ਹੁੰਦੇ ਆ, ਸਾਡੀ ਸਖਸ਼ੀ ਰਹਿਣੀ ਤੋਂ ਬਾਅਦ ਜਿਹੜੀ ਪੰਥਕ ਰਹਿਣੀ ਆ ਸਾਡੀ ਰਹਿਤ ਮਰਿਆਦਾ ਦੇ ਅਨੁਸਾਰ, ਉਹਦੇ 'ਚ ਸਾਡੇ ਫਰਜ਼ ਬਣਦੇ ਆ ਸਮੁੱਚੇ ਪੰਥ ਦੇ। ਔਰ ਪੰਥ ਦਾ ਫਰਜ਼ ਬਣਦਾ ਹੈ ਕਿ ਉਹ ਪਰਿਵਾਰ ਨੂੰ ਬਣਦਾ ਜਿਹੜਾ ਮਾਣ ਸਨਮਾਨ ਹੈ, ਚਾਹੇ ਇੰਨਾ ਸਮਾਂ ਲਗਾ ਕੇ ਜਾਂ ਜ਼ਰੂਰ ਦੇਣਾ ਚਾਹੀਦਾ। ਇਹ ਘਰ ਹੈ ਇੰਦਰਜੀਤ ਸਿੰਘ ਸ਼ਹੀਦ ਪੰਜਾਬੀ ਸੂਬਾ ਮੋਰਚਾ ਦਾ। ਇਹ ਸਾਡੀ ਬਦਕਿਸਮਤੀ ਵੀ ਹੈ ਤੇ ਇਹ ਵੱਡੀ ਇੱਕ ਗਲਤੀ ਵੀ ਹੈ ਕਿ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਅੱਖੋਂ ਪਰੋਖੇ ਕੀਤਾ। ਜਿਹੜੇ ਪੰਜਾਬ 'ਚ ਅਸੀਂ ਵਸਦੇ ਆ ਸਾਨੂੰ ਪਤਾ ਹੋਣਾ ਚਾਹੀਦਾ ਉਹ ਪੰਜਾਬ ਨੂੰ ਹੋਂਦ ਦੇ ਵਿੱਚ ਲਿਆਉਣ ਦੇ ਵਾਸਤੇ, ਇਸ ਸੂਬੇ ਨੂੰ ਬਣਾਉਣ ਦੇ ਵਾਸਤੇ ਕਿੰਨੀਆਂ ਕੁ ਕੁਰਬਾਨੀਆਂ ਜਿਹੜੀਆਂ ਹੋਈਆਂ ਨੇ। ਅਸੀਂ ਅੱਜ ਇੱਕ ਅਜਿਹੇ ਸ਼ਹੀਦ ਦੇ
ਘਰ ਦੇ ਬਾਹਰ ਪਹੁੰਚੇ ਹਾਂ। ਕਾਕਾ ਇੰਦਰਜੀਤ ਸਿੰਘ ਜੀ ਸ਼ਹੀਦ ਪੰਜਾਬੀ ਸੂਬਾ ਮੋਰਚਾ, ਸਭ ਤੋਂ ਛੋਟੀ ਉਮਰ ਦੇ ਸ਼ਹੀਦ ਸੀ। ਕਰਨਾਲ ਦੇ ਵਿੱਚ ਸ਼ਹੀਦੀ ਹੋਈ। ਭਾਰਤੀ ਹਕੂਮਤ ਨੇ ਪੰਜਾਬੀ ਸੂਬਾ ਮੋਰਚਾ ਜਿੰਦਾਬਾਦ ਕਹਿਣ ਦੇ ਉੱਤੇ ਰੋਕ ਲਾਈ ਹੋਈ ਸੀ। ਪੰਜਾਬੀ ਸੂਬਾ ਜਿੰਦਾਬਾਦ ਲਾਉਂਦਿਆਂ ਭਾਰਤੀ ਸਲਤਨਤ ਦੀ ਜਿਹੜਾ ਕਿ ਉਹ ਹਕੂਕਤ ਦੇ ਜ਼ੁਲਮ ਦਾ ਸ਼ਿਕਾਰ ਹੋਇਆ ਕਾਕਾ ਇੰਦਰਜੀਤ ਸਿੰਘ, ਜਿਹਨੂੰ ਸਾਡੀਆਂ ਕੌਮ ਨੇ, ਸਾਡੇ ਕੌਮ ਦੀਆਂ ਜਥੇਬੰਦੀਆਂ ਨੇ, ਪੰਜਾਬ ਦੀਆਂ ਸਰਕਾਰਾਂ ਨੇ, ਭਾਰਤੀ ਹਕੂਮਤ ਸਭਨਾਂ ਨੇ ਜਿਹੜੇ ਅੱਜ ਪੰਜਾਬ ਦਾ ਵਾਰਸ ਅਖਵਾਉਣ ਦਾ ਦਾਅਵਾ ਕਰਦੇ, ਸਾਰਿਆਂ ਨੇ ਅੱਖੋਂ ਪਰੋਖੇ ਕੀਤਾ। ਆਓ ਅਸੀਂ ਉਹਨਾਂ ਦੇ ਪਰਿਵਾਰ ਨਾਲ ਤੁਹਾਨੂੰ ਮਿਲਾਉਂਦੇ ਹਾਂ। ਇਹ ਘਰ ਹੈ ਇੰਦਰਜੀਤ ਸਿੰਘ ਸ਼ਹੀਦ ਪੰਜਾਬੀ ਸੂਬਾ ਮੋਰਚਾ ਦਾ। ਇਹ ਸਾਡੀ ਬਦਕਿਸਮਤੀ ਵੀ ਹੈ ਤੇ ਇਹ ਵੱਡੀ ਇੱਕ ਗਲਤੀ ਵੀ ਹੈ ਕਿ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਅੱਖੋਂ ਪਰੋਖੇ ਕੀਤਾ। ਜਿਸ ਪੰਜਾਬ ਦੀ ਧਰਤੀ ਦੇ ਉੱਤੇ ਬਹਿ ਕੇ ਅਸੀਂ ਆਨੰਦ ਮਾਣ ਰਹੇ ਹਾਂ ਔਰ ਪੰਜਾਬੀ ਬੋਲਣ ਵਾਲਾ ਜਿਹੜਾ ਕਿ ਪ੍ਰਾਂਤ, ਪੰਜਾਬੀ ਬੋਲਣ ਵਾਲਾ ਰਾਜ ਪੰਜਾਬ, ਇਹਨਾਂ ਲੋਕਾਂ ਦੇ ਵਾਰਸਾਂ ਨੇ, ਇਹਨਾਂ ਦੇ ਬਜ਼ੁਰਗਾਂ ਨੇ ਉਹ ਕੁਰਬਾਨੀਆਂ ਕੀਤੀਆਂ। ਨਿੱਕੀ ਉਮਰੇ ਕਾਕਾ ਇੰਦਰਜੀਤ ਸਿੰਘ ਨੇ ਪੰਜਾਬੀ ਸੂਬਾ ਮੋਰਚਾ ਦੀ ਖਾਤਰ ਸ਼ਹੀਦੀ ਦਿੱਤੀ ਸੀ। ਅਸੀਂ ਪਰਿਵਾਰ ਦੇ ਨਾਲ ਪੂਰੀ ਗੱਲਬਾਤ ਕਰਾਂਗੇ। ਕਾਕਾ ਇੰਦਰਜੀਤ ਸਿੰਘ ਜੀ ਸ਼ਹੀਦ ਦੇ ਭੈਣ ਭਾਈ ਸਾਡੇ ਨਾਲ ਮੌਜੂਦ ਨੇ। ਉਹਨਾਂ ਤੋਂ ਕੁਝ ਛੋਟੇ ਆ, ਕੁਝ ਵੱਡੇ ਆ। ਪੂਰੇ ਦਾ ਪੂਰਾ ਜਿਹੜਾ ਬਿਰਤਾਂਤ ਆ, ਕਿਸ ਤਰ੍ਹਾਂ ਉਹਨਾਂ ਦੀ ਸ਼ਹੀਦੀ ਹੋਈ, ਉਹ ਕਰਨਾਲ ਕਿਵੇਂ ਗਏ, ਉਹ ਕਿੰਨਾ ਕੁ ਪੰਜਾਬ ਨੂੰ ਪਿਆਰ ਕਰਦੇ ਸੀ। 47 ਦੀ ਵੰਡ ਜਿਹਨੂੰ ਆਜ਼ਾਦੀ ਕਿਹਾ ਜਾਂਦਾ, ਜਦੋਂ ਆਜ਼ਾਦ ਭਾਰਤ ਦਾ ਜਿਹੜਾ ਕਿ ਉਹ ਵਿਸਥਾਰ ਹੋਇਆ, ਉਦੋਂ ਬੋਲੀ ਨੂੰ ਪਿਆਰ ਕਰਨ ਵਾਲੇ, ਭਾਸ਼ਾਵਾਂ ਨੂੰ ਪਿਆਰ ਕਰਨ ਵਾਲੇ ਜਿਹੜੇ ਲੋਕ ਸੀ, ਉਹ ਚਾਹੁੰਦੇ ਸੀ ਸਾਡੇ ਰਾਜ ਆ, ਜਿਹੜੇ ਸਾਡੇ ਖਿੱਤੇ ਆ, ਜਿਹੜੇ ਉਹ ਸਾਡੀ ਬੋਲੀ ਦੇ ਆਧਾਰ ਤੇ ਜਿਹੜੇ ਆ ਉਹ ਬਣਾਏ ਜਾਣ। ਪੰਜਾਬੀ ਸੂਬਾ ਮੋਰਚਾ ਦੇ ਲਈ ਕੁਰਬਾਨੀ ਦੇਣ ਵਾਲੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ, ਜਿਨ੍ਹਾਂ ਨੂੰ ਕਾਕਾ ਇੰਦਰਜੀਤ ਸਿੰਘ ਜੀ ਸ਼ਹੀਦ ਕਹਿ ਕੇ ਇਤਿਹਾਸ ਦੇ ਵਿੱਚ ਮਾਣ ਮਿਲਦਾ ਸੀ, ਉਹਨਾਂ ਦੇ ਪਰਿਵਾਰ ਦੇ ਨਾਲ ਇਸ ਵਕਤ ਜਿਹੜਾ ਕਿ ਮੌਜੂਦ ਆ। ਔਰ ਇਹ ਗੱਲ ਦਰੁਸਤ ਹੈ ਕਿ ਇਸ ਤੋਂ ਪਹਿਲਾਂ ਕਦੇ ਵੀ ਇਹਨਾਂ ਦੇ ਪਰਿਵਾਰ ਨੂੰ ਜਿਹੜਾ ਕਿ ਉਹ ਮੀਡੀਆ ਨੇ ਜਿਹੜਾ ਕਿ ਸੰਗਤ ਦੇ ਸਾਹਮਣੇ, ਲੋਕਾਂ ਦੇ ਸਾਹਮਣੇ ਪੇਸ਼ ਨਹੀਂ ਕੀਤਾ। ਪੰਜਾਬੀ ਸੂਬਾ ਮੋਰਚਾ ਦੇ ਵਿੱਚ ਉਸ ਵਕਤ ਦੇ ਪੰਜਾਬੀਆਂ ਨੇ ਤਨ ਮਨ ਤੇ ਧਨ ਦੇ ਨਾਲ ਆਪਣਾ ਯੋਗਦਾਨ ਪਾਇਆ। ਕਾਕਾ ਇੰਦਰਜੀਤ ਸਿੰਘ ਸ਼ਹੀਦ ਨੂੰ ਭਾਰਤੀ ਪੁਲਿਸ ਦੇ ਹਕੂਮਤ ਦੇ ਕਰੂਪ ਚਿਹਰੇ ਨੇ ਜਿਹੜਾ ਕਿ ਉਹ ਖੂਹ ਦੇ ਵਿੱਚ ਸੁੱਟਿਆ ਔਰ ਉਹਨਾਂ ਦੀ ਜਿਹੜੀ ਆ ਉਹ ਜਾਨ ਚਲੇ ਗਈ, ਉਹਨਾਂ ਦੀ ਕੁਰਬਾਨੀ ਹੋਈ। ਸਾਡੇ ਨਾਲ ਉਹਨਾਂ ਦਾ ਪਰਿਵਾਰ ਹੈ। ਬੇਸ਼ੱਕ ਇਹਨਾਂ 'ਚੋਂ ਬਹੁਤਿਆਂ ਨੇ ਉਹਨਾਂ ਨੂੰ ਦੇਖਿਆ ਵੀ ਨਹੀਂ, ਕੁਝ ਉਹਨਾਂ ਤੋਂ ਛੋਟੇ ਨੇ ਔਰ ਕੁਝ ਜਿਹੜਾ ਉਹਨਾਂ ਬਾਰੇ ਸੁਣੀਆਂ, ਉਹਨਾਂ ਦੇ ਪਰਿਵਾਰ ਬਾਰੇ ਜਿੰਨੀਆਂ ਕਿ ਯਾਦਾਂ ਉਹਨਾਂ ਦੇ ਭੈਣ ਭਾਈਆਂ ਕੋਲੇ, ਪੁੱਤ ਭਤੀਜਾਂ ਕੋਲ ਹੋਣਗੀਆਂ, ਅਸੀਂ ਗੱਲਬਾਤ ਕਰਾਂਗੇ। ਸਵਾਗਤ ਹੈ ਜੀ KTV ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਭ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਕਰਨੀ ਚਾਹਾਂਗੇ, ਕੀ ਨਾਮ ਹੈ ਤੁਹਾਡਾ? ਜੀ ਗੁਰਦੀਪ ਕੌਰ। ਜੀ, ਤੁਸੀਂ ਸ਼ਹੀਦ ਇੰਦਰਜੀਤ ਸਿੰਘ ਜੀ ਦੇ ਛੋਟੇ ਭੈਣ ਹੋ? ਹਾਂਜੀ, ਛੋਟੇ ਭੈਣ ਹੈ। ਕਿੰਨਾ ਚਿਰ ਛੋਟੇ ਹੋ ਤੁਸੀਂ ਉਹਨਾਂ ਤੋਂ? ਉਹਨਾਂ ਹੋਵਾਂਗੇ 3 ਸਾਲ ਹੋ ਗਏ। 3 ਸਾਲ ਛੋਟੇ। ਤਾਂ ਇੰਦਰਜੀਤ ਸਿੰਘ ਜੀ ਦਾ ਜਨਮ ਜਿਹੜਾ ਹੈਗਾ ਇਸੇ ਜਗ੍ਹਾ ਦੇ ਵਿੱਚ ਹੀ ਹੋਇਆ ਸੀ, ਇਸੇ ਮਹੱਲੇ 'ਚ ਹੀ ਹੋਇਆ ਸੀ? ਉਹ ਇਸ ਘਰ 'ਚ ਨਹੀਂ ਹੋਇਆ, ਜਿਹੜਾ ਉਹ ਖਹਿਰਾਂ ਦਾ ਮਹੱਲਾ ਉੱਥੇ ਹੋਇਆ ਸੀ। ਅੱਛਾ, ਉਦੋਂ ਘਰ ਉੱਥੇ ਹੁੰਦਾ ਸੀ? ਹਾਂਜੀ, ਉਸ ਤੋਂ ਬਾਅਦ ਅਸੀਂ ਜਦੋਂ ਉਹਦੇ ਵੀ ਗੁਜ਼ਰ ਗਏ, ਉਸ ਤੋਂ ਉਹ ਇੱਥੇ ਆ ਗਏ। ਕਿਰਾਏ ਤੇ ਰਹਿੰਦੇ ਸੀ, ਫਿਰ ਅਸੀਂ ਇਹ ਲੈ ਲਿਆ ਸੀ ਮਕਾਨ। ਠੀਕ ਹੈ, ਠੀਕ ਹੈ। ਤੇ ਅਸੀਂ ਥੋੜਾ ਜਿਹਾ ਪਿੱਛੇ ਜਾਣਾ ਚਾਹਾਂਗੇ। ਸ਼ਹੀਦ ਇੰਦਰਜੀਤ ਸਿੰਘ ਜੀ ਬਾਰੇ ਤੁਹਾਡੇ ਬਜ਼ੁਰਗ ਕੁਝ ਗੱਲਾਂ ਬਾਤਾਂ ਦੱਸਦੇ ਹੋਣਗੇ, ਕਿਉਂਕਿ ਤੁਸੀਂ ਪਹਿਲਾਂ ਤਾਂ ਇਹ ਵੀ ਤੁਸੀਂ ਰਹਿੰਦੇ ਮੋਗੇ ਹੋ, ਉਹਨਾਂ ਦੀ ਸ਼ਹੀਦੀ ਜਿਹੜੀ ਹੈ ਕਰਨਾਲ ਹੋਈ ਆ, ਉੱਥੇ ਉਹਨਾਂ ਦਾ ਕਿਸ ਤਰ੍ਹਾਂ ਜਾਣਾ ਬਣਿਆ? ਕਰਨਾਲ ਹੋ ਗਿਆ ਸੀ। ਮੇਰੇ ਕਰਨਾਲ ਮੇਰੇ ਭੂਆ ਜੀ ਰਹਿੰਦੇ ਆ, ਤੇ ਉਹ ਪਹਿਲਾਂ ਦਿੱਲੀ ਗਏ ਸੀ, ਉੱਥੇ ਮੇਰੇ ਚਾਚਾ ਜੀ ਰਹਿੰਦੇ। ਦਿੱਲੀੋਂ ਵਾਪਸ ਆ ਕੇ ਨਾ ਤੇ ਫਿਰ ਭੂਆ ਕੋਲ ਗਏ, ਕਰਨਾਲ ਚਲੇ ਗਏ। ਤੇ ਫਿਰ ਉੱਥੇ ਭੂਆ ਜੀ ਨੇ ਕਹਿੰਦੇ ਮੋਗੇ ਛੱਡਣ ਆਉਣਾ ਸੀ, ਤੇ ਉਹ ਪੰਜਾਬੀ ਸੂਬੇ ਦਾ ਮੋਰਚੇ ਦੇ ਵਿੱਚ ਦੇਖਣ ਚਲੇ ਗਏ ਤੇ ਉੱਥੇ ਸ਼ਹੀਦ ਹੋ ਗਏ। ਅੱਛਾ, ਉਹ ਦਿੱਲੀ ਗਏ ਹੋਏ ਸੀ ਤੇ ਉੱਥੇ ਤੁਹਾਡੇ ਚਾਚਾ ਜੀ ਰਹਿੰਦੇ ਆ, ਕਰਨਾਲ ਤੁਹਾਡੇ ਭੂਆ ਜੀ ਰਹਿੰਦੇ। ਤਾਂ ਉੱਥੇ ਪੰਜਾਬੀ ਸੂਬੇ ਮੋਰਚੇ ਦੀ ਉਦੋਂ ਲਹਿਰ ਚੱਲਦੀ ਸੀ, ਸਾਰੇ ਪੰਜਾਬੀ ਚਾਹੁੰਦੇ ਸੀ ਸਾਡਾ ਆਪਣਾ ਸੂਬਾ ਹੋਵੇ, ਤਾਂ ਉਹ ਵੀ ਉੱਥੇ ਸ਼ਾਮਲ ਹੋਏ। ਹਾਂਜੀ, ਅਸੀਂ ਤਾਂ ਛੋਟੇ ਸੀਗੇ ਤੇ ਉਹ ਛੋਟੇ ਸੀਗੇ। ਹਾਂਜੀ, ਛੋਟੇ ਸੀਗੇ। ਤੇ ਮਤਲਬ ਕਿ ਉਹ ਭੂਆ ਚਾਚਾ ਨੂੰ ਮਿਲ ਕੇ ਤੇ ਵਾਪਸ ਤੇ ਕਰਨਾਲ ਆ ਗਏ ਭੂਆ ਦੇ ਕੋਲ, ਤੇ ਉੱਥੇ ਬਸ ਉਹ ਦੇਖਣ ਗਏ ਸੀ ਪੰਜਾਬੀ ਸੂਬੇ ਦਾ ਜਿਹੜਾ ਮੋਰਚਾ, ਤੇ ਉੱਥੇ ਮਤਲਬ ਕਿ ਸ਼ਹੀਦ ਹੋ ਗਿਆ। ਉਹਨਾਂ ਲਾਠੀ ਚਾਰਜ ਹੋਇਆ ਨਾ ਜਦੋਂ, ਉਦੋਂ ਸ਼ਹੀਦ ਹੋ ਗਏ। ਲਾਠੀ ਚਾਰਜ ਹੋਇਆ। ਤਾਂ ਤੁਹਾਡਾ ਨਾਮ ਕੀ ਹੈ ਜੀ? ਮਹਿੰਦਰਜੀਤ ਸਿੰਘ ਜੀ। ਮਹਿੰਦਰਜੀਤ ਸਿੰਘ ਜੀ, ਤੁਸੀਂ ਉਹਨਾਂ ਤੋਂ ਕਿੰਨਾ ਚਿਰ ਛੋਟੇ ਹੋ? ਮੈਂ ਤਾਂ 2 ਸਾਲ ਦਾ ਸੀਗਾ, ਕੁਛੜ ਸੀਗਾ ਮਾਤਾ ਜੀ ਦੇ। ਹਾਂਜੀ।
ਮਤਲਬ ਤੁਸੀਂ ਜਦੋਂ ਓਕੇ ਤੁਸੀਂ ਉਹਨਾਂ ਤੋਂ 5 ਸਾਲ 6 ਸਾਲ ਅੰਦਾਜ਼ਾ ਛੋਟੇ ਹੋ। ਹਾਂਜੀ ਨਹੀਂ ਤਾਂ 7-8 ਜਦੋਂ ਉਹਨਾਂ ਦੀ ਸ਼ਹੀਦੀ ਹੋਈ ਚਲੋ ਤੁਸੀਂ ਬਹੁਤ ਛੋਟੇ ਸੀ, ਬਾਅਦ ਜਦੋਂ ਤੁਸੀਂ ਸੁਰਤ ਸੰਭਲੇ ਪਰਿਵਾਰ 'ਚ ਗੱਲਾਂ ਬਾਤਾਂ ਹੁੰਦੀਆਂ ਸੀ ਵੀ ਇੰਦਰਜੀਤ ਸਿੰਘ ਪੰਜਾਬੀ ਸੂਬਾ ਦੇ ਵਾਸਤੇ ਸ਼ਹੀਦ ਹੋਇਆ, ਹਾਂਜੀ ਹਾਂਜੀ ਕਿਵੇਂ ਬਜ਼ੁਰਗ ਕੀ ਬਜ਼ੁਰਗ ਆਇਆ ਕਰਦੇ ਸੀਗੇ ਜਦੋਂ ਇਹੀ ਮੇਰੀ ਭੈਣ ਦੱਸਿਆ ਐਂ ਗੱਲਾਂ ਕਰਦੇ ਹੁੰਦੇ ਸੀਗੇ। ਫਿਰ ਆਏ ਵੀ ਸੀਗੇ ਮਾਸਟਰ ਸਕੂਲ ਦੇ ਜੀ ਭਿੰਦਰ ਹਾਈ ਸਕੂਲ ਦੇ ਅਫਸੋਸ ਕਰਨ। ਸੰਤ ਫਤਿਹ ਸਿੰਘ ਵੀ ਆਇਆ ਸੀਗਾ ਜੀ, ਉਹ ਦਿੰਦੇ ਸੀ। ਫਿਰ ਸਾਡੇ ਬਜ਼ੁਰਗ ਕਹਿੰਦੇ ਸਾਡਾ ਮੁੰਡਾ ਆ ਗਿਆ ਚਲਾਈ ਕੁਛ ਨਹੀਂ ਲੈਣਾ ਜੀ। ਸੰਤ ਫਤਿਹ ਸਿੰਘ ਜਿਹੜੇ ਅਕਾਲੀ ਦਲ ਦੇ ਆਗੂ ਸੀ ਉਹ ਵੀ ਪਰਿਵਾਰ ਦੇ ਬਾਅਦ 'ਚ ਮਿਲਣ ਆਏ ਸੀ। ਮਿਲਣ ਆਏ ਜੀ, ਹਾਂਜੀ ਸੰਤ ਫਤਿਹ ਸਿੰਘ ਜੀ ਮਿਲਣ ਆਏ ਸੀਗੇ ਸਾਨੂੰ ਜੀ। ਤੇ ਸਕੂਲ ਦੇ ਸਾਰੇ ਮਾਸਟਰ ਆਏ ਸੀ, ਅਫਸੋਸ ਉਹਨਾਂ ਨੇ ਬਹੁਤ ਕੀਤਾ ਜੀ। ਤਾਂ ਇਤਿਹਾਸ 'ਚ ਜ਼ਿਕਰ ਆਉਂਦਾ ਵੀ ਜਦੋਂ ਪੰਜਾਬੀ ਸੂਬਾ ਮੋਰਚਾ ਚੱਲ ਰਿਹਾ ਸੀ, ਭਾਰਤੀ ਹੁਕੂਮਤ ਨੇ ਰੋਕ ਲਾਈ ਹੋਈ ਸੀ ਵੀ ਤੁਸੀਂ ਪੰਜਾਬੀ ਸੂਬਾ ਮੋਰਚਾ ਜਿੰਦਾਬਾਦ ਨਹੀਂ ਕਹਿ ਸਕਦੇ, ਕਿਉਂਕਿ ਪੰਜਾਬ ਦੇ ਬਹੁਤ ਸਾਰੇ ਕੁਝ ਅਜਿਹੇ ਲੋਕ ਸੀ ਜਿਹੜੇ ਨਹੀਂ ਸੀ ਚਾਹੁੰਦੀ ਪੰਜਾਬੀ ਸੂਬਾ ਮੋਰਚਾ ਬਣੇ। ਜਦੋਂ ਜਿਹੜਾ ਕਿ ਉੱਥੇ ਗਿਣਤੀ ਹੋਈ ਲੋਕਾਂ ਦੀ, ਜਨਗਣਨਾ ਜਿਹਨੂੰ ਆਖਿਆ ਜਾਂਦਾ, ਮਰਦਮਸ਼ੁਮਾਰੀ ਆਖਿਆ ਜਾਂਦਾ, ਤਾਂ ਉਦੋਂ ਉਹਨਾਂ ਨੇ ਆਪਣੀ ਭਾਸ਼ਾ ਜਿਹੜੀ ਹਿੰਦੀ ਲਿਖਾਤੀ। ਜਿਨ੍ਹਾਂ ਨੇ ਪੰਜਾਬੀ ਲਿਖਾਈ ਉਹ ਚਾਹੁੰਦੇ ਸੀ ਪੰਜਾਬੀ ਸੂਬਾ ਮੋਰਚਾ ਬਣੇ। ਕੁਛ ਗੈਰ ਪੰਜਾਬੀ ਜਿਹੜੇ ਪੰਜਾਬ ਦੇ ਕੁਝ ਪੰਜਾਬੀ ਹਿੰਦੂਆਂ ਨੇ ਆਪਣੀ ਭਾਸ਼ਾ ਹਿੰਦੀ ਲਿਖਾਤੀ, ਉਹ ਚਾਹੁੰਦੇ ਸੀ ਪੰਜਾਬੀ ਸੂਬਾ ਨਾ ਬਣੇ। ਤਾਂ ਉਦੋਂ ਰੋਕ ਲਾਈ ਹੋਈ ਸੀ। ਤੁਹਾਡੇ ਬਜ਼ੁਰਗ ਕਿਸ ਤਰ੍ਹਾਂ ਦੇ ਵਿਚਾਰਧਾਰਾ ਦੇ, ਜਾਂ ਉਹਨਾਂ ਨੇ ਉਹ ਬੱਚੇ ਨੂੰ ਗੱਲਾਂ ਸਿਖਾਈਆਂ ਸੀ ਵੀ ਆਪਾਂ ਪੰਜਾਬੀ ਸੂਬੇ ਵਾਸਤੇ ਕੁਰਬਾਨੀ ਤੱਕ ਦੇ ਦੇਣੀ ਹੈ? ਇਹ ਤਾਂ ਨਹੀਂ ਪਤਾ ਹੈਗਾ ਜੀ। ਤਾਂ ਤੁਸੀਂ ਅੰਦਾਜ਼ਾ ਦੇਖੋ, ਪਤਾ ਤੇ ਇਹ ਅੰਦਾਜ਼ਾ ਲੱਗ ਸਕਦਾ ਵੀ ਉਹ ਲਹਿਰ ਹੀ ਸੀਗੀ ਜੀ, ਉਦੋਂ ਲਹਿਰ ਸੀਗੀ ਉੱਥੇ ਕਰਨਾਲ ਜਦੋਂ ਗਏ ਆ। ਇਹ ਮੁੰਡਾ ਸੋਹਣਾ ਸੁਨੱਖਾ ਸੀ ਤੇ ਜਵਾਨ ਸੀਗਾ ਜੀ। ਉਹਦੇ ਪੰਜਾਬੀ ਸੂਬਾ ਜਿੰਦਾਬਾਦ, ਪੰਜਾਬੀ ਸੂਬਾ ਜਿੰਦਾਬਾਦ। ਛੋਟਾ ਸੀ, 10 ਸਾਲ ਦਾ ਸੀਗਾ, 5ਵੀਂ 'ਚ ਪੜ੍ਹਦਾ ਸੀ। ਤੇ ਉਦੋਂ ਫਿਰ ਖੂਹ ਦੇ ਨਾਲ ਸੀਗਾ ਜੀ, ਉੱਥੇ ਸ਼ਹੀਦ ਕਰਤਾ ਸੀਗਾ। ਉਵੇਂ ਦਰਬਾਰ ਸਾਹਿਬ 'ਚ ਫੋਟੋ ਵੀ ਲੱਗੀ ਜਿਵੇਂ ਖੂਹ 'ਚ ਕੱਢਦੇ ਜੀ। ਹਾਂਜੀ ਅਜਾਇਬ ਘਰ ਦੇ ਵਿੱਚ ਫੋਟੋ ਲੱਗੀ ਘਰ 'ਚ, ਹਾਂਜੀ ਹਾਂਜੀ। ਸਭ ਦੀ ਛੋਟੀ ਹੁੰਦਾ ਇਹ ਬਸ 5ਵੀਂ ਕਲਾਸ ਵਿੱਚ ਪੜ੍ਹਦਾ ਸੀਗਾ ਇਹ, ਤੇ ਜਦੋਂ ਇਹ ਸ਼ਹੀਦ ਹੋਇਆ, ਹਾਂਜੀ। ਤੇ ਅਸੀਂ ਛੋਟੇ ਛੋਟੇ ਸੀਗੇ ਤੇ ਸਾਡੇ ਘਰ ਮਹਿਸੂਸ ਕਰਨ ਆਏ ਸਾਰੇ ਮਾਸਟਰ ਵੀ। ਬੱਚਾ ਹੁਸ਼ਿਆਰ ਸੀਗਾ ਤੇ ਵੈਸੇ ਤੇ ਫਤਿਹ ਸਿੰਘ ਜਿਹੜੇ ਹੁੰਦੇ ਸੰਤ ਫਤਿਹ ਸਿੰਘ ਜੀ, ਉਹਨਾਂ ਨੇ ਕਿਹਾ ਤੁਸੀਂ ਮਦਦ ਲਿਆ। ਤੇ ਮੇਰਾ ਮਾਂ ਪਿਓ ਕਹਿੰਦੇ ਵੀ ਸਾਡਾ ਮੁੰਡਾ ਹੀ ਚਲਾ ਗਿਆ ਤੇ ਅਸੀਂ ਵੀ ਕੀ ਕਰਨਾ ਪੈਸਾ। ਤਾਂ ਜਿਹੜੀਆਂ ਸ਼ਹੀਦੀਆਂ ਜਾਂ ਇਹ ਕੁਰਬਾਨੀਆਂ ਹੁੰਦੀਆਂ ਕਿਸੇ ਇਨਾਮ ਦੇ ਜਾਂ ਕਿਸੇ ਪੈਸੇ ਦੇ ਮੁਤਾਜ ਤੇ ਨਹੀਂ ਹੁੰਦੀਆਂ, ਪਰ ਜਿਹੜਾ ਚਲਾ ਜਾਂਦਾ ਉਸ ਤੋਂ ਬਾਅਦ ਪਰਿਵਾਰ ਦੇ ਵਾਸਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਲੋੜਾਂ, ਰੋਜ਼ਮਰਾ ਦੀਆਂ ਜ਼ਿੰਦਗੀ ਦੀਆਂ ਜ਼ਰੂਰਤਾਂ ਜਿਹੜੀਆਂ ਨੇ ਉਹਨਾਂ ਨੂੰ ਪੂਰਾ ਕਰਨਾ, ਜਿਸ ਮਕਸਦ ਦੇ ਵਾਸਤੇ ਕਿਸੇ ਸ਼ਖਸੀਅਤ ਨੇ ਕੁਰਬਾਨੀ ਦਿੱਤੀ ਹੁੰਦੀ ਆ, ਉਹ ਮਗਰਲਿਆਂ ਦਾ ਫਰਜ਼ ਹੁੰਦਾ। ਜੇ ਕਾਕਾ ਇੰਦਰਜੀਤ ਸਿੰਘ ਸ਼ਹੀਦ ਨੇ ਸ਼ਹੀਦੀ ਪੰਜਾਬੀ ਸੂਬਾ ਮੋਰਚਾ ਦੇ ਵਾਸਤੇ ਦਿੱਤੀ ਹੈ, ਤਾਂ ਇਸ ਵਕਤ ਜਿਹੜੇ ਕਹਿੰਦੇ ਆ ਵੀ ਅਸੀਂ ਪੰਜਾਬ ਦੇ ਉੱਤੇ ਰਾਜ ਕਰਨਾ, ਜਾਂ ਅਸੀਂ ਪੰਜਾਬ ਦੇ ਵਾਰਸ ਹਾਂ, ਜਾਂ ਅਸੀਂ ਪੰਜਾਬੀ ਸੂਬਾ ਦੇ ਵਾਸਤੇ ਬਹੁਤ ਜ਼ਿਆਦਾ ਕੁਰਬਾਨੀਆਂ ਕੀਤੀਆਂ, ਤਾਂ ਉਹਨਾਂ ਦਾ ਫਰਜ਼ ਜਿਹੜਾ ਬਣਦਾ ਵੀ ਉਹ ਕਾਕਾ ਇੰਦਰਜੀਤ ਸਿੰਘ ਦੇ ਵਾਰਸਾਂ ਨੂੰ ਕੁਛ ਨਾ ਕੁਛ ਜਿਹੜਾ ਹੈਗਾ ਗਾਹੇ ਬਗਾਹੇ ਮਾਣ ਸਨਮਾਨ ਕਮ ਸੇ ਕਮ ਜਿਹੜਾ ਕਿ ਉਹ ਦੇਣਾ ਜ਼ਰੂਰ ਬਣਦਾ। ਤਾਂ 47 ਦੇ ਵਿੱਚ ਭਾਰਤ ਦੀ ਜਿਹੜੀ ਆ ਵੰਡ ਹੋਈ ਹੈ, ਜਦੋਂ ਕਿਹਾ ਜਾਂਦਾ ਵੀ ਭਾਰਤ ਆਜ਼ਾਦ ਹੋ ਗਿਆ, ਹਾਲਾਂਕਿ ਬਜ਼ੁਰਗ ਜਿਹੜੇ ਉਹਨੂੰ ਉਜਾੜਾ ਤੇ 47 ਦਾ ਰੌਲਾ ਕਹਿੰਦੇ ਆ। ਤਾਂ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਭਾਸ਼ਾ ਦੇ ਆਧਾਰ ਦੇ ਉੱਤੇ ਜਿਹੜੇ ਸੂਬਿਆਂ ਦੀ ਵੰਡ ਹੋਈ। ਜਿਹੜੇ ਪੰਜਾਬੀ ਨੂੰ ਪਿਆਰ ਕਰਦੇ ਸੀ ਉਹ ਚਾਹੁੰਦੇ ਸਾਨੂੰ ਪੰਜਾਬ ਮਿਲੇ। ਜਿਹੜੇ ਜਿੱਦਾਂ ਆਂਧਰਾ ਪ੍ਰਦੇਸ਼ ਦੀ ਸਭ ਤੋਂ ਪਹਿਲਾਂ ਜਿਹੜਾ ਰਾਜ ਦੀ ਸਥਾਪਨਾ ਹੋਈ ਆਜ਼ਾਦ ਭਾਰਤ ਦੇ ਵਿੱਚ, ਤਾਂ ਪੰਜਾਬ ਦੇ ਵਿੱਚ ਬਹੁਤ ਗਿਣਤੀ ਲੋਕ ਜਿਹੜੇ ਸੀ ਉਹਨਾਂ ਨੇ ਆਪਣੀ ਮਰਦਮਸ਼ੁਮਾਰੀ ਦੇ ਵਿੱਚ ਭਾਸ਼ਾ ਪੰਜਾਬੀ ਲਿਖੀ। ਪਰ ਕੁਝ ਪੰਜਾਬੀ ਹਿੰਦੂ ਜਿਹੜੇ ਚਾਹੁੰਦੇ ਸੀ ਵੀ ਪੰਜਾਬੀ ਸੂਬਾ ਮੋਰਚਾ ਨਾ ਬਣੇ, ਖਾਸ ਕਰ ਕਾਂਗਰਸ ਜੀ ਜਿਹੜੀ ਉਸ ਵਕਤ ਦੀ, ਉਹਨੂੰ ਅੰਦਾਜ਼ਾ ਸੀ ਵੀ ਜੇ ਕਿਤੇ ਪੰਜਾਬੀ ਸੂਬਾ ਵੱਖਰਾ ਬਣਦਾ ਤਾਂ ਕਿਤੇ ਸਿੱਖ ਸਟੇਟ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ 1849 ਵਾਲਾ ਸੀ ਉਧਰ ਨੂੰ ਗੱਲਬਾਤ ਨਾ ਤੁਰ ਪਵੇ। ਤਾਂ ਇਹ ਜਿਹੜੀ ਮਨਸ਼ਾ ਸੀ ਉਹਨਾਂ ਦੀ, ਉਸ ਕਰਕੇ ਇੱਕ ਲੰਗੜਾ ਜਿਹਾ ਪੰਜਾਬ ਜਿਹੜਾ ਹੈਗਾ 1 ਨਵੰਬਰ 1966 ਨੂੰ ਉਹ ਸਥਾਪਿਤ ਹੋਇਆ, ਜਿੰਦੇ ਨਾਲ ਉਹ ਤੋੜ ਕੇ ਹਰਿਆਣਾ ਬਣਾਇਆ, ਬਹੁਤ ਸਾਰਾ ਇਲਾਕਾ ਹਿਮਾਚਲ ਨੂੰ ਦੇ ਦਿੱਤਾ, ਦਿੱਲੀ, ਬਹੁਤ ਸਾਰੇ ਇਲਾਕੇ ਜਿਹੜੇ ਤੋੜ ਕੇ ਇੱਕ ਲੰਗੜਾ ਪੰਜਾਬ ਜਿਹੜਾ ਬਣਾਇਆ, ਜਿੰਦੇ 'ਚ ਅਸੀਂ ਇਸ ਵਕਤ ਰਹਿ ਰਹੇ ਹਾਂ। ਤਾਂ ਤੁਹਾਡਾ ਕੀ ਨਾਮ ਹੈ ਭੈਣ? ਹਾਂਜੀ, ਮੇਰਾ ਨਾਮ ਸਤਿੰਦਰ ਕੌਰ ਹੈ। ਤੁਸੀਂ ਕਾਕਾ ਇੰਦਰਜੀਤ ਸਿੰਘ ਜੀ ਦੇ ਕੀ ਲੱਗਦਾ? ਮੈਂ ਉਹਨਾਂ ਦੀ ਫਿਰ ਭਾਬੀ ਲੱਗੀ ਨਾ। ਹਾਂਜੀ। ਤਾਂ ਤੁਸੀਂ ਉਸ ਪਰਿਵਾਰ ਚੋਂ, ਦੇਖੋ ਅੱਜ ਅਸੀਂ ਇਸ ਪੰਜਾਬ ਦੇ ਵਿੱਚ ਰਹਿ ਰਹੇ ਹਾਂ, ਪੰਜਾਬ ਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ, ਜਿੱਥੇ ਅਸੀਂ ਜੰਮੇ ਪੈਦਾ ਹੋਏ ਹੋਈਏ ਉਹਨੂੰ ਬਹੁਤ ਪਿਆਰ ਕਰਦੇ ਹਾਂ। ਤਾਂ ਤੁਹਾਨੂੰ ਕੀ ਲੱਗਦਾ ਜਿਹੜਾ ਉਹ ਇਸ ਤਰ੍ਹਾਂ ਦੀਆਂ ਇਤਿਹਾਸਕ ਸ਼ਖਸੀਅਤਾਂ ਨੂੰ ਯਾਦ ਰੱਖਣਾ ਸਰਕਾਰਾਂ ਵਾਸਤੇ, ਉਹਨਾਂ ਜਥੇਬੰਦੀਆਂ ਵਾਸਤੇ ਜਿਨ੍ਹਾਂ ਨੇ ਮੋਰਚੇ ਲਾਏ, ਕਿੰਨਾ ਕੁ ਅਹਿਮ ਹੈਗਾ? ਹਾਂਜੀ, ਉਹ ਜ਼ਰੂਰੀ ਹੋ ਜਾਂਦਾ ਨਾ, ਫਿਰ ਉਹਨਾਂ ਨੂੰ ਆਪਾਂ ਨੂੰ ਯਾਦ ਰੱਖਣਾ ਚਾਹੀਦਾ। ਜਿਹੜੀਆਂ ਸ਼ਹੀਦੀਆਂ ਹੋਈਆਂ ਨੇ ਭੁੱਲਦੀਆਂ ਤਾਂ ਨਹੀਂ ਨਾ। ਇਹ ਤਾਂ ਉਹ ਬੱਚਾ ਬਹੁਤ ਜ਼ਿਆਦਾ ਲਾਇਕ ਹੈਗਾ ਸੀ, ਇਦਾਂ ਹੀ ਜਿਵੇਂ ਵੀ ਸਾਡੇ ਸੱਸ ਸਹੁਰਾ ਦੱਸਦੇ ਨੇ ਵੀ ਉਹ ਬੱਚਾ ਬਹੁਤ ਲਾਇਕ ਸੀ। ਉਹ ਛੋਟਾ ਸੀਗਾ ਤੇ ਤਾਂ ਵੀ ਘਰ ਦੇ ਭਾਂਡੇ ਭੁੰਡੇ ਵੀ ਖਰੀਦ ਲਿਆਂਦਾ ਸੀ। ਉਹ ਵੀ ਇੰਨਾ ਬੱਚਾ ਕੋਈ ਕਰ ਨਹੀਂ ਸਕਦਾ, ਵੀ ਉਹ ਵਧੀਆ ਆਪਣੇ ਹਿਸਾਬ ਤੇ ਬਹੁਤ ਜ਼ਿਆਦਾ ਵਧੀਆ ਹੈਗਾ ਸੀ, ਲਾਇਕ ਹੈਗਾ ਸੀ ਘਰ ਵਿੱਚ। ਤੇ ਬਸ ਉਹ ਉੱਥੇ ਗਿਆ ਆ ਤੇ ਫਿਰ ਉਸ ਤੋਂ ਬਾਅਦ ਆਇਆ ਨਹੀਂ। ਉਹਨਾਂ ਨੂੰ ਬਹੁਤ ਦੁੱਖ ਲੱਗਿਆ ਇਸ ਗੱਲ ਦਾ ਵੀ ਬੱਚਾ ਸਾਡਾ ਵੀ ਮਿਲਣ ਗਿਆ ਤੇ ਆਇਆ ਨੀਗਾ।
ਫਿਰ ਉਹ ਬੜੇ ਵਿਚਾਰੇ ਕਿੰਨੀ ਦੇਰ ਪਰੇਸ਼ਾਨ ਰਹੇ ਵੀ ਬੱਚਾ ਜਿਨ੍ਹਾਂ ਦਾ ਚਲਾ ਜਾਵੇ ਉਹ ਤਾਂ ਫਿਰ ਦੁਖੀ ਹੁੰਦਾ ਹੀ ਹੈ ਨਾ, ਮਾਂ ਪਿਓ ਤਾਂ ਫਿਰ ਉਹ ਬਹੁਤ ਦੁਖੀ ਹੁੰਦੇ, ਰੋਜ਼ ਫੋਟੋ ਦੇਖ ਦੇਖ ਕੇ ਨਾ, ਵੀ ਸਾਡੇ ਸੱਸ ਵੀ ਰੋਂਦੇ ਸੀਗੇ ਉਹਦੀ ਫੋਟੋ। ਕਿੰਨਾ ਕੁ ਚਿਰ ਹੋਇਆ ਤੁਹਾਡੀ ਸੱਸ ਜਾਂ ਇਹਨਾਂ ਦੀ? ਹਾਂਜੀ, ਉਹ ਤਾਂ 2002 ਦੇ ਪੂਰੇ ਹੋਏ ਨੇ ਤੇ ਪਿਤਾ ਹੀ ਸਾਡੇ 2012 ਚ ਪੂਰੇ ਹੋਏ ਨੇ। ਹਾਂ ਹਾਂ। ਮੈਂ ਤੁਹਾਨੂੰ ਪੁੱਛਦਾ, ਤੁਸੀਂ ਭਾਈ ਇੰਦਰਜੀਤ ਸਿੰਘ ਜੀ ਦੇ ਛੋਟੇ ਭੈਣ ਹੋ। ਜਦੋਂ ਬਜ਼ੁਰਗ ਮਾਤਾ ਜੀ ਜਾਂ ਬਾਪੂ ਜੀ ਸੀ ਤਾਂ ਉਹ ਕਾਕਾ ਇੰਦਰ ਸਿੰਘ ਜੀ ਬਾਰੇ, ਇੰਦਰਜੀਤ ਸਿੰਘ ਬਾਰੇ, ਜਾਂ ਉਹ ਪੰਜਾਬੀ ਸੂਬੇ ਮਾਰਚ ਬਾਰੇ ਕੋਈ ਗੱਲਾਂ ਬਾਤਾਂ ਬਸ ਸਾਨੂੰ ਤਾਂ ਇਹ ਕਹਿੰਦੇ ਸੀ ਵੀ ਸਾਡਾ ਵੀ ਮੁੰਡਾ ਹੈਗਾ, ਛੋਟੀ ਜਿਹੀ ਉਮਰ ਆ ਤੇ ਸਿਆਣਾ ਸੀਗਾ ਤੇ ਮਿਲਣ ਗਿਆ ਸੀਗਾ ਤੇ ਵੀ ਛੋਟੀ ਉਮਰ 'ਚ ਵੀ ਕੰਮ ਵਿੱਚ ਵੀ ਆਪਦੇ ਵੀ ਕਰਾ ਦਿੰਦਾ ਸੀ ਡੈਡੀ ਨਾਲ, ਪਿਤਾ ਜੀ ਨਾਲ, ਤੇ ਸਿਆਣਾ ਬੜਾ ਸੀਗਾ ਤੇ ਮਿਲਣ ਗਿਆ ਸੀ, ਮੁੜ ਕੇ ਵਾਪਸ ਕਰਨ ਨਾਲ ਸ਼ਹੀਦ ਵਾਪਸ ਨਹੀਂ ਆਇਆ। ਤੇ ਕਹਿੰਦੇ ਸੀ ਇਹਨਾਂ ਨੂੰ ਖੂਹ ਕੋਲ ਨਹੀਂ ਲਿਜਾਣਾ, ਮੇਰਾ ਮੁੰਡਾ ਅੱਗੇ ਚਲਾ ਗਿਆ ਖੂਹ ਤੇ, ਵੀ ਅਸੀਂ ਬੱਚਿਆਂ ਨੂੰ ਨਹੀਂ ਲੈ ਕੇ ਜਾਣਾ, ਵੀ ਕੋਈ ਖੂਹ ਛੱਪੜ ਨੇੜੇ ਹੋਣਾ ਨਾ, ਇਹਨਾਂ ਨੂੰ ਨਹੀਂ ਭੇਜਦੇ ਸੀਗੇ। ਉਸ ਵਕਤ ਤੋਂ ਪੁਲਿਸ ਨੇ ਜਿਹੜਾ ਉਹਨਾਂ ਨੂੰ ਕਾਕਾ ਇੰਦਰਜੀਤ ਸਿੰਘ ਨੂੰ ਸੁੱਟ ਦਿੱਤਾ, ਤਸ਼ੱਦਦ ਬਹੁਤ ਕੀਤਾ। ਸਿੱਖ ਫੁਲਵਾੜੀ 'ਚ ਵੀ ਲਿਖਿਆ ਸੀ, ਬਹੁਤ ਤਸੀਹੇ ਦਿੱਤੇ ਗਏ ਉਹਨੂੰ, ਮੁੰਡੇ ਨੂੰ। ਕਹਿੰਦੇ ਵੀ ਇਤਿਹਾਸਕਾਰ ਦੱਸਦੇ ਜਦੋਂ ਉਹਨਾਂ ਨੂੰ ਖੂਹ 'ਚ ਸੁੱਟਿਆ ਗਿਆ, ਉਹਨਾਂ ਦੀ ਬਾਹ ਪਹਿਲਾਂ ਹੀ ਜਿਹੜੀ ਜ਼ਖਮੀ ਸੀ ਉਹ ਤੋੜ ਕੇ ਉਹਨੂੰ ਖੂਹ ਦੇ ਵਿੱਚ ਸੁੱਟਿਆ ਗਿਆ ਤਾਂ ਕਿ ਆਪਣੇ ਵੱਖਰੇ ਰਾਜ ਦੀ, ਜਿਹੜੇ ਵੱਖਰਾ ਇੱਕ ਰਾਜ ਪੰਜਾਬੀ ਸੂਬਾ ਬੋਲਣ ਵਾਲਾ ਸੀ, ਉਹਦੀ ਮੰਗ ਨਾ ਕਰਨ ਲੋਕ। ਮਾਂ ਪਿਓ ਨੂੰ ਇਸ ਗੱਲ ਦਾ ਬੜਾ ਦੁੱਖ ਲੱਗਿਆ ਨਾ ਵੀ ਉਹਨਾਂ ਦਾ ਬੱਚਾ ਚਲਾ ਗਿਆ, ਤੇ ਉਹ ਜਦੋਂ ਫੋਟੋ ਦੇਖਦੇ ਸੀ ਬੜੇ ਪਰੇਸ਼ਾਨ ਹੁੰਦੇ ਸੀ, ਰੋਂਦੇ ਸੀ। ਸਾਡੇ ਮਾਤਾ ਹੀ ਰੋਜ਼ ਰੋਂਦੇ ਸੀ ਉਹਦੀ ਫੋਟੋ ਦੇਖ ਦੇਖ ਕੇ। ਫਿਰ ਅਸੀਂ ਉਹਨਾਂ ਕੋਲੋਂ ਫੋਟੋ ਖੋਹ ਲੈਂਦੇ ਸੀ ਵੀ ਤੁਸੀਂ ਹੁਣ ਜੋ ਹੋ ਗਿਆ ਹੁਣ ਕੀ ਕਰ ਸਕਦੇ ਆ ਆਪਾਂ, ਬਸ ਇਸ ਤਰ੍ਹਾਂ ਹੀ। ਸਾਨੂੰ ਤਾਂ ਇੰਨਾ ਉਹਦੇ ਬਾਰੇ ਇੰਨਾ ਪਤਾ ਨਹੀਂ, ਇੱਦਾਂ ਜਿਵੇਂ ਇਹ ਬਹੁਤ ਮਾਣ ਕਰਨ, ਕਿਉਂਕਿ ਸ਼ਹੀਦੀਆਂ ਜਿਹੜੀਆਂ ਨੇ ਉਸ ਤਰ੍ਹਾਂ ਹੀ ਨਹੀਂ ਮਿਲਦੀਆਂ। ਦੇਖੋ ਕਿੰਨੇ ਲੋਕ ਉਸ ਵਕਤ ਵੀ, 1.25 ਕਰੋੜ ਦੇ ਲਗਭਗ ਆਬਾਦੀ ਜਦੋਂ ਪੰਜਾਬੀ ਸੂਬਾ ਮੋਰਚਾ ਚਾਹੇ ਉਹ ਲੰਗੜਾ ਹੀ ਬਣਿਆ, ਪਰ ਫਿਰ ਵੀ ਤੁਸੀਂ ਕਰਮਾਂ ਵਾਲੇ ਹੋ, ਤੁਸੀਂ ਕਾਕਾ ਇੰਦਰਜੀਤ ਸਿੰਘ ਸ਼ਹੀਦ ਦਾ ਪਰਿਵਾਰ ਹੋ, ਔਰ ਇਹ ਬਹੁਤ ਮਾਣ ਕਰਨ ਵਾਲੀ ਗੱਲ ਆ। ਅੱਜ ਅਸੀਂ ਕਹਿ ਦਿੰਦੇ ਹਾਂ ਅਸੀਂ ਪ੍ਰਾਊਡ ਟੂ ਵੀ ਪੰਜਾਬੀ, ਜਾਂ ਪੰਜਾਬੀ ਹੋਣ ਤੇ ਮਾਣ ਆ, ਬਹੁਤ ਸਾਰੇ ਕਹਿੰਦੇ, ਪਰ ਅਸਲੀ ਮਾਣ ਤੁਹਾਨੂੰ ਹੋਣਾ ਚਾਹੀਦਾ। ਜਦੋਂ ਪੰਜਾਬ ਬਣਿਆ ਉਦੋਂ ਤੁਹਾਡੇ ਜਿਹੜਾ ਖੂਨ ਸੀ, ਤੁਹਾਡਾ ਵੀਰ ਸੀ ਇੰਦਰਜੀਤ ਸਿੰਘ, ਉਹਨਾਂ ਨੇ ਸ਼ਹਾਦਤ ਦਿੱਤੀ। ਚਲੇ ਜਾਣਾ, ਉਹਦਾ ਨਾਮ ਰਹੇਗਾ, ਉਹਦਾ ਤਾਂ ਨਾਮ ਰਹੇਗਾ। ਹੁਣ ਸਾਡੇ ਬੀਬੀ ਪਿਤਾ ਹੀ ਚਲੇ ਗਏ, ਉਹਨਾਂ ਬੱਚੇ ਦਾ ਤਾਂ ਨਾਮ ਰਿਹਾ ਨਾ, ਕਾਕਾ ਇੰਦਰਜੀਤ ਸਿੰਘ ਦੀ, ਉਹਨੇ ਸਦਾ ਹੀ ਰਹਿਣਾ, ਉਹਦਾ ਨਾਮ ਰਹੇਗਾ, ਉਹਦਾ ਨਾਮ ਰੋਸ਼ਨ ਹੋ ਗਿਆ ਬਈ। ਉਹਨੇ ਕੁਰਬਾਨੀ ਕੀਤੀ ਦੇਸ਼ ਕੌਮ ਦੀ ਖਾਤਰ। ਸ਼ਹੀਦਾਂ ਦਾ ਅਮਰ ਰਹਿੰਦਾ। ਹਾਂਜੀ, ਤੇ ਸਾਡਾ ਇੱਥੇ ਆਉਣਾ ਤਾਂ ਹੀ ਹੋਇਆ। ਦੇਖੋ ਤੁਹਾਡੇ ਮਹੱਲੇ 'ਚ ਆਸੇ-ਪਾਸੇ ਕਿੰਨੇ ਘਰ ਆ, 2 ਲੱਖ ਆਬਾਦੀ ਹੋਣੀ ਹੈ ਮੋਗੇ ਦੀ। ਅਸੀਂ ਤੁਹਾਡੇ ਕੋਲੇ ਆਏ ਕਿਉਂਕਿ ਤੁਸੀਂ ਇੱਕ ਸ਼ਹੀਦ ਦਾ ਪਰਿਵਾਰ ਹੋ, ਔਰ ਉਸ ਸ਼ਹੀਦ ਦਾ ਜਦੋਂ ਪੰਜਾਬ ਦੀ ਨੀਂਹ ਰੱਖੀ ਗਈ, ਇੱਕ ਵੱਖਰੇ ਸੂਬੇ ਦੀ ਨੀਂਹ ਰੱਖੀ ਗਈ, ਉਹ ਤੁਹਾਡੇ ਪਰਿਵਾਰ ਦੇ ਹਿੱਸੇ ਆ। ਉਹ ਤਾਂ ਵਿਚਾਰਾ ਬੇਕਸੂਰ, ਉਹ ਤਾਂ ਬੇਕਸੂਰ ਮਾਰਿਆ, ਉਹ ਤਾਂ ਮਿਲਣ ਗਿਆ ਸੀ, ਵਾਪਸ ਨਹੀਂ ਆਇਆ ਘਰ। ਤੇ ਮਾਵਾਂ ਨੂੰ, ਮਾਂ ਪਿਓ ਨੂੰ ਕਿੰਨਾ ਦੁੱਖ ਹੁੰਦਾ। ਤੇ ਮੰਮੀ ਸਾਡੀ ਬਹੁਤ ਰੋਂਦੀ ਸੀ, ਦੱਸਦੀ ਸੀ ਮੇਰਾ ਮੁੰਡਾ ਬੜਾ ਸਿਆਣਾ ਆ, ਤੇ ਛੋਟੀ ਜਿਹੀ ਉਮਰ ਦੇ ਵਿੱਚ ਵੀ ਭਾਂਡੇ ਭੁੰਡੇ ਵੀ ਲੈ ਆਉਂਦਾ ਸੀਗਾ, ਇਸ ਤਰ੍ਹਾਂ ਕਰਕੇ ਸਿਆਣਾ ਬੜਾ ਸੀ। ਕੁਛ ਨਹੀਂ ਬੰਦ ਕਰ ਉਸ ਦੇ ਤਸ਼ੱਦਦ ਕਰਕੇ ਜਿਹੜਾ ਇੰਦਰਜੀਤ ਸਿੰਘ ਨੂੰ ਜਿਹੜਾ ਕਿ ਖੂਹ ਦੇ ਵਿੱਚ ਸੁੱਟ ਕੇ ਸ਼ਹੀਦ ਕੀਤਾ, ਔਰ ਉਹ ਪੰਜਾਬੀ ਸੂਬਾ ਮੋਰਚਾ ਦੀ ਜਿਹੜੀ ਲਹਿਰ ਸੀ ਉਹਦੀ ਭੇਟ ਜਿਹੜਾ ਤੇ ਹੁਸ਼ਿਆਰ ਸੀਗਾ। ਤੇ ਸਾਡੇ ਘਰੇ ਸਾਰੇ ਮਾਸਟਰ ਵੀ, ਮੰਮੀ ਡੈਡੀ ਦੱਸਦੀ ਸੀ, ਸਾਰੇ ਅਫਸੋਸ ਕਰਨ ਆਏ ਸੀਗੇ। ਤੇ ਉਹ ਫਤਿਹ ਸਿੰਘ ਸੰਤ ਹੁੰਦੇ ਸੀ, ਉਹਨਾਂ ਨੇ ਕਿਹਾ ਤੁਸੀਂ ਮਦਦ ਲੈ ਲਓ, ਤੇ ਕਹਿੰਦੇ ਨਹੀਂ ਅਸੀਂ ਨਹੀਂ, ਸਾਡਾ ਮੁੰਡਾ ਹੀ ਜੋ ਚਲਾ ਗਿਆ, ਅਸੀਂ ਕੁਛ ਨਹੀਂ ਲੈਣਾ। ਤਾਂ ਅਸੀਂ ਜਿਹੜਾ ਕਿ ਇੰਦਰਜੀਤ ਸਿੰਘ ਜੀ ਦੇ ਉਹਨਾਂ ਦੇ ਪੋਤਰਿਆਂ ਸਮਾਨ ਹੀ ਨੇ, ਉਹਨਾਂ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਛੋਟੇ ਭਾਈ ਦੇ ਜਿਹੜੇ ਕਿ ਬੇਟੇ ਹੈਗੇ ਆ, ਭਤੀਜੇ ਪੁੱਤ, ਉਹਨਾਂ ਨਾਲ ਗੱਲਬਾਤ ਕਰਾਂਗੇ। ਤੁਹਾਡਾ ਨਾਮ ਕੀ? ਹਰਪ੍ਰੀਤ ਸਿੰਘ। ਹਰਪ੍ਰੀਤ ਸਿੰਘ ਜੀ, ਮੈਂ ਤੁਹਾਨੂੰ ਪੁੱਛਣਾ ਚਾਹਣਾ, ਤੁਸੀਂ ਹੁਣ ਜਵਾਨ ਹੋ, ਹੁਣ ਵੀ ਬਹੁਤ ਸਾਰੀਆਂ ਐਜੀਟੇਸ਼ਨ, ਬਹੁਤ ਸਾਰੀਆਂ ਲਹਿਰਾਂ, ਸੰਘਰਸ਼ ਚੱਲਦੇ ਆ, ਤੁਹਾਨੂੰ ਕਿੰਨਾ ਕੁ ਮਾਣ ਆ? ਤੁਸੀਂ ਉਸ ਪਰਿਵਾਰ ਦੇ ਵਿੱਚੋਂ ਇੰਦਰਜੀਤ ਸਿੰਘ ਜੀ ਜਿਨ੍ਹਾਂ ਨੇ ਪੰਜਾਬੀ ਸੂਬਾ ਮੋਰਚਾ ਦੇ ਵਾਸਤੇ ਕੁਰਬਾਨੀ ਕੀਤੀ। ਸਾਨੂੰ ਬਹੁਤ ਮਾਣ ਹੈ ਜੀ, ਉਹਨਾਂ ਨੇ ਸਾਡੇ ਲਈ ਬਹੁਤ ਕੁਝ ਕੀਤਾ ਗਾ, ਪੰਜਾਬ ਲਈ ਬਹੁਤ ਕੁਝ ਕੀਤਾ ਗਾ। ਉਹ ਪਹਿਲੇ ਸ਼ਹੀਦ ਸੀਗੇ ਜੀ, ਔਰ ਦਰਬਾਰ ਸਾਹਿਬ ਅਜਾਇਬ ਘਰ 'ਚ ਉਹਨਾਂ ਦੀ ਫੋਟੋ ਲੱਗੀ ਹੋਈ ਹੈ ਜੀ। ਉੱਥੇ ਸਾਨੂੰ ਮਾਣ ਮਹਿਸੂਸ ਹੁੰਦਾ ਵੀ ਸਾਡੇ ਤਾਇਆ ਜੀ ਦੀ ਫੋਟੋ ਉੱਥੇ ਲੱਗੀ ਹੈ, ਬਹੁਤ ਮਾਣ ਮਹਿਸੂਸ ਹੁੰਦਾ ਜੀ। ਤਾਂ ਤੁਸੀਂ ਕਰਦੇ ਕੀ ਹੋ? ਮੈਂ ਬੈਂਕ 'ਚ ਕੰਮ ਕਰਦਾ ਜੀ, ਪ੍ਰਾਈਵੇਟ ਨੌਕਰੀ ਕਰਦੇ? ਪ੍ਰਾਈਵੇਟ। ਤਾਂ ਜਦੋਂ ਹੁਣ ਦੇਖੋ ਬਹੁਤ ਸਾਰਾ ਪਹਿਲਾਂ ਮੀਡੀਆ ਦੇ ਵਿੱਚ ਨਹੀਂ ਸੀ ਇਹ ਪਰਿਵਾਰ ਆਇਆ, ਹਾਲਾਂਕਿ ਚਲੋ ਤੁਹਾਡੇ ਰਿਸ਼ਤੇਦਾਰਾਂ ਨੂੰ, ਸਾਕ ਸੰਬੰਧੀਆਂ ਨੂੰ, ਜਿਨ੍ਹਾਂ ਰਾਹੀਂ ਸਾਨੂੰ ਤੁਹਾਡਾ ਪਤਾ ਲੱਗੇ, ਸੁਣਨ ਨਾਲ ਵੀ ਗੱਲਬਾਤ ਕਰਨੀ ਆ, ਉਹਨਾਂ ਨੂੰ ਤੇ ਸੀ। ਪਰ ਜਿਨ੍ਹਾਂ ਨੂੰ ਪਤਾ ਸੀ ਤੁਹਾਡੇ ਬਾਰੇ ਕਦੇ, ਜਾਂ ਤੁਹਾਡੇ ਬਜ਼ੁਰਗਾਂ ਬਾਰੇ, ਜਦੋਂ ਕੋਈ ਪੰਜਾਬੀ ਸੂਬਾ ਮੋਰਚੇ ਦਾ ਦਿਨ ਆਉਣਾ, ਪੰਜਾਬ ਸਰਕਾਰ ਵੀ ਛੁੱਟੀ ਵੀ ਕਰੂਗੀ, ਰਾਸ਼ਟਰੀ ਪੱਧਰ ਦੇ ਪ੍ਰੋਗਰਾਮ ਕੀਤੇ ਜਾਣਗੇ, ਕਦੇ ਤੁਹਾਡੇ ਪਰਿਵਾਰ ਨੂੰ ਬੁਲਾ ਕੇ ਉੱਥੇ ਮਾਣ ਸਨਮਾਨ ਦਿੱਤਾ ਉਹਨਾਂ ਨੇ ਵੀ ਇਹ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਦੇ ਵਾਰਸ? ਨਹੀਂ, ਸਾਨੂੰ ਅੱਜ ਤੱਕ ਨਹੀਂ। ਨਹੀਂ, ਅਖਬਾਰ 'ਚ ਉਹਨਾਂ ਦੀ ਫੋਟੋ ਹੁੰਦੀ ਆ, ਮਹੱਲੇ ਵਾਲੇ ਵਿਖਾ ਕੇ ਜਾਂਦੇ ਆ ਵੀ ਤੁਹਾਡੇ ਤਾਇਆ ਜੀ ਦੀ ਫੋਟੋ ਆਈ ਆ ਅਖਬਾਰ 'ਚ, ਸਿੱਖ ਫੁਲਵਾੜੀ 'ਚ ਆਈ ਆ, ਪਰ ਸਾਨੂੰ ਅੱਜ ਤੱਕ ਕਿਸੇ ਨੇ ਸਰਕਾਰ ਵੱਲੋਂ ਕੋਈ ਨਹੀਂ ਬੁਲਾਵਾ ਆਇਆ।
ਜਿੱਦਾਂ ਮੈਂ ਪਹਿਲਾਂ ਕਿਹਾ ਵੀ ਬੇਸ਼ੱਕ ਸ਼ਹੀਦੀ ਜਿਹੜੀ ਆ ਉਹ ਕਿਸੇ ਵੱਖਰੇ ਮਾਨ ਸਨਮਾਨ ਦੀ ਜਾਂ ਮੈਡਲ ਸ਼ੀਲਡ ਜਾਂ ਪੈਸਿਆਂ ਦੀ ਮੁਹਤਾਜ ਨਹੀਂ ਹੁੰਦੀ, ਨਾ ਹੀ ਸ਼ਹੀਦੀ ਕਿਸੇ ਲਾਲਸਾ ਵਾਸਤੇ ਕੀਤੀ ਹੁੰਦੀ ਹੈ। ਸ਼ਹੀਦੀ ਤਾਂ ਮਰਨ ਮਨਸਾ ਸੂਰਿਆ ਹੱਕ ਹੈ, ਜੋ ਹੋਏ ਮਰਨ ਪ੍ਰਵਾਨੁ। ਜਿਨ੍ਹਾਂ ਨੇ ਮਰਨਾ ਪ੍ਰਵਾਨ ਕਰ ਲਿਆ ਉਹ ਕਰਦੇ ਆਪਣੀ ਕੌਮ ਵਾਸਤੇ, ਆਪਣੀ ਭਾਈਚਾਰੇ ਵਾਸਤੇ, ਆਪਣੇ ਪੰਥ ਵਾਸਤੇ। ਔਰ ਉਹਨਾਂ ਨੇ ਇਸ ਪੰਜਾਬ ਰਾਜ ਦੀ ਸਥਾਪਨਾ ਦੀ ਜਿਹੜੀ ਮੰਗ ਸੀ ਇੱਕ ਪੰਜਾਬੀ ਸੂਬੇ ਮੋਰਚੇ ਦੀ, ਉਹ ਸ਼ਹੀਦੀ ਉਹਦੇ ਵਾਸਤੇ ਹੋਈ ਆ। ਪਰ ਬਾਅਦ ਵਾਲਿਆਂ ਦਾ ਫਰਜ਼ ਕੀ ਬਣਦਾ? ਬਾਅਦ ਵਾਲਿਆਂ ਦਾ ਫਰਜ਼ ਬਣਦਾ ਹੁੰਦਾ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ, ਉਸ ਵਕਤ ਸ਼ਹਾਦਤਾਂ ਦਿੱਤੀਆਂ ਜਦੋਂ ਭਾਰਤੀ ਸਰਕਾਰ ਨੇ ਰੋਕ ਲਾਈ ਹੋਈ ਸੀ ਵੀ ਤੁਸੀਂ ਪੰਜਾਬੀ ਸੂਬਾ ਮੋਰਚਾ ਜਿੰਦਾਬਾਦ ਵੀ ਨਹੀਂ ਕਹਿ ਸਕਦੇ। ਉਸ ਵਕਤ ਕਾਕਾ ਇੰਦਰਜੀਤ ਸਿੰਘ ਨਿੱਕੀ ਉਮਰ ਦਾ 5ਵੀਂ 6ਵੀਂ ਕਲਾਸ ਦਾ ਇੱਕ ਵਿਦਿਆਰਥੀ ਬੱਚਾ ਜਿਹੜਾ ਛੋਟਾ ਜਿਹਾ, ਉਹ ਪੰਜਾਬੀ ਸੂਬਾ ਮੋਰਚਾ ਦੇ ਨਾਅਰੇ ਲਾਵੇ। ਇੱਕ ਦੋ ਫਿਲਮਾਂ ਦੇ ਵਿੱਚ ਉਹਨਾਂ ਨੂੰ ਫਿਲਮਾਂਕਣ ਵੀ ਕੀਤਾ ਗਿਆ ਔਰ ਉਹ ਜੋਸ਼, ਉਹ ਜਜ਼ਬਾ ਪੰਜਾਬੀਆਂ ਦੇ, ਸਿੱਖਾਂ ਦੇ ਖੂਨ ਦੇ ਵਿੱਚ ਬਹੁਤ ਕਮਾਲ ਦਾ ਇੰਦਰਜੀਤ ਸਿੰਘ ਜੀ ਦੇ ਵਿੱਚ ਜਿਹੜਾ ਉਹ ਸੀ। ਤਾਂ ਹੁਣ ਜਿਹੜਾ ਕਿ ਤੁਹਾਨੂੰ ਕੀ ਲੱਗਦਾ ਵੀ ਜਿੱਦਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਅਕਾਲੀ ਦਲ ਵੀ ਆ, ਉਹ ਅਕਾਲੀ ਦਲ ਜਿਨ੍ਹਾਂ ਪੰਜਾਬੀ ਸੂਬਾ ਦੇ ਮੋਰਚਾ ਦੇ ਵਾਸਤੇ ਬਹੁਤ ਜ਼ਿਆਦਾ ਯੋਗਦਾਨ ਪਾਇਆ, ਬੜੀ ਵੱਡੀ ਕੁਰਬਾਨੀ ਹੈ ਉਸ ਵਕਤ ਦੇ ਅਕਾਲੀ ਦਲ ਦੀ, ਤਾਂ ਇਹਨਾਂ ਦਾ ਫਰਜ਼ ਬਣਦਾ ਉਹ ਤੁਹਾਡੇ ਪਰਿਵਾਰ ਦੀ ਜਾਂ ਹੋਰ ਜਿਹੜੇ ਉਸ ਵਕਤ ਸ਼ਹੀਦ ਹੋਏ ਹੋਣ, ਕਮ ਸੇ ਕਮ ਉਹਨਾਂ ਨੂੰ ਸਾਹਮਣੇ ਲਿਆ ਕੇ ਇੱਕ ਇਤਿਹਾਸ ਦੇ ਤੌਰ ਤੇ ਪੇਸ਼ ਤੇ ਕਰੇ ਵੀ ਇਹਨਾਂ ਪਰਿਵਾਰਾਂ ਦੇ ਵੱਡੇ ਵਡੇਰਿਆਂ ਨੇ, ਇਹਨਾਂ ਦੇ ਮੈਂਬਰਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਨੇ। ਪਤਾ ਲੱਗੇ ਅੱਜ ਜਿਨ੍ਹਾਂ ਨੇ ਚੀਚੀ ਨੂੰ ਖੂਨ ਲਵਾਇਆ ਉਹ ਕਹਿੰਦੇ ਜੀ ਅਸੀਂ ਪੰਜਾਬ ਦੇ ਵਾਰਸ ਹਾਂ। ਸਹੀ ਗੱਲ ਹੈ ਜੀ ਤੁਹਾਡੀ। ਉਹਨਾਂ ਦੀ ਫਿਲਮ ਆਈ ਹੈ ਧਰਮ ਯੁੱਧ ਮੋਰਚਾ, ਉਹਨਾਂ ਦਾ ਕਲਿੱਪ ਆਇਆ ਧਰਮ ਯੁੱਧ ਮੋਰਚਾ ਫਿਲਮ ਉਹਨਾਂ ਦੇ ਉੱਪਰ ਬਣੀ ਹੈ ਜੀ। ਉਹਨਾਂ ਦੇ ਵਿੱਚ ਜਕਾਰੇ ਲਗਾਏ ਉਹਨਾਂ ਨੇ ਪੰਜਾਬੀ ਸੂਬਾ ਜਿੰਦਾਬਾਦ ਦੇ, ਔਰ ਉਹਨਾਂ ਨੇ ਬੜਾ ਸਾਨੂੰ ਮਾਣ ਮਹਿਸੂਸ ਹੁੰਦਾ ਜੀ ਵੀ ਸਾਡੇ ਲਈ ਕਿੰਨਾ ਕੁਛ ਕਰਕੇ ਗਏ ਹੈ, ਔਰ ਉਹਨਾਂ ਦਾ ਨਾਮ ਹਮੇਸ਼ਾ ਯਾਦ ਰੱਖਿਆ ਜਾਣਾ ਜੀ। ਬਿਲਕੁਲ ਨਾਮ ਯਾਦ ਰਹੂਗਾ ਔਰ ਸਾਰਿਆਂ ਨੇ ਚਲੇ ਜਾਣਾ। ਜਿਸ ਵਕਤ ਪੰਜਾਬੀ ਸੂਬਾ ਮੋਰਚਾ ਬਣਿਆ 1.25 ਕਰੋੜ ਤੋਂ ਵੱਧ ਆਬਾਦੀ ਪੰਜਾਬ ਦੀ ਸੀ ਔਰ ਉਹਨਾਂ ਦੇ ਵਿੱਚੋਂ ਇੱਕ ਕਾਕਾ ਇੰਦਰਜੀਤ ਸਿੰਘ, ਉਮਰ ਲਗਭਗ 10 ਸਾਲ, 5ਵੀਂ ਕਲਾਸ ਦਾ ਵਿਦਿਆਰਥੀ, ਕਰਨਾਲ ਦੇ ਵਿੱਚ ਜਿਸ ਵਕਤ ਭਾਰਤੀ ਪੁਲਿਸ ਨੇ, ਭਾਰਤੀ ਹੁਕੂਮਤ ਨੇ ਰੋਕ ਲਾਈ ਹੋਈ ਸੀ ਵੀ ਕੋਈ ਪੰਜਾਬੀ ਸੂਬਾ ਮੋਰਚਾ ਜਿੰਦਾਬਾਦ ਨਹੀਂ ਕਹਿ ਸਕਦਾ, ਉਹਨੇ ਜਿਹੜਾ ਕਿ ਬੜੀ ਹਿੰਮਤ ਕੀਤੀ। ਬਹੁਤ ਸਾਰੇ ਉਸ ਵਕਤ ਦੇ ਪੰਜਾਬੀਆਂ ਨੇ ਜਿਨ੍ਹਾਂ ਨੇ ਮਰਦਮਸ਼ੁਮਾਰੀ ਦੇ ਵਿੱਚ ਆਪਣੀ ਭਾਸ਼ਾ ਪੰਜਾਬੀ ਕਹੀ ਔਰ ਪੰਜਾਬ ਲੈਣ ਦੇ ਵਾਸਤੇ ਕੁਰਬਾਨੀਆਂ ਕੀਤੀਆਂ। ਅੱਜ ਵੀ ਸਮੇਂ ਦੀਆਂ ਹਕੂਮਤਾਂ ਨੇ ਜਿਹੜੀਆਂ ਕੁਛ ਨਾਅਰਿਆਂ ਤੇ ਕੁਛ ਜੈਕਾਰਿਆਂ ਦੇ ਉੱਤੇ ਪਾਬੰਦੀਆਂ ਲਾਈਆਂ ਹੋਈਆਂ ਨੇ, ਪਰ ਇਹ ਚੀਜ਼ਾਂ ਸਦੀਵੀ ਨਹੀਂ ਰਹਿੰਦੀਆਂ। ਜਿਹੜੇ ਇਹਨਾਂ ਜੰਜੀਰਾਂ ਨੂੰ ਤੋੜਦੇ ਹੁੰਦੇ ਆ, ਦੁਨੀਆ ਸਦਾ ਉਹਨਾਂ ਨੂੰ ਯਾਦ ਰੱਖਦੀ ਆ। ਕਾਕਾ ਇੰਦਰਜੀਤ ਸਿੰਘ ਨੂੰ ਲੋਕ ਤਾਂ ਹੀ ਯਾਦ ਰੱਖਦੇ ਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਜਿਹੜਾ ਬਣਿਆ ਹੋਇਆ ਸਿੱਖ ਅਜਾਇਬ ਘਰ ਆ, ਉਹਦੇ ਵਿੱਚ ਤਸਵੀਰ ਇੰਦਰਜੀਤ ਸਿੰਘ ਦੀ ਲੱਗੀ ਹੋਈ ਆ, ਨਾ ਕਿ ਉਹਨਾਂ ਨੂੰ ਸ਼ਹੀਦ ਕਰਨ ਵਾਲਿਆਂ ਦੀ ਲੱਗੀ ਹੋਈ ਆ। ਸ਼ਹੀਦ ਭਾਈ ਇੰਦਰਜੀਤ ਸਿੰਘ ਦੇ ਪਰਿਵਾਰ ਦੇ ਨਾਲ ਅਸੀਂ ਇਸ ਵਕਤ ਖਲੋਤੇ ਹੋਏ ਆ। ਤੁਹਾਡਾ ਕੀ ਨਾਮ ਹੈ? ਜਸਲੀਨ ਕੌਰ। ਜਸਲੀਨ ਕੌਰ, ਤੁਸੀਂ ਇੰਦਰਜੀਤ ਸਿੰਘ ਜੀ ਦੇ ਭਤੀਜੀ ਹੋ। ਹਾਂਜੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅੱਜ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ। 21 ਸਤੰਬਰ ਨੂੰ ਉਹਨਾਂ ਦੀ ਸ਼ਹੀਦੀ ਹੋਈ ਸੀ। 1 ਨਵੰਬਰ ਨੂੰ ਪੰਜਾਬੀ ਸੂਬਾ ਮੋਰਚਾ, ਪੰਜਾਬ ਡੇ ਜਿਹਨੂੰ ਅਸੀਂ ਆਨੇ, ਪੰਜਾਬ ਜਿੱਦਣ ਬਣਿਆ ਉਹ ਆ ਰਿਹਾ। ਤੁਹਾਡਾ ਸੁਨੇਹਾ ਕੀ ਹੈ ਉਹਨਾਂ ਨੂੰ ਜਿਹੜੇ ਗੁੰਮਨਾਮ ਸ਼ਹੀਦ ਨੇ? ਜਿੱਦਾਂ ਭਾਈ ਇੰਦਰਜੀਤ ਸਿੰਘ ਤਸਵੀਰਾਂ 'ਚ ਸ਼ਹੀਦ ਹੈ, ਤੁਹਾਡੇ ਮਹੱਲੇ ਵਾਲੇ ਤੁਹਾਨੂੰ ਦਿਖਾਉਂਦੇ ਵੀ ਤੁਹਾਡੇ ਪਰਿਵਾਰ ਦੀ ਫੋਟੋ ਲੱਗੀ ਆ, ਪਰ ਉਹ ਇਕੱਲਾ ਅਖਬਾਰਾਂ ਦੀਆਂ ਸੁਰਖੀਆਂ ਬਣ ਕੇ ਰਹਿ ਜਾਂਦੇ। ਸਾਨੂੰ ਵੀ ਉਹਨਾਂ ਨਾਲ ਮੀਨਸ ਯੋਗਦਾਨ ਤਾਂ ਪਾਉਣਾ ਚਾਹੀਦਾ ਨਾ, ਸਾਰਿਆਂ ਨੂੰ ਪਤਾ ਤਾਂ ਲੱਗਣਾ ਚਾਹੀਦਾ ਕਿ ਆਪ ਸ਼ਹੀਦਾਂ ਨਾਲ ਰਿਲੇਟਡ ਪਰਿਵਾਰ ਹੈਗਾ, ਪਰ ਬਹੁਤ ਮਾਣ ਵਾਲੀ ਗੱਲ ਹੈਗੀ ਹੈ ਕਿ ਉਹ ਸਾਡੇ ਤਾਇਆ ਜੀ ਹੈਗੇ ਆ। ਹਾਂਜੀ, ਤੁਹਾਨੂੰ ਮਾਣ ਹੁੰਦਾ। ਤਾਂ ਸ਼ਹੀਦੀਆਂ ਸਦਾ ਹੀ ਮਾਣ ਕਰਨ ਯੋਗ ਹੁੰਦੀਆਂ ਨੇ। ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਇਸ ਵਕਤ ਜਿਹੜੀ ਆ ਉਹ ਗੱਲਬਾਤ ਕਰ ਰਹੇ ਹਾਂ। ਤੁਹਾਡਾ ਨਾਮ ਕੀ ਹੈ? ਅਮਰਜੀਤ ਕੌਰ। ਤੁਸੀਂ ਉਹਨਾਂ ਦੇ ਛੋਟੇ ਭੈਣ ਜੀ ਹੋ? ਹਾਂ, ਮੈਂ ਛੋਟੀ ਹਾਂ, ਮੇਰਾ ਜਨਮ ਹੀ ਬਾਅਦ ਚ ਹੋਇਆ, ਕਾਫੀ ਸਾਲਾਂ ਬਾਅਦ। ਸ਼ਹੀਦੀ ਤੋਂ ਹੀ ਬਾਅਦ? ਹਾਂ, ਕਾਫੀ ਸਾਲਾਂ ਬਾਅਦ ਹੋਇਆ ਆ ਜੀ। ਹਾਂਜੀ। ਤਾਂ ਤੁਸੀਂ ਕੀ ਸੋਚਦੇ ਹੋ ਉਹਨਾਂ ਦੀ ਸ਼ਹੀਦੀ ਬਾਰੇ? ਜਦੋਂ ਘਰ 'ਚ ਗੱਲਾਂ ਬਾਤਾਂ ਚੱਲਦੀਆਂ ਸੀ ਤਾਂ ਦੁੱਖ ਲੱਗਦਾ ਵੀ ਇੰਨੇ ਵਧੀਆ ਮੇਰੇ ਬ੍ਰਦਰ ਸੀਗੇ, ਵੀ ਇੰਨਾ ਮੈਨੂੰ ਮਾਣ ਹੈ ਉਹਨਾਂ ਤੇ। ਹਾਂਜੀ, ਮਾਣ ਵੀ ਆ ਵੀ ਉਹਨਾਂ ਨੇ ਜਿਹੜੀ ਸ਼ਹਾਦਤ ਦਿੱਤੀ। ਜਾਣਾ ਸਭ ਨੇ ਆ, ਪਰ ਉਹਨਾਂ ਦੀ ਸ਼ਹਾਦਤ ਜਿਹੜੀ ਪੰਜਾਬੀ ਦੁੱਖ ਹੁੰਦਾ ਵੀ ਜਦੋਂ ਵਿਚਾਰੇ ਗਏ ਤੇ ਮੁੜ ਕੇ ਵਾਪਸ ਨਹੀਂ ਆਏ, ਇਹ ਬਹੁਤ ਦੁੱਖ ਹੁੰਦਾ ਆ। ਤਾਂ ਬਹੁਤ ਸਾਰੇ ਜਦੋਂ ਲਹਿਰਾਂ ਚੱਲਦੀਆਂ ਨੇ, ਸੰਘਰਸ਼ ਚੱਲਦੇ ਆ, ਘਰਾਂ 'ਚੋਂ ਜਾਂਦੇ ਆ, ਉਹ ਮੁੜ ਕੇ ਨਹੀਂ ਆਉਂਦੇ। ਪਰਿਵਾਰ ਦੇ ਵਾਸਤੇ ਜਿਹੜਾ ਇੱਕ ਮੈਂਬਰ ਦਾ ਵਿਛੜ ਜਾਣਾ ਸਦਾ ਹੀ ਦੁਖਦਾਈ ਹੁੰਦਾ, ਪਰ ਕੌਮਾਂ ਦੇ ਵਾਸਤੇ ਉਹ ਲਹਿਰਾਂ ਦੇ ਵਿੱਚ ਉਹ ਜਿਹੜੇ ਕਿ ਹੀਰੇ ਸਾਬਤ ਹੁੰਦੇ ਆ। ਜਦੋਂ ਮਹਿਲ ਉਸਾਰਿਆ ਜਾਂਦਾ ਕਿਸੇ ਕੌਮ ਦਾ, ਕਿਸੇ ਜਿਹੜਾ ਕਿ ਭਾਈਚਾਰੇ ਦਾ, ਤਾਂ ਉਹਦੇ ਵਿੱਚ ਇੰਦਰਜੀਤ ਸਿੰਘ ਦੀ ਜਿਹੜੀ ਇਹ ਨਾਮ ਸਦਾ ਹੀ ਆਊਗਾ। ਤੁਹਾਡਾ ਕੀ ਨਾਮ ਹੈ? ਅਮਰਜੀਤ ਕੌਰ। ਤੁਸੀਂ ਉਹਨਾਂ ਦੇ ਭਾਬੀ ਲੱਗਦੇ ਛੋਟੇ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਰਕਾਰਾਂ ਨੂੰ ਤੁਹਾਡਾ ਕੀ ਸੁਨੇਹਾ? ਕਿਉਂਕਿ ਜਦੋਂ ਅਸੀਂ 47 ਦੀ ਗੱਲ ਕਰਦੇ ਹਾਂ ਤਾਂ ਸਰਕਾਰਾਂ ਕਹਿੰਦੀਆਂ ਵੀ ਆਜ਼ਾਦੀ ਦਿਨ ਆਇਆ, ਗਿੱਧੇ ਭੰਗੜੇ ਪਾਏ ਜਾਂਦੇ ਆ, ਨੱਚ ਗਾ ਕੇ ਆਜ਼ਾਦੀ ਦਿਨ ਮਨਾਇਆ ਜਾਂਦਾ, ਪਰ ਉਸ ਦਿਨ ਲੱਖਾਂ ਲੋਕ ਜਿਹੜੇ ਬੇਘਰੇ ਵੀ ਹੋਏ,
ਲੱਖਾਂ ਜਿਹੜੀਆਂ ਲਾਸ਼ਾਂ ਨੇ ਸੜਕਾਂ ਦੇ ਉੱਤੇ ਰੁਲਦੀਆਂ ਵੀ ਰਹੀਆਂ। ਬਜ਼ੁਰਗ ਤੇ ਉਹਨੂੰ ਉਜਾੜਾ ਕਹਿੰਦੇ ਹੁੰਦੇ ਸੀ। ਅੱਜ ਕੱਲ੍ਹ ਚਲੋ ਆਜ਼ਾਦੀ ਦਿਵਸ ਕਹਿ ਦਿੰਦੇ ਆ, ਕਹਿ ਦੇਣ ਭਾਈ, ਪਰ ਜਿੱਦਾਂ ਪੰਜਾਬੀ ਸੂਬਾ ਮੋਰਚਾ ਜਦੋਂ ਬਣਿਆ ਬਹੁਤ ਸਾਰੀਆਂ ਕੁਰਬਾਨੀਆਂ ਹੋਈਆਂ। ਅੱਜ ਪੰਜਾਬੀ ਸੂਬਾ ਦਿਵਸ, ਪੰਜਾਬ ਡੇ ਜਿਹੜਾ ਨੱਚ ਗਾ ਕੇ ਮਨਾਇਆ ਜਾਊਗਾ, ਤਾਂ ਤੁਹਾਡੇ ਪਰਿਵਾਰਾਂ ਦਾ, ਜਿਸ ਪਰਿਵਾਰ ਦੇ ਨਾਲ ਤੁਹਾਡਾ ਰਿਸ਼ਤਾ ਜੁੜ ਗਿਆ, ਉਹਦੇ ਵਿੱਚੋਂ ਕਾਕਾ ਇੰਦਰਜੀਤ ਸਿੰਘ ਸ਼ਹੀਦ ਆ, ਸਰਕਾਰਾਂ ਦਾ ਕੀ ਫਰਜ਼ ਬਣਦਾ ਇਹਨਾਂ ਪਰਿਵਾਰਾਂ ਦੇ ਲਈ ਕੁਛ ਨਾ ਕੁਛ ਮਾਣ ਸਨਮਾਨ? ਕਮ ਸੇ ਕਮ ਅਸੀਂ ਪਹਿਲਾਂ ਵਾਰ-ਵਾਰ ਕਹਿ ਚੁੱਕੇ, ਤੁਸੀਂ ਨਹੀਂ ਮੰਗਦੇ ਨਾ, ਤੁਸੀਂ ਸ਼ਹਾਦਤ ਉਸ ਚੀਜ਼ ਦੀ ਮੁਹਤਾਜ ਆ, ਪਰ ਫਰਜ਼ ਤਾਂ ਬਣਦਾ ਨਾ ਸਰਕਾਰਾਂ ਦਾ, ਜਿਹੜੇ ਅੱਜ ਰਾਜ ਕਰ ਰਹੇ ਆ ਵੀ ਅਸੀਂ ਪੰਜਾਬ ਦੇ ਵਾਰਸ ਆ, ਮੈਂ ਪੰਜਾਬ ਦਾ ਵਾਰਸ ਆ। ਬਸ ਉਹਨਾਂ ਦਾ ਪਿਤਾ ਜੀ ਹੁਣ ਸਾਨੂੰ ਦੱਸਦੇ ਸੀ ਕਿ ਮਤਲਬ ਬਹੁਤ ਲਾਇਕ ਹੈ। ਅਸੀਂ ਮਤਲਬ ਜਾਂਦੇ ਸੀਗੇ, ਮਤਲਬ ਮੰਡੀ ਜਾਂਦੇ ਸੀ, ਵਿੱਚੋਂ ਚਾਹ ਪਾਣੀ ਲੈ ਕੇ ਜਾਂਦੇ ਸੀਗੇ ਤੇ ਸਾਡਾ ਬਹੁਤ ਖਿਆਲ ਰੱਖਦਾ ਸੀਗਾ। ਮਤਲਬ ਇੰਨਾ ਲਾਇਕ ਬੱਚਾ, ਮੈਂ ਅਗਰ ਉਹ ਹੁੰਦੇ ਅੱਜ ਸਾਡੇ ਘਰ ਤੇ ਸਾਡੇ ਘਰ ਦੀ ਬਹੁਤ ਸਥਿਤੀ ਵਧੀਆ ਹੋਣੀ ਸੀਗੀ। ਲੇਕਿਨ ਅੱਜ ਉਹਨਾਂ ਦਾ ਬਹੁਤ ਦੁੱਖ ਹੋ ਰਿਹਾ। ਮੇਰੀ ਮੰਮੀ ਸੱਸ ਜੀ ਉਹ ਬੜਾ ਰੋਂਦੇ ਹੁੰਦੇ ਸੀਗੇ, ਉਹ ਗੱਲਾਂ ਦੱਸਦੇ ਹੁੰਦੇ ਸੀ ਸਾਨੂੰ। ਪਿਤਾ ਜੀ ਵੀ ਰੋਂਦੇ ਹੁੰਦੇ, ਅੰਦਰ ਅੰਦਰ ਰੋਂਦੇ ਹੁੰਦੇ ਸੀਗੇ ਗੱਲ ਦੱਸ ਕੇ। ਪਰ ਉਹਨਾਂ ਦਾ ਦੁੱਖ ਹਜੇ ਵੀ ਸਾਨੂੰ ਵੀ ਲੱਗਦਾ ਜਦੋਂ ਅਸੀਂ ਤਸਵੀਰਾਂ ਦੇਖਦੇ ਹਾਂ, ਫੋਟੋਆਂ ਵੇਖਦੇ ਹਾਂ, ਬਹੁਤ ਅੱਛਾ ਲੱਗਦਾ। ਤੇ ਜਦੋਂ ਪੱਗ ਵੀ ਕਹਿੰਦੇ ਸੀ, ਪੱਗ ਵੀ ਆਪਣੇ ਆਪ ਬਣਾ ਕੇ ਆਉਂਦਾ ਹੁੰਦਾ ਸੀਗਾ, ਬਹੁਤ ਸੋਹਣੀ ਪੱਗ ਵੀ ਬੰਨਦੇ ਸੀਗੇ। ਤੇ ਅੱਜ ਹੁਣ ਉਹ ਸਾਡੇ 'ਚ ਨਹੀਂ ਹੈਗਾ, ਪਰ ਸਾਡੀ ਯਾਦ ਉਹਨਾਂ ਸਾਡੇ ਵਿੱਚ ਹੈਗੀ ਆ, ਉਹਨਾਂ ਦੀ ਯਾਦ। ਤਾਂ ਜਿਹੜੇ ਲਾਇਕ ਪੁੱਤ ਹੁੰਦੇ ਆ, ਉਹੀ ਕੌਮਾਂ ਦੀ, ਭਾਈਚਾਰੇ ਦੀ, ਆਪਣੇ ਸਮਾਜ ਦੀ ਜਿਹੜੀ ਆ ਉਹ ਇੱਜ਼ਤ ਮਾਣ ਦੇ ਵਾਸਤੇ ਆਪਣੀ ਜਾਨ ਤੱਕ ਵੀ ਕੁਰਬਾਨ ਕਰ ਦਿੰਦੇ ਆ। ਮੋਗੇ ਦਾ ਕੁਛ ਸੱਜਣ ਸਾਡੇ ਨਾਲ ਮੌਜੂਦ ਨੇ, ਜਿਨ੍ਹਾਂ ਦੀ ਬਦੌਲਤ ਅਸੀਂ ਇਸ ਪਰਿਵਾਰ ਦੇ ਨਾਲ ਸੰਪਰਕ ਸਾਧ ਸਕੇ, ਔਰ ਕਿਵੇਂ ਇਹਨਾਂ ਤੱਕ ਸਾਡਾ ਆਉਣਾ ਹੋਇਆ ਸੀ ਉਹ ਵੀ ਗੱਲਬਾਤ ਕਰਾਂਗੇ, ਔਰ ਇਹ ਕੀ ਸੋਚਦੇ ਨੇ। ਇੱਧਰ ਸਾਡੇ ਜਿਹੜੇ ਸਰਦਾਰ ਸਾਹਿਬ ਖਲੋਤੇ ਆ, ਇਹ ਇਹਨਾਂ ਦੇ ਪਰਿਵਾਰ ਦੇ ਨਾਲ ਪੁਰਾਣੀ ਜਾਣ ਪਹਿਚਾਣ, ਔਰ ਇਹਨਾਂ ਦਾ ਜਿਹੜਾ ਪੁਰਾਣਾ ਘਰ ਸੀ ਜਿੱਥੇ ਇੰਦਰਜੀਤ ਸਿੰਘ ਜੀ ਦਾ ਜਨਮ ਹੋਇਆ, ਜਿੱਥੇ ਉਹਨਾਂ ਦਾ ਬਚਪਨ ਬੀਤਿਆ, ਜਿਸ ਸਕੂਲ ਦੇ ਵਿੱਚ ਉਹ ਪੜ੍ਹਦੇ ਰਹੇ, ਅਸੀਂ ਉਹਨਾਂ ਬਾਰੇ ਕੁਝ ਗੱਲਾਂ ਬਾਤਾਂ ਕਰਾਂਗੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਤੁਹਾਡਾ ਨਾਮ? ਮੇਰਾ ਨਾਮ ਬਲਜਿੰਦਰ ਸਿੰਘ ਸਹਿਗਲ ਹੈ ਜੀ। ਤੇ ਇਹ ਕਾਕਾ ਇੰਦਰਜੀਤ ਸਿੰਘ ਦਾ ਜਿੱਥੇ ਘਰ ਰਹਿੰਦਾ ਸੀ, ਪਰਿਵਾਰ ਰਹਿੰਦਾ ਸੀ, ਉਹਦੇ ਬਿਲਕੁਲ ਨਾਲ ਹੀ ਸਾਡਾ ਘਰ ਸੀ। ਮੁਹੱਲਾ ਖਹਿਰਿਆਂ ਵਾਲੇ ਦੇ ਵਿੱਚ, ਇੱਥੋਂ ਨਜ਼ਦੀਕ ਹੀ ਹੈ ਜਿੱਥੇ ਇਹਨਾਂ ਦਾ ਰਿਹਾਇਸ਼ ਸੀਗੀ। ਤੇ ਅਸੀਂ ਇਕੱਠੇ ਹੀ ਉੱਥੇ ਪੜ੍ਹਦੇ ਸੀ। ਖਾਲਸਾ ਸਕੂਲ ਦੀ ਬ੍ਰਾਂਚ ਸੀਗੀ ਪੱਤੀ ਅਸੰਗ ਦੇ ਵਿੱਚ, ਉੱਥੇ ਅਸੀਂ ਪੜ੍ਹਦੇ ਹੁੰਦੇ ਸੀ। ਉਸ ਤੋਂ ਬਾਅਦ ਕਾਕਾ ਇੰਦਰਜੀਤ ਸਿੰਘ ਸੀ ਜਿਹੜੇ ਮੇਨ ਖਾਲਸਾ ਸਕੂਲ ਦੇ ਚਲੇ ਗਏ ਸੀਗੇ। ਜਿਸ ਵੇਲੇ ਉਹ ਸ਼ਹੀਦ ਹੁੰਦੇ ਆ ਤੇ ਉਸ ਵੇਲੇ ਤਕਰੀਬਨ ਉਹ 5ਵੀਂ ਦੇ ਵਿੱਚ ਪੜ੍ਹਦੇ ਸੀ ਜੀ। ਤੇ ਸਾਡਾ ਕਿਉਂਕਿ ਉਸ ਪਰਿਵਾਰ ਦੇ ਨਾਲ ਮੇਲ ਜੋਲ ਸੀ, ਇਕੱਠੇ ਰਹਿੰਦੇ ਸੀ ਤੇ ਇਕੱਠੇ ਪੜ੍ਹਦੇ ਵੀ ਸੀ। ਤੇ ਇਕੱਠੇ ਪੜ੍ਹਦੇ ਹੋਣ ਕਰਕੇ ਸਾਡਾ ਇਸ ਪਰਿਵਾਰ ਨਾਲ ਜ਼ਿਆਦਾ ਪਿਆਰ ਹੋਣ ਕਰਕੇ ਤੇ ਉਹਦੇ ਸੁਭਾਅ ਬਾਰੇ, ਉਹਦੇ ਨਾਲ ਹੱਸਣ ਖੇਡਣ ਕਰਕੇ, ਬੈਠਣ ਉੱਠਣ ਕਰਕੇ ਸਾਨੂੰ, ਉਹ ਜਿਸ ਵੇਲੇ ਘਟਨਾ ਵਾਪਰਦੀ ਹੈ ਤਾਂ ਆਪਣੇ ਭੂਆ ਜੀ ਕੋਲ ਗਏ ਹੋਏ ਸੀ ਕਿ ਕਰਨਾਲ ਜੀ। ਤੇ ਸ਼ਾਮ ਦਾ ਵੇਲਾ ਸੀ ਜਿਸ ਵੇਲੇ ਉਹਨਾਂ ਦੀ ਸ਼ਹੀਦੀ ਹੁੰਦੀ ਹੈ ਤੇ ਲਾਠੀ ਚਾਰਜ ਹੁੰਦਾ ਹੈ, ਗੋਲੀ ਚੱਲਦੀ, ਆਂਸੂ ਗੈਸ ਛੱਡੀ ਜਾਂਦੀ ਹੈ ਤੇ ਉਹ ਸ਼ਹੀਦ ਹੋ ਜਾਂਦੇ ਹੈਗੇ, ਖੂਹ ਦੇ ਵਿੱਚ ਡਿੱਗਦੇ, ਗੋਲੀ ਵੱਜ ਜਾਂਦੀ ਹੈ। ਜਦੋਂ ਉਹਨਾਂ ਦੀ ਡੈੱਡ ਬਾਡੀ ਆਉਂਦੀ ਹੈ ਤੇ ਉਹ ਜਿਹੜਾ ਉਸ ਵੇਲੇ ਦਾ ਬਹੁਤ ਜ਼ਿਆਦਾ ਸੋਗਮਈ ਮਾਹੌਲ ਸੀ। ਯਾਦ ਹੈ ਉਹ ਸਮਾਂ? ਕਿਉਂਕਿ ਮੇਰੀ ਉਮਰ ਵੀ ਉਸ ਵੇਲੇ ਕੋਈ ਛੋਟੀ ਸੀਗੀ, ਕੋਈ ਜ਼ਿਆਦਾ ਵੱਡੀ ਨਹੀਂ ਸੀ, ਪਰ ਉਹ ਇੱਕ ਚੇਤਿਆਂ ਦੇ ਵਿੱਚ ਉਕਰੀ ਹੋਈ ਗੱਲ ਹੈਗੀ ਹੈ। ਕਿਉਂਕਿ ਉਸ ਵੇਲੇ ਦਾ ਜਿਹੜਾ ਗਮਗੀਨ ਮਾਹੌਲ ਸੀ, ਜੋ ਇਕੱਠ ਸੀਗਾ, ਉਹ ਅੱਜ ਵੀ ਮੈਨੂੰ ਬਿਲਕੁਲ ਹੂਬਹੂ ਉਸੇ ਤਰ੍ਹਾਂ ਹੀ ਯਾਦ ਹੈਗਾ ਜੀ। ਉਹਦਾ ਸੁਭਾਅ, ਉਹਦਾ ਹੱਸੂ ਕਰਦਾ ਚਿਹਰਾ, ਤੇ ਉਹ ਅੱਜ ਵੀ ਜਦੋਂ ਉਹ ਘਟਨਾ ਯਾਦ ਆਉਂਦੀ ਹੈ ਤੇ ਅੱਖਾਂ ਦੇ ਸਾਹਮਣੇ ਆ ਜਾਂਦਾ ਹੈਗਾ ਜੀ। ਉਹ ਕਈ ਵਾਰੀ ਅੰਮ੍ਰਿਤਸਰ ਸਾਹਿਬ ਜਦੋਂ ਜਾਣ ਦਾ ਮੌਕਾ ਮਿਲਦਾ, ਦਰਬਾਰ ਸਾਹਿਬ ਦੇ ਵਿੱਚ, ਤਾਂ ਉੱਥੇ ਦਰਬਾਰ ਸਾਹਿਬ ਅਜਾਇਬ ਘਰ ਸਾਹਿਬ ਦੇ ਵਿੱਚ ਫੋਟੋ ਲੱਗੀ ਹੋਈ ਹੈਗੀ ਹੈ ਜੀ। ਉੱਥੇ ਵੀ ਮੈਂ ਜਿਹੜੇ ਉੱਥੇ ਦੇ ਮੈਨੇਜਰ ਨੇ ਉਹਨਾਂ ਕੋਲ ਵੀ ਕੁਐਸਚਨ ਪੁੱਟ ਕੀਤਾ ਸੀ ਕਿ ਜਿਹੜਾ ਪਰਿਵਾਰ, ਜਿਹੜਾ ਬੱਚਾ ਹੈ, ਇਹ ਕੌਣ ਹੈ? ਕਹਿੰਦੇ ਜੀ ਇਹ ਕਾਕਾ ਇੰਦਰਜੀਤ ਸਿੰਘ ਹੈ ਮੋਗੇ ਤੋਂ। ਮੈਂ ਕਿਹਾ ਇਹਨਾਂ ਦੇ ਪਰਿਵਾਰ ਬਾਰੇ ਕਦੀ ਪੁੱਛਿਆ ਤੁਸੀਂ? ਕਹਿੰਦੇ ਨਹੀਂ ਜੀ ਅਸੀਂ ਨਹੀਂ ਜਾਣਦੇ। ਫਿਰ ਉਦੋਂ ਉੱਥੇ ਵੀ ਮੈਂ ਉਹਨਾਂ ਨੂੰ ਦੱਸ ਕੇ ਆਇਆ ਸੀ ਵੀ ਇਹਨਾਂ ਦਾ ਪਰਿਵਾਰ ਮੋਗੇ ਰਹਿੰਦਾ ਹੈ ਤੇ ਬਿਲਕੁਲ ਸਿੰਪਲ ਪਰਿਵਾਰ ਹੈਗਾ ਜੀ, ਹੈਂਡ ਟੂ ਮਾਊਥ ਪਰਿਵਾਰ ਹੈਗਾ। ਤੇ ਅੱਜ ਤੱਕ ਕਦੀ ਵੀ ਕਿਸੇ ਵੀ ਸਰਕਾਰ ਨੇ, ਚਾਹੇ ਕੋਈ ਵੀ ਆਈ ਹੈਗੀ ਹੈ, ਉਹਨੇ ਕਦੀ ਵੀ ਇਹਨਾਂ ਦੀ ਕੋਈ ਗੱਲ ਪੁੱਛੀ ਨਹੀਂ, ਕਦੀ ਕੋਈ ਬਣਦਾ ਮਾਨ ਸਨਮਾਨ ਨਹੀਂ ਮਿਲਿਆ ਹੈਗਾ ਜੀ। ਅੱਜ ਤੱਕ ਇਹਨਾਂ ਨੇ ਆਪ ਹੀ ਕਮਾਇਆ ਹੈਗਾ ਤੇ ਆਪ ਹੀ ਬਣਾਇਆ ਹੈਗਾ ਸਾਰਾ। ਬਿਲਕੁਲ ਕਿਸੇ ਨੇ, ਖਾਸ ਤੌਰ ਤੇ ਜਿਹੜੀ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੈ, ਜਿਸ ਲਹਿਰ ਦੇ ਵਿੱਚ ਉਹ ਸ਼ਹੀਦ ਹੋਏ, ਜਿਸ ਲਹਿਰ ਨੂੰ ਉਹ ਚਲਾਉਣ ਵਾਲੀ ਪਾਰਟੀ ਸੀ, ਉਹਨੇ ਵੀ ਕਦੀ ਮਾਨ ਸਨਮਾਨ ਨਹੀਂ ਦਿੱਤਾ। ਮੇਰੇ ਮੁਰਾਦ ਹੈ ਸ਼੍ਰੋਮਣੀ ਅਕਾਲੀ ਦਲ ਤੋਂ। ਉਸ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸ਼ਹੀਦਾਂ ਨੂੰ ਜਿਹੜਾ ਵਿਸਾਰਿਆ ਹੋਇਆ। ਤੇ ਅੱਜ ਜੇ ਵੇਖਿਆ ਜਾਵੇ ਤਾਂ ਮੋਗੇ ਦੇ ਜਿੱਥੋਂ ਦੇ ਰਹਿਣ ਵਾਲੇ ਨੇ, ਵਸਨੀਕ ਨੇ, ਉਹਨਾਂ ਦੇ ਆਂਢ ਗੁਆਂਢ ਵੀ ਬਹੁਤੇ ਜਿਹੜੇ ਲੋਕ ਨੇ ਉਹ ਇਸ ਘਟਨਾ ਨੂੰ ਨਹੀਂ ਜਾਣਦੇ। ਪਰ ਮੇਰੇ ਨਾਲ ਕਿਉਂਕਿ ਉਸ ਦਾ ਅਸੀਂ ਰਲ ਕੇ ਖੇਡੇ ਹੋਏ ਸੀਗੇ, ਬਚਪਨ ਦੇ ਵਿੱਚ ਰਲ ਕੇ ਰਹਿੰਦੇ ਸੀ, ਤੇ ਉਹ ਮੇਰੇ ਚੇਤਿਆਂ ਦੇ ਵਿੱਚ ਉਕਰਿਆ ਹੋਇਆ। ਅੱਜ ਵੀ ਉਹ ਜਦੋਂ ਗੱਲ ਯਾਦ ਆਉਂਦੀ ਹੈ ਤਾਂ ਮੈਨੂੰ ਲੱਗਦੀ ਹੈ ਕਿ ਉਹ ਹੁਣੇ ਵਾਪਰੀ ਹੈਗੀ ਆ ਜੀ। ਹਾਂ,
ਇਹ ਜਦੋਂ ਉਹ ਇੱਕ ਸਮਾਂ ਸੀਗਾ ਥੋੜਾ ਜਿਹਾ, ਕਿਉਂਕਿ ਅਸੀਂ ਪਰਿਵਾਰ ਨਾਲ ਗੱਲਬਾਤ ਕੀਤੀ, ਪਰਿਵਾਰ ਜਿੱਦਾਂ ਉਹਨਾਂ ਦੇ ਭੈਣ ਜੀ ਉਹਨਾਂ ਦਾ ਜਨਮ ਵੀ ਉਸ ਤੋਂ ਬਾਅਦ ਹੋਇਆ, ਤੁਸੀਂ ਉਹਨਾਂ ਨਾਲ ਖੇਡੇ ਹੋ, ਤਾਂ ਉਹ ਸਮਾਂ ਜਦੋਂ ਪੰਜਾਬੀ ਸੂਬਾ ਮੋਰਚਾ ਜਿੰਦਾਬਾਦ ਦੇ ਨਾਰੇ ਤੇ ਜਿਹੜੀ ਆ ਰੋਕ ਲਾਈ ਹੋਈ ਸੀ, ਜਿੱਦਾਂ ਕਹਿੰਦੇ ਬੈਨ ਸੀ, ਇਹ ਨਾਰਾ ਲਾ ਨਹੀਂ ਸਕਦੇ, ਪਰ ਉਦੋਂ ਇੱਕ ਪੰਜਾਬੀ ਸੂਬੇ ਦੀ ਮੰਗ ਚੱਲ ਰਹੀ ਸੀ, ਅਕਾਲੀ ਦਲ ਜਿਹੜਾ ਇਹਦੀ ਅਗਵਾਈ ਕਰ ਰਿਹਾ ਸੀ, ਔਰ ਉਹ ਕਿਸ ਤਰ੍ਹਾਂ ਦਾ ਮਾਹੌਲ ਸੀ ਜਦੋਂ ਉਹਨਾਂ ਦੀ ਜਿਹੜੀ ਹੈ ਉਹ ਸਰੀਰ ਇੱਥੇ ਲੈ ਕੇ ਆਂਦਾ, ਲੋਕਾਂ ਦੇ ਵਿੱਚ ਕਿੰਨਾ ਕੁ ਜਿਹੜਾ ਉਹ ਜਨੂਨ ਸੀ ਔਰ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ? ਕਿਉਂਕਿ ਨਾ ਉਦੋਂ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਕੋਈ ਜਾਗਰੂਕਤਾ ਨਹੀਂ ਸੀ ਹੈ। ਸਿਰਫ ਉਦੋਂ ਤਾਂ ਇੰਨੀ ਗੱਲ ਹੀ ਸੀ ਕਿ ਵੀ ਇਹ ਬੱਚਾ ਜਿਹੜਾ ਸ਼ਹੀਦ ਹੋ ਗਿਆ ਹੈਗਾ ਜੀ, ਇਸ ਮੋਰਚੇ ਦੇ ਵਿੱਚ ਹੋ ਗਿਆ ਹੈ ਜੀ, ਅਕਾਲੀਆਂ ਨੇ ਮੋਰਚਾ ਲਗਾਇਆ ਹੋਇਆ ਸੀ, ਤਾਂ ਉਹ ਜਿਹੜਾ ਇਕੱਠ ਸੀ ਜਾਂ ਮੁਹੱਲੇ ਦਾ ਇਕੱਠ ਸੀ ਜਾਂ ਬਾਹਰੋਂ ਅਕਾਲੀ ਵਰਕਰ ਆਏ ਹੋਏ ਸੀ, ਉਹੀ ਸੀਗੇ ਜੀ। ਤੇ ਉਸ ਵੇਲੇ ਸਿਰਫ ਮੁਹੱਲੇ ਦੀ ਹਮਦਰਦੀ ਵਜੋਂ ਸੀ ਨਾਲ ਸਾਰਾ ਜੀ, ਔਰ ਇਸ ਮੂਵਮੈਂਟ ਬਾਰੇ ਜ਼ਿਆਦਾ ਕੋਈ ਬਹੁਤ ਜ਼ਿਆਦਾ ਲੋਕਾਂ ਨੂੰ ਜਾਣਕਾਰੀ ਨਹੀਂ ਸੀ ਹੈਗੀ ਜੀ। ਤਾਂ ਹੁਣ ਅਸੀਂ ਜਿਸ ਪੰਜਾਬ 'ਚ ਰਹਿ ਰਹੇ ਹਾਂ, ਬਹੁਤ ਸਾਰੇ ਜਿਹੜੇ ਚਲੋ ਸਿਆਸੀ ਲੋਕਾਂ ਦੇ ਤੇ ਕੰਮ ਹੁੰਦਾ ਵੀ ਜਿਹੜਾ ਕਿ ਕ੍ਰੈਡਿਟ ਵਾਰ ਵੀ ਮੈਂ ਪੰਜਾਬ ਦਾ ਵਾਰਸ ਹਾਂ, ਤੂੰ ਵਾਰਸ ਆ, ਪਰ ਕੁਝ ਧਾਰਮਿਕ ਸੰਸਥਾਵਾਂ ਜਿੱਦਾਂ ਤੁਸੀਂ ਬਾਈ ਨੇਮ ਅਕਾਲੀ ਦਲ ਦੀ ਗੱਲ ਕੀਤੀ, ਸੰਤ ਫਤਿਹ ਸਿੰਘ ਜੀ ਹੁਣਾਂ ਨੇ ਪੰਜਾਬੀ ਸੂਬਾ ਮੋਰਚਾ ਵਾਸਤੇ ਬੜੀ ਵੱਡੀ ਜਿਹੜੀ ਹੈ ਉਹਨਾਂ ਦੀ ਦੇਣ ਰਹੀ ਹੈ, ਤਾਂ ਉਸ ਜਥੇਬੰਦੀਆਂ ਦਾ ਕੀ ਫਰਜ਼ ਬਣਦਾ ਹੈ? ਬੇਸ਼ੱਕ ਪਰਿਵਾਰ ਨਹੀਂ ਕੁਝ ਮੰਗਦਾ, ਪਰ ਕੁਝ ਫਰਜ਼ ਹੁੰਦੇ ਆ, ਪੁੱਤਰਾਂ ਦੇ ਫਰਜ਼ ਹੁੰਦੇ ਆ, ਜੇ ਉਹਨਾਂ ਦੇ ਬਾਪ ਨੇ ਕੋਈ ਕੁਰਬਾਨੀ ਕੀਤੀ ਆ, ਕੌਮਾਂ ਦੇ ਫਰਜ਼ ਹੁੰਦੇ ਆ, ਕਿਸੇ ਪਰਿਵਾਰ ਨੇ ਉਹਨਾਂ ਵਾਸਤੇ ਕੁਰਬਾਨੀ ਕੀਤੀ। ਨਹੀਂ, ਸ਼ਹਾਦਤਾਂ ਕਿਸੇ ਮਾਨ ਸਨਮਾਨ ਦੀਆਂ ਮੁਹਤਾਜ ਨਹੀਂ ਹੁੰਦੀਆਂ, ਪਰ ਜਿਸ ਕੌਮ ਦੇ ਵਾਸਤੇ ਜਾਂ ਜਿਸ ਦੇਸ਼ ਵਾਸਤੇ ਕੌਮ ਸ਼ਹੀਦ ਹੁੰਦਾ ਹੈ, ਉਹਦਾ ਇਹ ਫਰਜ਼ ਹੁੰਦਾ ਹੈ ਕਿ ਉਹਦੇ ਪਰਿਵਾਰ ਦਾ ਉਹ ਮਾਨ ਸਨਮਾਨ ਕੀਤਾ ਜਾਵੇ, ਜੋ ਬਣਦਾ ਕਰਦਾ ਹੈ, ਤੇ ਉਹਦੀ ਕੁਛ ਨਾ ਕੁਛ ਆਰਥਿਕ ਮਦਦ ਵੀ ਕੀਤੀ ਜਾਵੇ। ਤੇ ਕਿਉਂਕਿ ਅੱਜ ਦੇਖਦੇ ਹਾਂ ਅਸੀਂ ਜਿਹੜੇ ਜਿਨ੍ਹਾਂ ਦਾ ਕੋਈ ਦੇਣ ਵੀ ਹੈ ਨਹੀਂ ਗੀ, ਹਾਂਜੀ, ਉਹ ਵੀ ਅੱਜ ਰਾਜ ਭਾਗ ਦੇ ਮਾਲਕ ਬਣੇ ਬੈਠੇ ਹੈਗੇ ਆ, ਤੇ ਜਿਨ੍ਹਾਂ ਨੇ ਸ਼ਹੀਦੀਆਂ ਕੀਤੀਆਂ, ਜਿਨ੍ਹਾਂ ਦੇ ਪਰਿਵਾਰ ਅੱਜ ਆਰਥਿਕ ਤੰਗੀਆਂ ਸਾਹਮਣਾ ਕਰ ਰਹੇ ਹੈ, ਉਹਨਾਂ ਦਾ ਤਾਂ ਜਿਹੜੀ ਮਦਦ ਕਰਨੀ ਹੈ ਸਾਡਾ ਫਰਜ਼ ਬਣਦਾ ਹੈਗਾ ਜੀ। ਫਰਜ਼ ਬਣਦਾ ਤਾਂ ਅਸੀਂ ਗੱਲਬਾਤ ਕਰ ਰਹੇ ਸੀ। ਹੁਣ ਅਸੀਂ ਇੱਕ ਹੋਰ ਸਾਡੇ ਨਾਲ ਸਿੰਘ ਜਿਹੜੇ ਲੋਕਲ ਮੋਗੇ ਦੇ ਹੈਗੇ ਉਹਨਾਂ ਨਾਲ ਗੱਲਬਾਤ ਕਰਾਂਗੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਨਾਮ ਕੀ? ਰਛਪਾਲ ਸਿੰਘ ਖਾਲਸਾ। ਰਛਪਾਲ ਸਿੰਘ ਜੀ, ਆਪਾਂ ਅੱਜ ਉਸ ਘਰ ਦੇ ਵਿੱਚ ਖਲੋਤੇ ਆ ਜਿਸ ਪੰਜਾਬ ਦੇ ਵਿੱਚ ਅੱਜ ਅਸੀਂ ਇਹ ਕਹਿੰਦੇ ਆ ਵੀ ਇਹ ਸਾਡਾ ਪੰਜਾਬ ਹੈ, ਇੱਥੇ ਪੰਜਾਬੀ ਬੋਲਣ ਵਾਲੇ ਲੋਕ ਜਿਹੜੇ ਆ ਉਹ ਆਜ਼ਾਦੀ ਨਾਲ ਰਹਿੰਦੇ ਆ, ਕਿਉਂਕਿ ਹਰਿਆਣੇ ਦੇ ਵਿੱਚ ਜਿਹੜੇ ਹਰਿਆਣਵੀ ਰਹਿੰਦੇ ਆ, ਯੂਪੀ ਦੇ ਵਿੱਚ ਜਿਹੜੇ ਆ ਉਹ ਲੋਕ ਰਹਿੰਦੇ ਜਿਨ੍ਹਾਂ ਦਾ ਯੂਪੀ ਦੇ ਨਾਲ ਕਲਚਰ, ਹਰ ਇਹ ਰਾਜਾਂ ਦੀ ਜਿਹੜੀ ਆ ਸਥਾਪਨਾ ਕੀਤੀ ਆ। ਆਂਧਰਾ ਪ੍ਰਦੇਸ਼ ਸਭ ਤੋਂ ਪਹਿਲਾਂ ਰਾਜ ਬਣਾਇਆ ਗਿਆ, ਹਿਮਾਚਲ 'ਚ ਹਿਮਾਚਲੀ ਰਹਿੰਦੇ ਆ, ਪੰਜਾਬ 'ਚ ਪੰਜਾਬੀ ਰਹਿੰਦੇ ਆ, ਤਾਂ ਜਿਨ੍ਹਾਂ ਨੇ ਉਹ ਸਭ ਤੋਂ ਪਹਿਲੀਆਂ ਦੇ ਵਿੱਚ ਜਿਹੜੀ ਸੂਬੇ ਦੀ ਮੰਗ ਉੱਠੀ ਸੀ ਉਹ ਪੰਜਾਬ ਦੀ ਸੀ, ਕਿਉਂਕਿ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਸੀ 47 ਦਾ ਜਦੋਂ ਅੰਗਰੇਜ਼ਾਂ ਦੀ ਗੁਲਾਮੀ ਦੂਰ ਕੀਤੀ। ਲੋਕਾਂ ਨੇ ਤਾਂ ਇਹ ਸੋਚ ਕੇ ਦੂਰ ਕੀਤੀ ਸੀ ਨਾ, ਅਸੀਂ ਇਹਨਾਂ ਨੂੰ ਭਜਾ ਦੇਵਾਂਗੇ, ਅਸੀਂ ਰਾਜ ਕਰਾਂਗੇ, ਅਸੀਂ ਆਜ਼ਾਦੀ ਨਾਲ ਜੀ ਸਕਾਂਗੇ, ਪਰ ਜਿਹੜੀ ਭਾਰਤ ਦੇ ਵਿੱਚ ਸਰਕਾਰ ਬਣੀ ਉਸ ਵਕਤ ਦੀ ਸਰਕਾਰ ਨੇ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਦੇ ਉੱਤੇ ਵੀ ਰੋਕ ਲਾ ਦਿੱਤੀ, ਔਰ ਜਿਹੜਾ ਕਹਿੰਦਾ ਸੀ ਉਹਨੂੰ ਗੋਲੀਆਂ ਮਾਰੀਆਂ ਗਈਆਂ। ਕਾਕਾ ਇੰਦਰਜੀਤ ਸਿੰਘ ਜੀ ਸ਼ਹੀਦ ਸਭ ਤੋਂ ਛੋਟੀ ਉਮਰ ਦੇ ਨੇ। ਹੁਣ ਅੱਜ ਇਹ ਪਰਿਵਾਰ ਦੇ ਹਾਲਾਤ ਦੇਖ ਕੇ, ਹੁਣ ਦਾ ਮਾਹੌਲ ਦੇਖ ਕੇ, ਔਰ ਉਹ ਸਮਾਂ ਜਦੋਂ ਇਹਨਾਂ ਦੇ ਵੱਡ ਵਡੇਰੇ ਸੀ ਉਹ ਕਾਕਾ ਇੰਦਰਜੀਤ ਸਿੰਘ ਜੀ, ਉਹਨਾਂ ਨੇ ਕੁਰਬਾਨੀ ਕੀਤੀ ਹੋਊਗੀ, ਔਰ ਅੱਜ ਇੱਕ ਪਾਸੇ ਉਹ ਕੁਰਬਾਨੀ ਹੈ, ਇੱਕ ਪਾਸੇ ਇਹ ਪਰਿਵਾਰ ਦੇ ਹਾਲਾਤ ਹੈ, ਇੱਕ ਪਾਸੇ ਉਹ ਸਿਆਸੀ ਲੋਕ ਨੇ ਜਿਹੜੇ ਪੰਜਾਬ ਦੇ ਵਾਰਸ ਬਣੇ ਬੈਠੇ ਆ। ਹਾਂਜੀ, ਦੇਖੋ ਅਸੀਂ ਪਰਿਵਾਰ ਦੀ ਇੱਥੇ ਹਾਲਾਤ ਵੇਖੇ ਆ ਕੇ, ਤੇ ਬਹੁਤ ਹੀ ਨਾਰਮਲ ਹਾਲਾਤਾਂ ਦੇ ਵਿੱਚ ਪਰਿਵਾਰ ਰਹਿ ਰਿਹਾ ਹੈ, ਤੇ ਸਾਡੀ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਵੀ, ਪੰਥਕ ਧਿਰਾਂ ਨੂੰ ਸਾਡੀ ਬੇਨਤੀ ਹੈ ਕਿ ਭਾਵੇਂ ਜਿਵੇਂ ਅਸੀਂ ਪਹਿਲਾਂ ਤੁਸੀਂ ਵੀ ਕਹਿ ਚੁੱਕੇ ਹੋ ਵੀ ਜਿਹੜੀਆਂ ਸ਼ਹਾਦਤਾਂ ਹੁੰਦੀਆਂ ਕਿਸੇ ਦੀਆਂ ਮੁਹਤਾਜ ਨਹੀਂ ਹੁੰਦੀਆਂ, ਪਰ ਸਾਨੂੰ ਜਿਹੜੀਆਂ ਸਾਡੀਆਂ ਵੱਡੀਆਂ ਜਥੇਬੰਦੀਆਂ, ਸਾਨੂੰ ਇਹਨਾਂ ਦਾ ਮਾਣ ਸਨਮਾਨ ਜ਼ਰੂਰ ਕੀਤਾ ਜਾਣਾ ਚਾਹੀਦਾ। ਤਾਂ ਇਹਨੇ ਰਛਪਾਲ ਸਿੰਘ, ਅਸੀਂ ਗੱਲਬਾਤ ਕਰ ਰਹੇ ਹਾਂ ਕਾਕਾ ਇੰਦਰਜੀਤ ਸਿੰਘ ਸ਼ਹੀਦ ਦੇ ਪਰਿਵਾਰ ਦੇ ਨਾਲ। ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਲਿਖਤ ਆ। ਤਾਂ ਪੰਜਾਬ ਦੇ ਵਿੱਚ ਵਸਣ ਵਾਲੇ ਲੋਕ ਅੱਜ ਬਹੁਤ ਮਾਣ ਦੇ ਨਾਲ ਕਹਿੰਦੇ ਆ ਵੀ ਮੈਨੂੰ ਪੰਜਾਬੀ ਹੋਣ ਤੇ ਮਾਣ ਆ, ਪਰ ਇਹ ਦੇਖੋ ਵੀ ਇਹ ਪੰਜਾਬ ਦੀ ਸਿਰਜਣਾ ਕਿਵੇਂ ਹੋਈ ਆ, ਪੰਜਾਬੀ ਸੂਬਾ ਬਣਾਉਣ ਦੇ ਵਾਸਤੇ ਕਿੰਨੀਆਂ ਕੁਰਬਾਨੀਆਂ ਹੋਈਆਂ, ਕਿਸ ਤਰ੍ਹਾਂ ਦੀਆਂ ਔਕੜਾਂ ਦੇ ਵਿੱਚੋਂ ਲੰਘ ਕੇ ਕਿੰਨੀ ਬਹਾਦਰੀ ਦੇ ਨਾਲ ਉਸ ਭਾਰਤ ਸਰਕਾਰ ਜਿਹੜੀ ਉਸ ਵਕਤ ਢਾਂਚਾ ਸੀ, ਭਾਰਤੀ ਢਾਂਚਾ ਜਿਹੜਾ ਨਹੀਂ ਸੀ ਚਾਹੁੰਦਾ ਪੰਜਾਬੀਆਂ ਦੀ ਵੱਖਰੀ ਸਟੇਟ ਹੋਵੇ, ਇੱਕ ਵੱਖਰਾ ਰਾਜ ਹੋਵੇ, ਕਿਉਂਕਿ ਇਹ ਦੇਸ਼ ਨੂੰ ਕੁਰਬਾਨ ਕਰਾਉਣ ਦੇ ਵਾਸਤੇ 86% ਤੋਂ ਵੱਧ ਕੁਰਬਾਨੀਆਂ ਸਿੱਖਾਂ ਦੇ ਹਿੱਸੇ ਆਈਆਂ, ਔਰ ਸਿੱਖ ਜਿਹੜੇ ਵੱਖਰਾ ਸਿੱਖ ਰਾਜ ਵੀ ਨਹੀਂ ਬਲਕਿ ਪੰਜਾਬ ਚਾਹੁੰਦੇ ਸੀ, ਪੰਜਾਬੀ ਦੇ ਦਿਓ, ਪੰਜਾਬੀ ਬੋਲਣ ਵਾਲੇ ਜਿਹੜਾ ਇਲਾਕਾ ਹੀ ਦੇ ਦਿਓ, ਉਹਦੇ ਵਾਸਤੇ ਵੀ ਕੁਰਬਾਨੀਆਂ ਦੇਣੀਆਂ ਪਈਆਂ। ਉਸ ਵਕਤ ਦੀ ਸਰਕਾਰ ਨੇ ਜਿਸ ਨਾਅਰੇ ਨੂੰ ਲੈ ਕੇ ਰੋਕ ਲਾਈ ਹੋਈ ਸੀ, ਉਹ ਨਾਅਰਾ ਲਾਉਂਦਿਆਂ ਸ਼ਹੀਦ ਹੋਣ ਵਾਲੇ ਕਾਕਾ ਇੰਦਰ ਸਿੰਘ ਦੇ ਪਰਿਵਾਰ ਦੇ ਨਾਲ ਅਸੀਂ ਇਸ ਵਕਤ ਮੌਜੂਦ ਹਾਂ। ਹਾਂਜੀ, 21 ਤਰੀਕ ਨੂੰ ਜਦੋਂ ਸ਼ਹੀਦੀ ਦਿਹਾੜਾ ਹੈ ਬੱਚੇ ਇੰਦਰਜੀਤ ਸਿੰਘ ਦਾ, ਤੇ ਸਾਡੇ ਵੀਰ ਹੈ ਬਲਦੀਪ ਸਿੰਘ ਰਾਮੂਵਾਲੀਆ, ਉਹਨਾਂ ਨੇ ਇੱਕ ਪੋਸਟ ਪਾਈ ਸੀ ਫੇਸਬੁੱਕ ਤੇ ਉੱਥੋਂ ਚਲੋ ਅਸੀਂ ਸਾਰਿਆਂ ਨੇ ਸ਼ੇਅਰ ਕੀਤੀ, ਹੋਰਾਂ ਨੇ ਵੀ ਸ਼ੇਅਰ ਕੀਤੀ, ਤੇ ਉੱਥੇ ਮੇਰਾ ਇਹ ਛੋਟਾ ਵੀਰ ਹੈ ਕੁਲਵੰਤ ਸਿੰਘ ਰਿਚੀ, ਇਹਨਾਂ ਦਾ ਮੈਨੂੰ ਫੋਨ ਆਉਂਦਾ ਹੈ ਵੀ ਆਪਾਂ ਇਹਨਾਂ ਦਾ ਪਤਾ ਕਰਨਾ ਹੈ। ਤੇ ਫਿਰ ਅਸੀਂ ਅੰਕਲ ਜੀ ਹੈਗੇ ਸਾਡੇ ਸਤਿਕਾਰਯੋਗ ਬਲਜਿੰਦਰ ਸਿੰਘ ਜੀ, ਤੇ
ਇਹਨਾਂ ਨੇ ਕਮੈਂਟ ਕੀਤਾ ਹੋਇਆ ਸੀ ਵੀ ਇਸ ਪਰਿਵਾਰ ਨੂੰ ਮੈਂ ਜਾਣਦਾ ਹੈ। ਤੇ ਅਸੀਂ ਫਿਰ ਮੈਂ ਇਹਨਾਂ ਨਾਲ ਜਾ ਕੇ ਰਾਬਤਾ ਕੀਤਾ ਤੇ ਫਿਰ ਆਪਣੇ ਪ੍ਰਿੰਸੀਪਲ ਦਰਸ਼ਨ ਸਿੰਘ ਜੀ ਖਾਲਸਾ ਸਕੂਲ ਦੇ ਵਿੱਚ ਜਿੱਥੇ ਕਾਕਾ ਇੰਦਰਜੀਤ ਸਿੰਘ ਪੜ੍ਹਦਾ ਸੀਗਾ, ਉਹ ਵੀ ਉਸ ਦਿਨ ਸਾਡੇ ਨਾਲ ਆਏ ਸੀਗੇ। ਤੇ ਉਸ ਤੋਂ ਬਾਅਦ ਫਿਰ ਅੰਕਲ ਜੀ ਸਾਨੂੰ ਇਹ ਲੈ ਕੇ ਆਏ ਆ ਇੱਥੇ ਪਰਿਵਾਰ ਦੇ ਨਾਲ। ਇਹ ਪਰਿਵਾਰ ਦੇ ਪਹਿਲਾਂ ਹੀ ਜਾਣੂ ਸੀਗੇ, ਇਹਨਾਂ ਨੇ ਸਾਨੂੰ ਸਾਰਾ ਕੁਝ ਪਹਿਲਾਂ ਹੀ ਉੱਥੇ ਦੱਸਤਾ ਸੀਗਾ ਵੀ ਕਿਵੇਂ ਕਿਵੇਂ ਪਰਿਵਾਰ ਦੇ ਨਾਲ ਇਹਨਾਂ ਦੇ ਸੰਬੰਧ ਰਹੇ ਆ, ਤੇ ਉਹ ਸਾਰਾ ਅੰਕਲ ਜੀ ਹੋਰਾਂ ਨੇ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਸਾਰਾ ਕੁਝ। ਬਿਲਕੁਲ, ਤਾਂ ਬਹੁਤ ਜਿਹੜੇ ਮਹਾਨ ਸ਼ਹੀਦ ਆ, ਕਈ ਵਾਰੀ ਉਹਨਾਂ ਦੇ ਪਰਿਵਾਰ ਆ ਜਿਹੜੇ ਉਹ ਵੀ ਵਿਸਰੇ ਆ, ਉਹ ਜਥੇਬੰਦੀਆਂ ਦੀ ਨਿਗਾਹ ਦੇ ਵਿੱਚ, ਸਿਆਸੀ ਪਾਰਟੀਆਂ ਦੀ ਨਿਗਾਹ ਦੇ ਵਿੱਚ, ਉਹਨਾਂ ਜਥੇਬੰਦੀਆਂ ਉਹਨਾਂ ਲੀਡਰਾਂ ਦੀ ਨਿਗਾਹ ਦੇ ਵਿੱਚ ਵਿਸਰੇ ਆ ਜਿਹੜੇ ਕਹਿੰਦੇ ਅਸੀਂ ਪੰਜਾਬ ਦੇ ਵਾਰਸ। ਔਰ ਸਾਡੀ ਨਿਗਾਹ ਦੇ ਵਿੱਚ ਵੀ ਜਿਹੜਾ ਮੀਡੀਆ ਅਖਵਾਉਂਦਾ ਵੀ ਅਸੀਂ ਬਹੁਤ ਜ਼ਿਆਦਾ ਗੱਲ ਕਰਦੇ ਹਾਂ ਪੰਜਾਬ ਦੀ, ਸਾਡੀ ਨਿਗਾਹ 'ਚ ਵੀ ਵਿਸਰੇ, ਸਾਡੀ ਵੀ ਜਿਹੜੀ ਖਾਮੀ ਹੈ। ਹਾਂਜੀ ਰਿਚੀ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪਾਂ ਉਸ ਪਰਿਵਾਰ ਦੇ ਵਿੱਚ ਖਲੋਤੇ ਆ ਜਿਨ੍ਹਾਂ ਦੇ ਮੈਂਬਰ ਨੇ ਉਸ ਵਕਤ ਕੁਰਬਾਨੀ ਦਿੱਤੀ, ਜਿੱਦਾਂ ਹੁਣ ਸਰਕਾਰ ਨੇ ਕੁਛ ਰੋਕਾਂ ਲਾਈਆਂ, ਆਹ ਨਾਅਰਾ ਨਹੀਂ ਲਾ ਸਕਦੇ, ਆਹ ਜੈਕਾਰਾ ਨਹੀਂ ਲਾ ਸਕਦੇ, ਆਹ ਗੱਲ ਨਹੀਂ ਕਰ ਸਕਦੇ। ਉਸ ਵਕਤ ਵੀ ਹਕੂਮਤ ਨੇ ਰੋਕਾਂ ਲਾਈਆਂ ਸੀ ਔਰ ਉਹਨਾਂ ਨੇ ਡਟ ਕੇ ਉਹ ਗੱਲ ਦੇ ਉੱਤੇ ਪਹਿਰਾ ਦਿੱਤਾ ਔਰ ਆਖਰ ਨੂੰ ਸ਼ਹੀਦੀ ਪ੍ਰਾਪਤ ਕੀਤੀ। ਅੱਜ ਦੇ ਹਾਲਾਤ, ਪਰਿਵਾਰ ਦੇ ਹਾਲਾਤ ਔਰ ਕਾਕਾ ਇੰਦਰਜੀਤ ਸਿੰਘ ਦੀ ਸ਼ਹੀਦੀ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ ਜੀ, ਆਪਾਂ ਦੇਖੀਏ ਤਾਂ ਬਹੁਤ ਕੁਛ ਹੈ ਜਿਹੜਾ ਸਾਡੇ ਪਿਛੋਕੜ ਦੇ ਵਿੱਚ ਜੋ ਕੁਛ ਵੀ ਹੋਇਆ, ਉਸ ਇਤਿਹਾਸ ਦੇ ਝਰੋਖੇ 'ਚ ਬਹੁਤ ਕੁਛ ਹੈ ਹਜੇ ਵੀ, ਜਿਹਦੇ ਤੇ ਪੜਚੋਲ ਕਰਨ ਦੀ ਲੋੜ ਹੈ। ਆਪਾਂ ਅੱਜ ਗੱਲ ਕਰ ਰਹੇ ਹਾਂ ਕਾਕਾ ਇੰਦਰਜੀਤ ਸਿੰਘ ਜੀ, ਜਿਹੜੇ ਕਿ ਮੋਗੇ ਦੇ ਵਸਨੀਕ ਸੀਗੇ। ਔਰ ਤੁਹਾਨੂੰ ਜਿਵੇਂ ਪਹਿਲਾਂ ਪਤਾ ਲੱਗ ਹੀ ਗਿਆ ਕਿ ਕਿਸ ਘਟਨਾਕ੍ਰਮ ਦੇ ਨਾਲ ਇਹ ਵੀ ਪਤਾ ਲੱਗਿਆ। ਔਰ ਕੁਦਰਤੀ ਹੋਣੀ ਇਹੋ ਜਿਹੀ ਸੀਗੀ ਕਿ ਜਿਹੜੇ ਪ੍ਰਿੰਸੀਪਲ ਦਰਸ਼ਨ ਸਿੰਘ ਜੀ ਸੀਗੇ, ਉਹਨਾਂ ਨੇ ਮੈਨੂੰ ਕਿਹਾ ਕਿ ਇਸ ਤਰੀਕੇ ਦੇ ਨਾਲ ਐਂ ਪੋਸਟ ਪਈ ਹੋਈ ਆ, ਤੇ ਔਰ ਉਹ ਖਾਲਸਾ ਸਕੂਲ ਦੇ ਵਿਦਿਆਰਥੀ ਆ, ਕਿਉਂਕਿ ਉਹ ਪਿਛਲੇ ਪ੍ਰਿੰਸੀਪਲ ਰਹੇ ਆ ਗੁਰੂ ਨਾਨਕ ਖਾਲਸਾ ਸਕੂਲ ਦੇ। ਉਹਨਾਂ ਦੇ ਮਨ 'ਚ ਸੀਗਾ ਕਿ ਆਪਾਂ ਪਤਾ ਕਰੀਏ। ਔਰ ਜਦੋਂ ਮਤਲਬ ਵੀ ਸੰਪਰਕ ਕਰਦਿਆਂ ਹੋਇਆ ਸਰਦਾਰ ਬਲਜਿੰਦਰ ਸਿੰਘ ਜੀ ਹੋਰਾਂ ਨਾਲ ਸੰਪਰਕ ਹੋਇਆ ਔਰ ਸਾਰਾ ਕੁਝ ਪਤਾ ਲੱਗਿਆ। ਔਰ ਇਹ ਸਾਰੀ ਘਟਨਾਕ੍ਰਮ 5-4 ਮਿੰਟਾਂ ਦੇ ਵਿੱਚ ਹੀ ਹੋ ਗਿਆ ਕਿ ਮਤਲਬ ਵੈਰੀਫਾਈ ਹੋ ਗਿਆ, ਪਤਾ ਲੱਗ ਗਿਆ, ਪਰਿਵਾਰ ਬਾਰੇ ਪਤਾ ਲੱਗ ਗਿਆ। ਔਰ ਸਾਨੂੰ ਆਪ ਨੂੰ ਇਸ ਚੀਜ਼ 'ਤੇ ਬਹੁਤ ਹੈ ਕਿ ਆਪਾਂ ਮੋਗੇ 'ਚ ਪਲੇ ਵਧੇ ਹੋਏ ਆ, ਧਾਰਮਿਕ ਐਕਟੀਵਿਟੀਆਂ 'ਚ ਇੰਨਾ ਰਹੇ ਆ, ਔਰ ਇਸ ਪਰਿਵਾਰ ਬਾਰੇ ਹਜੇ ਤੱਕ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਇੰਨੀਆਂ ਸੁਸਾਇਟੀਆਂ ਦੇ ਇੱਥੇ ਸਮਾਗਮ ਹੁੰਦੇ ਆ। ਲੋਕਲੀ ਮੈਂ ਮੋਗੇ ਦੀ ਗੱਲ ਕਰਾਂ, ਮੋਗੇ 'ਚ ਮਤਲਬ ਧਾਰਮਿਕ ਜਥੇਬੰਦੀਆਂ ਦਾ ਗੜ੍ਹ ਹੈ ਮੋਗਾ, ਬਹੁਤ ਸੰਸਥਾਵਾਂ, ਬਹੁਤ ਪ੍ਰੋਗਰਾਮ ਹੁੰਦੇ ਆ, ਪਰ ਕਦੇ ਗੱਲ ਹੀ ਨਹੀਂ ਹੋਈ, ਇਹ ਗੱਲ ਨਿਕਲ ਕੇ ਨਹੀਂ ਆਈ। ਚਲੋ ਸਮਾਂ ਪਾ ਕੇ ਜਿਹੜੀ ਵੀ ਗੱਲ ਨਿਕਲ ਕੇ ਆਈ ਉਹ ਸਗੋਂ ਬਹੁਤ ਵਧੀਆ ਹੋਇਆ। ਜਦੋਂ ਪਰਿਵਾਰ ਨੂੰ ਮਿਲੇ, ਪਰਿਵਾਰ ਆਪਣੇ ਜਿਹੜੀ ਹੁੰਦੀ ਨਾ ਸਿਦਕ ਵੱਲੋਂ ਚੜ੍ਹਦੀ ਕਲਾ 'ਚ ਹੈ ਪੂਰਾ, ਇਸ ਗੱਲੋਂ ਆਪਾਂ ਨਮਨ ਕਰਦੇ ਹਾਂ ਉਹਨਾਂ ਨੂੰ ਔਰ ਆਪਦਾ ਮਨ ਭਾਵੁਕ ਵੀ ਹੁੰਦਾ ਹੈ। ਔਰ ਜਿਹੜੀ ਗੱਲ ਹੈਗੀ ਹੈ ਕਿ ਜਿਹੜੀ ਇੰਦਰਜੀਤ ਸਿੰਘ ਦੀ ਸ਼ਹਾਦਤ ਹੈ, ਪੰਜਾਬੀ ਸੂਬਾ ਬਣ ਗਿਆ ਔਰ ਉਹਦੇ ਨਾਲ ਤਾਕਤ ਵੀ, ਜਿਹੜੇ ਰਾਜਨੀਤਿਕ ਲੋਕ ਚਾਹੁੰਦੇ ਸੀ ਸਾਡੇ ਹੱਥਾਂ 'ਚ ਤਾਕਤ ਆਵੇ, ਤਾਕਤ ਵੀ ਹੱਥ ਦੇ ਵਿੱਚ ਆ ਗਈ। ਕਿੰਨਾ ਸਮਾਂ ਬੀਤ ਗਿਆ। ਹਰ ਇੱਕ ਚੀਜ਼ ਦਾ ਇੱਕ ਕੇਂਦਰ ਬਿੰਦੂ ਹੁੰਦਾ ਹੈ, ਕਿਸੇ ਵੀ ਚੀਜ਼ ਦਾ ਮਤਲਬ ਛੋਟਾ ਜਿਹਾ ਕਣ ਹੁੰਦਾ ਹੈ ਜਿਹੜਾ ਜ਼ਿਆਦਾ ਪ੍ਰਭਾਵਿਤ ਕਰਦਾ। ਔਰ ਤਸਵੀਰ ਵੀ ਇਹਨਾਂ ਦੀ ਲੱਗੀ ਹੋਈ ਆ ਅਜਾਇਬ ਘਰ ਦੇ ਵਿੱਚ, ਪਰ ਇਸ ਦੇ ਬਾਵਜੂਦ ਵੀ ਮਤਲਬ ਐਡੀ ਕੁਰਬਾਨੀਆਂ ਤਾਂ ਸਿੱਖ ਪੰਥ ਦੇ ਵਿੱਚ ਬਹੁਤ ਹੈ। ਜਿਵੇਂ ਤੁਹਾਨੂੰ ਮੈਂ ਪਹਿਲਾਂ ਕਿਹਾ ਵੀ ਇੱਕ ਕੇਂਦਰ ਬਿੰਦੂ ਹੁੰਦਾ ਕਿਸੇ ਵੀ ਘਟਨਾ ਦਾ, ਜਿਹੜੇ ਕੇਂਦਰ ਬਿੰਦੂ ਦੇ ਨਾਲ ਨਾ ਆਪਾਂ ਸਮਾਜ ਦੇ ਹਰ ਤਰ੍ਹਾਂ ਨੂੰ ਜੋੜ ਸਕਦੇ ਹਾਂ ਵੀ ਐਡੀ ਛੋਟੀ ਉਮਰ 'ਚ ਐ ਸ਼ਹਾਦਤ ਪ੍ਰਾਪਤ ਹੋਈ ਆ ਔਰ ਉਹ ਆਪਦੇ ਪਰਿਵਾਰ ਦੇ ਵਿੱਚ ਉੱਥੇ ਗਏ ਸੀ ਔਰ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਠੀਕ ਹੈ, ਪਰ ਦੁੱਖ ਹੁੰਦਾ ਕਿ ਉਸ ਕੇਂਦਰ ਬਿੰਦੂ ਨੂੰ ਵੀ ਮਤਲਬ ਸਾਡੀਆਂ ਪੰਜਾਬ ਦੀਆਂ ਸਾਰੀਆਂ ਧਿਰਾਂ ਨੇ ਵਸਾਰਿਆ ਔਰ ਸ਼ਰਮ ਆਉਂਦੀ ਹੈ ਮਤਲਬ ਇਸ ਗੱਲ ਦੇ ਉੱਤੇ। ਪਰ ਜੇ ਸਮਾਂ ਹੋਇਆ ਤਾਂ ਅੱਜ ਵੀ ਹਜੇ ਵੀ ਕੁਛ ਨਹੀਂ ਹੋਇਆ। ਸਾਡੀ ਪੰਜਾਬ ਭਾਵੇਂ ਸਾਨੂੰ ਛੋਟੀ ਜਿਹਾ ਸੂਬਾ ਮਿਲਿਆ, ਕੁਛ ਵੀ ਮਿਲਿਆ, ਪਿਛਲਾ ਘਟਨਾਕ੍ਰਮ ਲੰਮਾ ਕਿ ਆਪਾਂ ਉਹਦੀ ਗੱਲਬਾਤ 'ਚ ਆਪਾਂ ਨਹੀਂ ਜਾ ਸਕਦੇ, ਕਿਉਂਕਿ ਮੇਨ ਮਨੋਰਥ ਅੱਜ ਆਪਣਾ ਇਹੀ ਹੈ ਕਿ ਜਿਹੜਾ ਪਰਿਵਾਰ ਹੈ ਵੀ ਪੂਰੇ ਸਿਦਕ ਤੇ ਦ੍ਰਿੜ ਵਾਲਾ ਪਰਿਵਾਰ ਹੈ। ਔਰ ਜਦੋਂ ਪਰਿਵਾਰ ਦੇ ਬਾਰੇ ਜੇ ਪਤਾ ਲੱਗ ਜਾਵੇ ਨਾ, ਮਾਨ ਸਨਮਾਨ ਹੀ ਸੰਗਤ ਵੱਲੋਂ ਮਿਲ ਜਾਵੇ ਤਾਂ ਉਹ ਵੀ ਪਰਿਵਾਰ ਦੇ ਲਈ ਬਹੁਤ ਹੋ ਜਾਂਦਾ। ਔਰ ਪਰਿਵਾਰ ਦੀ ਇੱਛਾ ਵੀ ਨਹੀਂ ਹੈਗੀ ਕਿਸੇ ਵੀ ਚੀਜ਼ ਦੀ ਹਜੇ ਤੱਕ ਵੀ, ਪਰ ਸਾਡਾ ਆਪਣਾ ਫਰਜ਼ ਬਣਦਾ ਹੈ, ਸਾਡੇ ਪੰਥ ਦਾ ਫਰਜ਼ ਬਣਦਾ ਹੈ, ਕਿਉਂਕਿ ਜਿਹੜੇ ਪੰਥਕ ਫਰਜ਼ ਹੁੰਦੇ ਆ ਸਾਡੀ ਸਖਸ਼ੀ ਰਹਿਣੀ ਤੋਂ ਬਾਅਦ, ਜਿਹੜੀ ਪੰਥਕ ਰਹਿਣੀ ਆ ਸਾਡੀ ਰਹਿਤ ਮਰਿਆਦਾ ਦੇ ਅਨੁਸਾਰ, ਉਹਦੇ 'ਚ ਸਾਡੇ ਫਰਜ਼ ਬਣਦੇ ਆ ਸਮੁੱਚੇ ਪੰਥ ਦੇ। ਇਸ ਕਰਕੇ ਮੈਂ ਸਮੁੱਚੇ ਪੰਥ ਨੂੰ ਹੀ, ਕਿਉਂਕਿ ਪੰਥ 'ਚ ਸਾਡੀਆਂ ਸਾਰੀਆਂ ਸੁਸਾਇਟੀਆਂ, ਸਾਰੀਆਂ ਧਿਰਾਂ, ਸਾਰੀਆਂ ਪਾਰਟੀਆਂ, ਸਾਰੇ ਜਾਣੇ ਆ ਜਾਂਦੇ ਆ ਔਰ ਪੰਥ ਦਾ ਫਰਜ਼ ਬਣਦਾ ਹੈ ਕਿ ਉਹ ਪਰਿਵਾਰ ਨੂੰ ਬਣਦਾ ਜਿਹੜਾ ਮਾਨ ਸਨਮਾਨ ਹੈ, ਚਾਹੇ ਇੰਨਾ ਸਮਾਂ ਲਗਾ ਕੇ ਆ, ਜ਼ਰੂਰ ਦੇਣਾ ਚਾਹੀਦਾ। 1966 ਤੋਂ ਪੰਜਾਬ ਬਣਿਆ, 61 ਦੇ ਵਿੱਚ ਇੰਦਰਜੀਤ ਸਿੰਘ ਦੀ ਸ਼ਹੀਦੀ ਹੋਈ, ਅੱਜ 2021 ਚੱਲ ਰਿਹਾ। ਇੰਨੇ ਸਮੇਂ ਬਾਅਦ ਅਸੀਂ ਸਬੱਬ ਬਣਿਆ, ਅਸੀਂ ਖੁਸ਼ਕਿਸਮਤ ਵੀ ਹਾਂ ਔਰ ਇਹ ਪਰਿਵਾਰ ਤੇ ਸਭ ਤੋਂ ਵੱਧ ਖੁਸ਼ਕਿਸਮਤ ਆ ਕਿ ਉਸ ਸ਼ਹੀਦ ਦਾ ਪਰਿਵਾਰ ਆ ਜਿਹਨੂੰ ਇੰਨਾ ਮਾਣ ਮਿਲਿਆ, ਜਿਸ ਪੰਜਾਬ ਦੇ ਵਿੱਚ ਅਸੀਂ ਇਹ ਕਹਿ ਕੇ
ਜਿਉਂਦੇ ਆ ਕਿ ਪੰਜਾਬ ਹੈ, ਪੰਜਾਬੀ ਬੋਲਣ ਵਾਲਿਆਂ ਦਾ ਪੰਜਾਬ ਹੈ, ਇਹਦੀ ਸਥਾਪਨਾ ਦੇ ਵਾਸਤੇ, ਇਹ ਸੂਬਾ ਲੈਣ ਦੇ ਵਾਸਤੇ ਸਾਡੇ ਵੱਡ ਵਡੇਰਿਆਂ ਕੁਰਬਾਨੀਆਂ ਕੀਤੀਆਂ। ਔਰ 1 ਨਵੰਬਰ ਆਉਣ ਵਾਲੀ ਹੈ। 1 ਨਵੰਬਰ ਨੂੰ ਜੋ ਸਰਕਾਰ ਵੱਲੋਂ ਸਮਾਗਮ ਕੀਤੇ ਜਾਣਗੇ, ਜਥੇਬੰਦੀਆਂ ਵੱਲੋਂ ਸਮਾਗਮ ਕੀਤੇ ਜਾਣਗੇ, ਵੱਡੇ ਸਮਾਗਮ, ਰਾਸ਼ਟਰੀ ਪੱਧਰ ਦੇ ਸਮਾਗਮ, ਉਹਨਾਂ ਦੇ ਵਿੱਚ ਇਸ ਪਰਿਵਾਰ ਨੂੰ ਕਿੰਨਾ ਕੁ ਮਾਣ ਸਨਮਾਨ, ਇਹ ਖਬਰਾਂ ਵਾਇਰਲ ਹੋਣ ਤੋਂ ਬਾਅਦ, ਜਿੱਦਾਂ ਬਲਦੀਪ ਸਿੰਘ ਜੀ ਰਾਮੂਵਾਲੀਆ ਇਤਿਹਾਸਕਾਰ ਸੱਜਣ ਆ, ਉਹਨਾਂ ਦੀ ਪੋਸਟ ਤੋਂ ਬਾਅਦ ਜਿਹੜੀ ਚਰਚਾ ਬਣੀ, ਅਸੀਂ ਸਾਰੇ ਪਰਿਵਾਰ ਤੱਕ ਪਹੁੰਚੇ ਆ। ਉਦੋਂ ਇਹ ਪਰਿਵਾਰ ਨੂੰ ਸਰਕਾਰਾਂ, ਜਥੇਬੰਦੀਆਂ ਅਜੇ ਵੀ ਅੱਖੋਂ ਪਰੋਖੀਆਂ ਕਰ ਰਹੀਆਂ ਨੇ, ਤਾਂ ਕੀ ਕਰ ਸਕਦੇ ਹਾਂ, ਅਸੀਂ ਜ਼ਰੂਰ ਵਿਚਰਾਂਗੇ। ਗੁਰੂ ਪਾਤਸ਼ਾਹ ਭਲੀ ਕਰੇ, ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਦਾ ਮਾਣ ਸਨਮਾਨ ਜਿਹੜਾ ਦੇਣਾ ਕੌਮ ਦਾ ਫਰਜ਼ ਬਣਦਾ। ਬਹੁਤ ਬਹੁਤ ਸ਼ੁਕਰੀਆ, ਜੁੜੇ ਰਹੋ KTV UK ਦੇ ਨਾਲ। ਧੰਨਵਾਦ। ਸਿੱਖ ਇਤਿਹਾਸਕਾਰ ਡਾਕਟਰ ਰਤਨ ਸਿੰਘ ਜੱਗੀ ਪੰਜਾਬੀ ਸੂਬਾ ਮੋਰਚਾ ਬਾਰੇ ਲਿਖਦੇ ਹਨ। ਭਾਰਤ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਪ੍ਰਾਂਤਾਂ ਦੀ ਪੁਨਰ ਹੱਦਬੰਦੀ ਦੀ ਗੱਲ ਸਾਹਮਣੇ ਆਈ, ਖਾਸ ਕਰਕੇ ਦੱਖਣ ਭਾਰਤ ਦੇ ਪ੍ਰਾਂਤਾਂ ਦੀ। ਇਸ ਸਮੱਸਿਆ ਦੇ ਮਸਲੇ ਨੂੰ ਹੱਲ ਕਰਨ ਲਈ ਹਿੰਦ ਸਰਕਾਰ ਨੇ ਇੱਕ ਕਮਿਸ਼ਨ ਨਿਯੁਕਤ ਕੀਤਾ, ਪਰ ਇਸ ਨਾਲ ਭਾਸ਼ਾ ਪ੍ਰਤੀ ਮੋਹ ਰੱਖਣ ਵਾਲਿਆਂ ਦੀ ਸੰਤੁਸ਼ਟੀ ਨਾ ਹੋਈ ਤੇ ਉਹਨਾਂ ਨੇ ਅੰਦੋਲਨ ਸ਼ੁਰੂ ਕਰ ਦਿੱਤੇ। ਆਂਧਰਾ ਪ੍ਰਦੇਸ਼ ਦੇ ਇੱਕ ਨੇਤਾ ਸ਼੍ਰੀ ਰਾਮਲੂ ਨੇ ਵੱਖਰੇ ਤੇਲੁਗੂ ਰਾਜ ਦੀ ਕਾਇਮੀ ਲਈ ਮਰਨ ਵਰਤ ਰੱਖਿਆ ਅਤੇ 58ਵੇਂ ਦਿਨ ਉਹਨਾਂ ਦੀ ਮੌਤ ਹੋ ਗਈ। ਆਂਧਰਾ ਪ੍ਰਦੇਸ਼ ਵਿੱਚ ਵਿਰੋਧ ਦਾ ਇੱਕ ਵੱਡਾ ਤੂਫਾਨ ਖੜਾ ਹੋ ਗਿਆ। ਹਿੰਦ ਸਰਕਾਰ ਨੂੰ ਭਾਸ਼ਾ ਦੇ ਆਧਾਰ ਤੇ ਆਂਧਰਾ ਪ੍ਰਦੇਸ਼ ਬਣਾਉਣ ਦਾ ਐਲਾਨ ਕਰਨਾ ਪਿਆ। ਇਸ ਤੋਂ ਬਾਅਦ ਭਾਸ਼ਾਈ ਆਧਾਰ ਤੇ ਸੂਬਿਆਂ ਦੇ ਪੁਨਰ ਗਠਨ ਦੀ ਮੰਗ ਜ਼ੋਰ ਫੜ ਗਈ। ਸੰਨ 1953 ਈਸਵੀ 'ਚ ਭਾਰਤ ਸਰਕਾਰ ਨੇ ਭਾਸ਼ਾ ਦੇ ਆਧਾਰ ਤੇ ਸੂਬਿਆਂ ਦੀ ਹੱਦਬੰਦੀ ਉਲੀਕਣ ਲਈ ਕਮਿਸ਼ਨ ਬਣਾਉਣ ਦਾ ਫੈਸਲਾ ਕੀਤਾ। ਇਸ ਫੈਸਲੇ ਦੀ ਲੋਅ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬੀ ਭਾਸ਼ਾ ਦੇ ਆਧਾਰ ਉੱਤੇ ਵੱਖਰਾ ਪ੍ਰਾਂਤ ਬਣਾਉਣ ਦੀ ਮੰਗ ਕੀਤੀ। ਪ੍ਰਸਤਾਵਿਤ ਪ੍ਰਾਂਤ ਤਦ ਵਕਤੇ ਪੰਜਾਬ ਵਿੱਚੋਂ ਰੋਹਤਕ, ਗੁੜਗਾਉਂ, ਮਹਿੰਦਰਗੜ੍ਹ ਆਦਿ ਦੇ ਹਿੰਦੀ ਭਾਸ਼ੀ ਜ਼ਿਲ੍ਹਿਆਂ ਨੂੰ ਵੱਖ ਕਰਕੇ ਬਣਾਉਣ ਦੀ ਤਜਵੀਜ਼ ਸੀ, ਕਿਉਂਕਿ ਇਹਨਾਂ ਨੂੰ ਸੰਨ 1857 ਈਸਵੀ ਦੇ ਗਦਰ ਤੋਂ ਬਾਅਦ ਪੰਜਾਬ ਨਾਲ ਜੋੜਿਆ ਗਿਆ ਸੀ। ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਇਹ ਸਵੀਕਾਰ ਨਾ ਕੀਤਾ, ਕਿਉਂਕਿ ਉਹਨਾਂ ਨੂੰ ਖਦਸ਼ਾ ਸੀ ਕਿ ਅਜਿਹਾ ਕਰਨ ਨਾਲ ਸਿੱਖ ਸਟੇਟ ਹੋਂਦ ਵਿੱਚ ਆ ਜਾਏਗੀ। ਸਿੱਖਾਂ ਦੀ ਇਸ ਜਾਇਜ਼ ਅਤੇ ਸੰਵਿਧਾਨਕ ਮੰਗ ਨੂੰ ਨਾ ਮੰਨੇ ਜਾਣ ਕਾਰਨ ਅਕਾਲੀ ਦਲ ਵੱਲੋਂ ਜਲਸੇ, ਜਲੂਸ, ਮੁਜ਼ਾਹਰੇ ਸ਼ੁਰੂ ਹੋ ਗਏ। ਇਸ ਦੇ ਵਿਰੋਧ ਵਜੋਂ ਹਿੰਦੂਆਂ ਨੇ ਮਹਾਂ ਪੰਜਾਬ ਦੀ ਮੰਗ ਰੱਖ ਦਿੱਤੀ। ਪੰਜਾਬ ਦੇ ਕਾਂਗਰਸੀ ਮੁੱਖ ਮੰਤਰੀ ਸ਼੍ਰੀ ਭੀਮ ਸੈਨ ਸੱਚਰ ਨੇ ਪੰਜਾਬ ਸੂਬੇ ਦੇ ਨਾਅਰੇ ਉੱਤੇ ਪਾਬੰਦੀ ਲਗਾ ਦਿੱਤੀ। ਉਸ ਪਾਬੰਦੀ ਨੂੰ ਤੋੜਨ ਲਈ ਮਾਸਟਰ ਤਾਰਾ ਸਿੰਘ ਨੇ ਆਪਣੇ ਜਥੇ ਸਮੇਤ 10 ਮਈ 1954 ਈਸਵੀ ਨੂੰ ਅੰਮ੍ਰਿਤਸਰ ਸਾਹਿਬ ਵਿੱਚ ਗ੍ਰਿਫਤਾਰੀ ਦਿੱਤੀ। ਉਸ ਤੋਂ ਬਾਅਦ ਮੋਰਚਾ ਚੱਲਦਾ ਰਿਹਾ ਤੇ ਲਗਭਗ 10,000 ਸਿੱਖ ਅੰਦੋਲਨਕਾਰੀ ਜੇਲ੍ਹਾਂ ਵਿੱਚ ਸੁੱਟ ਦਿੱਤੇ ਗਏ। 12 ਜੁਲਾਈ 1954 ਨੂੰ ਮੁੱਖ ਮੰਤਰੀ ਨੇ ਇਹ ਪਾਬੰਦੀ ਹਟਾ ਲਈ ਅਤੇ 15 ਸਤੰਬਰ ਤੱਕ ਮੁਕੱਦਮੇ ਵਾਪਸ ਲੈ ਕੇ ਸਿੱਖ ਅੰਦੋਲਨਕਾਰੀਆਂ ਨੂੰ ਰਿਹਾ ਕਰ ਦਿੱਤਾ। ਇਸ ਦੌਰਾਨ ਹੱਦਬੰਦੀ ਕਮਿਸ਼ਨ ਨੇ ਮਰਾਠੀ ਅਤੇ ਪੰਜਾਬੀ ਭਾਸ਼ੀ ਸੂਬੇ ਨਾ ਮੰਨੇ, ਪਰ ਬਾਕੀ ਸੂਬਿਆਂ ਦੀ ਭਾਸ਼ਾਵਰ ਪੁਨਰ ਹੱਦਬੰਦੀ ਹੋ ਗਈ। ਅਕਾਲੀਆਂ ਨਾਲ ਗੱਲਬਾਤ ਕਰਨ ਲਈ ਹਿੰਦ ਸਰਕਾਰ ਨੇ ਅਕਤੂਬਰ 1955 ਈਸਵੀ ਨੂੰ ਮਾਸਟਰ ਤਾਰਾ ਸਿੰਘ ਦੀ ਅਗਵਾਈ 'ਚ ਸਿੱਖਾਂ ਦਾ ਇੱਕ ਡੈਪੂਟੇਸ਼ਨ ਦਿੱਲੀ ਬੁਲਾਇਆ, ਜਿਸ ਵਿੱਚ ਮਾਸਟਰ ਤਾਰਾ ਸਿੰਘ ਤੋਂ ਇਲਾਵਾ ਸਰਦਾਰ ਹੁਕਮ ਸਿੰਘ, ਗਿਆਨੀ ਕਰਤਾਰ ਸਿੰਘ, ਸਰਦਾਰ ਗਿਆਨ ਸਿੰਘ ਰਾੜੇਵਾਲਾ ਅਤੇ ਭਾਈ ਜੋਧ ਸਿੰਘ ਸ਼ਾਮਲ ਹੋਏ ਅਤੇ 6ਵਾਂ ਮੈਂਬਰ ਬਾਵਾ ਹਰਕ੍ਰਿਸ਼ਨ ਸਿੰਘ ਕੇਵਲ ਪਾਰਟੀ ਦੀਆਂ ਬੈਠਕਾਂ ਵਿੱਚ ਸ਼ਾਮਲ ਹੋਇਆ ਤੇ ਸਰਕਾਰ ਵੱਲੋਂ ਪੰਡਿਤ ਨਹਿਰੂ, ਮੌਲਾਨਾ ਆਜ਼ਾਦ ਅਤੇ ਪੰਡਿਤ ਪੰਤ ਸ਼ਾਮਲ ਹੋਏ। ਇਸ ਦੇ ਸਿੱਟੇ ਵਜੋਂ ਰੀਜਨਲ ਫਾਰਮੂਲਾ ਹੋਂਦ 'ਚ ਆਇਆ। ਜਨਵਰੀ 1956 ਈਸਵੀ ਤੋਂ ਬਾਅਦ ਪ੍ਰਤਾਪ ਸਿੰਘ ਕੈਰੋਂ ਪੰਜਾਬ ਦਾ ਮੁੱਖ ਮੰਤਰੀ ਬਣਿਆ। 1 ਨਵੰਬਰ 1956 ਈਸਵੀ ਨੂੰ ਪੈਪਸੂ ਨੂੰ ਪੰਜਾਬ ਵਿੱਚ ਮਿਲਾ ਦਿੱਤਾ ਗਿਆ, ਪਰ ਹਿੰਦ ਸਰਕਾਰ ਨੇ ਰੀਜਨਲ ਫਾਰਮੂਲੇ ਨੂੰ ਲਾਗੂ ਕਰਨ ਵਿੱਚ ਕੋਈ ਉਤਸ਼ਾਹ ਨਾ ਦਿਖਾਇਆ ਤੇ ਉਧਰ ਹਿੰਦੀ ਰੱਖਿਆ ਮੰਤਰੀ ਨੇ ਹਿੰਦੀ ਐਜੀਟੇਸ਼ਨ ਚਲਾ ਦਿੱਤੀ। ਫਲਸਰੂਪ ਸ਼੍ਰੋਮਣੀ ਅਕਾਲੀ ਦਲ ਨੇ 23 ਅਗਸਤ 1958 ਈਸਵੀ ਨੂੰ ਮਤਾ ਪਾਸ ਕਰਕੇ ਪੰਜਾਬੀ ਸੂਬਿਆਂ ਦਾ ਮੋਰਚਾ ਫਿਰ ਸ਼ੁਰੂ ਕਰ ਦਿੱਤਾ। 17 ਜਨਵਰੀ 1960 ਈਸਵੀ ਨੂੰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਵੱਡੀ ਜਿੱਤ ਹੋਈ ਅਤੇ ਸਰਦਾਰ ਕੈਰੋਂ ਵੱਲੋਂ ਸਥਾਪਿਤ ਸਾਧ ਸੰਗਤ ਬੋਰਡ ਨੂੰ ਕੇਵਲ 3 ਸੀਟਾਂ ਮਿਲੀਆਂ। 22 ਮਈ 1960 ਨੂੰ ਅੰਮ੍ਰਿਤਸਰ ਵਿੱਚ ਪੰਜਾਬੀ ਸੂਬਾ ਕਨਵੈਨਸ਼ਨ ਹੋਈ ਅਤੇ ਪੰਜਾਬੀ ਸੂਬਾ ਬਣਾਏ ਜਾਣ ਦਾ ਮਤਾ ਪਾਸ ਕੀਤਾ ਗਿਆ। ਇਸ ਕਨਵੈਨਸ਼ਨ ਵਿੱਚ ਸਵਤੰਤਰ ਪਾਰਟੀ ਅਤੇ ਪ੍ਰਜਾ ਸੋਸ਼ਲਿਸਟ ਪਾਰਟੀ ਦੇ ਲੀਡਰ ਵੀ ਸ਼ਾਮਲ ਹੋਏ। 12 ਜੂਨ 1960 ਈਸਵੀ ਨੂੰ ਦਿੱਲੀ ਵਿੱਚ ਇੱਕ ਭਾਰੀ ਜਲੂਸ ਕੱਢਣ ਦੀ ਵਿਉਂਤ ਬਣਾਈ ਗਈ। ਮਾਸਟਰ ਤਾਰਾ ਸਿੰਘ ਨੇ 29 ਮਈ ਨੂੰ ਪਹਿਲੇ ਜਥੇ ਦੀ ਅਗਵਾਈ ਕਰਨੀ ਸੀ, ਪਰ ਉਸ ਨੂੰ 24-25 ਮਈ ਦੀ ਰਾਤ ਨੂੰ ਅੰਮ੍ਰਿਤਸਰ ਤੋਂ ਪਕੜ ਲਿਆ ਅਤੇ ਧਰਮਸ਼ਾਲਾ ਵਿੱਚ ਜੇਲ੍ਹ ਭੇਜ ਦਿੱਤਾ ਗਿਆ। ਰਾਤੋਂ ਰਾਤ ਸਰਕਾਰ ਨੇ ਬਹੁਤ ਸਾਰੇ ਅਕਾਲੀ ਨੇਤਾ ਅਤੇ ਹੋਰ ਕਾਰਕੁਨ ਗ੍ਰਿਫਤਾਰ ਕਰ ਲਏ। ਮਿੱਥੀ ਤਰੀਕ ਅਨੁਸਾਰ 29 ਮਈ ਨੂੰ ਪ੍ਰਿੰਸੀਪਲ ਇਕਬਾਲ ਸਿੰਘ ਦੀ ਅਗਵਾਈ ਵਿੱਚ ਅਕਾਲ ਤਖਤ ਸਾਹਿਬ ਤੋਂ ਜਥਾ ਚੱਲਿਆ, ਪਰ ਗ੍ਰਿਫਤਾਰ ਕਰ ਲਿਆ ਗਿਆ। ਸਰਕਾਰ ਵੱਲੋਂ ਹੋਰ ਵੀ ਕਈ ਪ੍ਰਕਾਰ ਦੀਆਂ ਰੁਕਾਵਟਾਂ ਪਾਈਆਂ ਗਈਆਂ, ਪਰ 12 ਜੂਨ ਨੂੰ ਦਿੱਲੀ ਵਿੱਚ ਸ਼ਾਂਤਮਈ ਜਲੂਸ ਨਿਕਲਿਆ। ਪੁਲਿਸ ਨੇ ਸਖਤੀ ਨਾਲ ਸਿੱਖਾਂ ਉੱਤੇ ਲਾਠੀ ਚਲਾਈ, ਸੈਂਕੜੇ ਜ਼ਖਮੀ ਹੋਏ ਅਤੇ 10 ਸਿੱਖ ਪੰਜਾਬੀ ਸੂਬਾ ਮੋਰਚਾ ਦੀ ਖਾਤਰ ਸ਼ਹੀਦ ਹੋ ਗਏ। ਸਰਕਾਰ ਵੱਲੋਂ ਮੋਰਚਾ ਅਸਫਲ ਕਰਨ ਲਈ ਕਈ ਪ੍ਰਕਾਰ ਦੇ ਹੱਥਕੰਡੇ ਵਰਤੇ ਗਏ, ਪਰ ਮੋਰਚਾ ਚੱਲਦਾ ਰਿਹਾ। ਲਗਭਗ 56,000 ਸਿੱਖ ਕੈਦ ਹੋ ਗਏ, ਜੇਲ੍ਹਾਂ ਭਰ ਗਈਆਂ। 29 ਅਕਤੂਬਰ ਨੂੰ ਸੰਤ ਫਤਿਹ ਸਿੰਘ ਜੀ ਨੇ ਗੁਰਦੁਆਰਾ ਮੰਜੀ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਮਰਨ ਵਰਤ ਰੱਖਣ ਦੀ ਘੋਸ਼ਣਾ ਕਰ ਦਿੱਤੀ। 18 ਦਸੰਬਰ 1960 ਈਸਵੀ ਨੂੰ ਮਰਨ ਵਰਤ ਸ਼ੁਰੂ ਕੀਤਾ। 4 ਜਨਵਰੀ 1961 ਨੂੰ ਮਾਸਟਰ ਤਾਰਾ ਸਿੰਘ ਨੂੰ ਰਿਹਾ ਕੀਤਾ ਗਿਆ। ਉਹ ਪੰਡਿਤ ਨਹਿਰੂ ਨੂੰ ਭਾਵਨਗਰ ਵਿੱਚ 7 ਜਨਵਰੀ 1961 ਨੂੰ ਮਿਲਣ ਲਈ ਗਏ। ਉਸ ਨਾਲ ਹਰਬੰਸ ਸਿੰਘ ਗੁਜਰਾਲ, ਲਛਮਣ ਸਿੰਘ ਗਿੱਲ, ਸੇਠ ਰਾਮਨਾਥ ਆਦਿ 5 ਨੇਤਾ ਹੋਰ ਸਨ। ਮੁਲਾਕਾਤ ਤੋਂ ਬਾਅਦ ਪੰਡਿਤ ਨਹਿਰੂ ਨੇ ਕੇਵਲ ਇਤਨਾ ਬਿਆਨ ਦਿੱਤਾ ਕਿ ਭਾਸ਼ਾ ਦੇ ਆਧਾਰ ਉੱਤੇ ਪੰਜਾਬੀ ਸੂਬੇ ਦੀ ਸਥਾਪਨਾ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ ਅਤੇ ਸਿੱਖਾਂ ਨਾਲ ਕੋਈ ਵਿਤਕਰਾ ਨਹੀਂ ਹੋਵੇਗਾ। ਇਸ ਬਿਆਨ ਦੇ ਆਧਾਰ ਉੱਤੇ ਮਾਸਟਰ ਤਾਰਾ ਸਿੰਘ ਨੇ ਸੰਤ ਫਤਿਹ ਸਿੰਘ ਨੂੰ ਮਰਨ ਵਰਤ ਤੋੜਨ ਲਈ 9 ਜਨਵਰੀ 1961 ਨੂੰ ਦਿੱਲੀ ਤੋਂ ਟੈਲੀਫੋਨ ਕਰ ਦਿੱਤਾ ਅਤੇ ਉਸੇ ਦਿਨ ਸੰਤ ਨੇ ਮਰਨ ਵਰਤ ਤੋੜ ਦਿੱਤਾ। ਬਾਅਦ ਵਿੱਚ ਪੰਡਿਤ ਨਹਿਰੂ ਨਾਲ ਸੰਤ ਫਤਿਹ ਸਿੰਘ ਦੀਆਂ 2-3 ਮੁਲਾਕਾਤਾਂ ਹੋਈਆਂ, ਪਰ ਪੰਡਿਤ ਨਹਿਰੂ ਨੇ ਕੋਈ ਹੱਥ ਪੱਲਾ ਨਾ ਫੜਾਇਆ ਅਤੇ ਵਾਅਦਾ ਖਿਲਾਫੀ ਕਰ ਦਿੱਤੀ। ਇਸ ਅਸਫਲਤਾ ਦੀ ਜ਼ਿੰਮੇਵਾਰੀ ਮਾਸਟਰ ਤਾਰਾ ਸਿੰਘ ਉੱਪਰ ਪਈ ਅਤੇ ਇਸ ਤਰ੍ਹਾਂ ਸੰਤ ਫਤਿਹ ਸਿੰਘ ਅਤੇ ਮਾਸਟਰ ਤਾਰਾ ਸਿੰਘ ਵਿੱਚ ਇਖਤਲਾਫ ਸ਼ੁਰੂ ਹੋ ਗਿਆ। ਪਰ ਇਸ ਮੋਰਚੇ ਦੇ ਸਿੱਟੇ ਵਜੋਂ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਹੋ ਗਈ ਅਤੇ ਰੀਜਨਲ ਫਾਰਮੂਲੇ ਉੱਤੇ ਕੁਝ ਕੰਮ ਸ਼ੁਰੂ ਹੋ ਗਿਆ। 17 ਮਈ 1961 ਈਸਵੀ ਨੂੰ ਹੋਈ ਅਕਾਲੀ ਦਲ ਦੀ ਮੀਟਿੰਗ ਵਿੱਚ ਮਰਨ ਵਰਤ ਦੀ ਗੱਲ ਫਿਰ ਚੱਲੀ ਅਤੇ 15 ਅਗਸਤ 1961 ਈਸਵੀ ਨੂੰ ਮਾਸਟਰ ਤਾਰਾ ਸਿੰਘ ਨੇ ਮਰਨ ਵਰਤ ਸ਼ੁਰੂ ਕੀਤਾ ਅਤੇ 48ਵੇਂ ਦਿਨ 1 ਅਕਤੂਬਰ 1961 ਈਸਵੀ ਬਾਅਦ ਵਿੱਚ ਇਹ ਵਿਸ਼ਵਾਸ ਦਿਵਾਉਣ ਉੱਤੇ ਵਰਤ ਖੋਲ੍ਹਿਆ ਗਿਆ ਕਿ ਸਿੱਖਾਂ ਨਾਲ ਹੋਈ ਵਿਤਕਰੇ ਬਾਰੇ ਇੱਕ ਨਿਰਪੱਖ ਕਮਿਸ਼ਨ ਬਿਠਾਇਆ ਜਾਵੇਗਾ, ਪਰ ਪਹਿਲਾਂ ਨਿਸ਼ਚਿਤ ਕੀਤੇ ਕਮਿਸ਼ਨ ਦੇ ਮੈਂਬਰਾਂ ਨੂੰ ਸਰਕਾਰ ਵੱਲੋਂ ਬਦਲਣ ਉੱਤੇ ਅਕਾਲੀਆਂ ਵੱਲੋਂ ਇਸ ਦਾ ਬਾਈਕਾਟ ਕੀਤਾ ਗਿਆ। ਮਰਨ ਵਰਤਾਂ ਨੂੰ ਬਿਨਾਂ ਕਿਸੇ ਪ੍ਰਾਪਤੀ ਦੇ ਤੋੜਨ ਕਾਰਨ ਸਿੱਖ ਪੰਥ ਵੱਲੋਂ ਮਾਸਟਰ ਤਾਰਾ ਸਿੰਘ ਅਤੇ ਸੰਤ ਫਤਿਹ ਸਿੰਘ ਅਕਾਲੀ ਦਲ ਨੂੰ ਤਨਖਾਹੀਆ ਘੋਸ਼ਿਤ ਕੀਤਾ ਗਿਆ। ਉਧਰ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਪੰਜਾਬ ਨੇ ਮੋਰਚਾ ਅਸਫਲ ਕਰਨ ਲਈ ਕਈ ਕਾਰਵਾਈਆਂ ਕੀਤੀਆਂ, ਪਰ ਅਕਾਲੀ ਆਪਣੀ ਮੰਗ ਉੱਤੇ ਡਟੇ ਰਹੇ। ਇਨ੍ਹਾਂ ਸਮਿਆਂ ਦੇ ਵਿੱਚ 21 ਸਤੰਬਰ 1961 ਨੂੰ ਕਰਨਾਲ ਦੇ ਵਿੱਚ ਪੰਜਾਬੀ ਸੂਬਾ ਮੋਰਚਾ ਖਾਤਰ ਚੱਲ ਰਹੀ ਲਹਿਰ ਦੇ ਵਿੱਚ ਕਾਕਾ ਇੰਦਰਜੀਤ ਸਿੰਘ ਦੀ ਵੀ ਸ਼ਹਾਦਤ ਹੋਈ। 27 ਮਈ 1964 ਈਸਵੀ ਨੂੰ ਪੰਡਿਤ ਨਹਿਰੂ ਦਾ ਦੇਹਾਂਤ ਹੋ ਗਿਆ। 14 ਜੂਨ 1964 ਨੂੰ ਕੈਰੋਂ ਨੇ ਅਸਤੀਫਾ ਦੇ ਦਿੱਤਾ। ਲਾਲ ਬਹਾਦਰ ਸ਼ਸਤਰੀ ਦੇ ਪ੍ਰਧਾਨ ਮੰਤਰੀ ਬਣਨ ਨਾਲ ਸਿੱਖਾਂ ਪ੍ਰਤੀ ਹਿੰਦ ਸਰਕਾਰ ਦੇ ਰਵੱਈਏ ਵਿੱਚ ਫਰਕ ਪਿਆ। ਉਧਰ ਸਤੰਬਰ 1965 ਈਸਵੀ ਵਿੱਚ ਪਾਕਿਸਤਾਨ ਹੋਏ ਯੁੱਧ ਵਿੱਚ ਸਿੱਖ ਫੌਜੀਆਂ ਦੀ ਬਹਾਦਰੀ ਤੇ ਸੀਮਾਵਰਤੀ ਖੇਤਰ ਦੇ ਸਿੱਖਾਂ ਵੱਲੋਂ ਹਿੰਦ ਫੌਜ ਦੀ ਅਧਿਆਤਕ ਸਹਾਇਤਾ ਨੇ ਇਹਨਾਂ ਪ੍ਰਤੀ ਸਰਕਾਰ ਦਾ ਵਿਚਾਰ ਬਦਲ ਦਿੱਤਾ।
11 ਜਨਵਰੀ 1966 ਵਿੱਚ ਲਾਲ ਬਹਾਦਰ ਸ਼ਾਸਤਰੀ ਦਾ ਤਾਸ਼ਕੰਦ ਵਿੱਚ ਦੇਹਾਂਤ ਹੋ ਗਿਆ ਅਤੇ 19 ਜਨਵਰੀ 1966 ਈਸਵੀ ਨੂੰ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣੀ। ਇੰਦਰਾ ਗਾਂਧੀ ਨੇ ਸਾਰੇ ਹਾਲਾਤ ਨੂੰ ਮੁੱਖ ਰੱਖਦਿਆਂ ਸਰਬ ਹਿੰਦ ਕਾਂਗਰਸ ਵੱਲੋਂ 9 ਮਾਰਚ 1966 ਈਸਵੀ ਨੂੰ ਪੰਜਾਬੀ ਸੂਬੇ ਦਾ ਮਤਾ ਪਾਸ ਕਰਵਾਇਆ। 15 ਅਗਸਤ 1966 ਈਸਵੀ ਨੂੰ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਪਾਸ ਹੋਇਆ। 1 ਨਵੰਬਰ 1966 ਈਸਵੀ ਨੂੰ ਪੰਜਾਬੀ ਸੂਬਾ ਬਣ ਗਿਆ, ਪਰ ਕੇਂਦਰ ਨੇ ਇਸ ਨੂੰ ਅਪੰਗ ਜਿਹਾ ਬਣਾ ਦਿੱਤਾ। ਅੰਬਾਲਾ, ਕਰਨਾਲ, ਸਿਰਸਾ ਆਦਿ ਜ਼ਿਲ੍ਹੇ ਇਸ ਤੋਂ ਕੱਢ ਲਏ ਅਤੇ ਚੰਡੀਗੜ੍ਹ ਵੀ ਨਾ ਦਿੱਤਾ ਗਿਆ। ਕੇਵਲ 11 ਜ਼ਿਲ੍ਹਿਆਂ ਦੇ ਇਸ ਸੂਬੇ ਵਿੱਚ 50,225 ਵਰਗ ਕਿਲੋਮੀਟਰ ਦਾ ਰਕਬਾ ਸੀ ਅਤੇ 1 ਕਰੋੜ 11 ਲੱਖ ਦੀ ਆਬਾਦੀ ਸੀ। ਚੰਡੀਗੜ੍ਹ ਨੂੰ ਪ੍ਰਾਪਤ ਕਰਨ ਲਈ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ 15 ਅਗਸਤ 1969 ਈਸਵੀ ਨੂੰ ਮਰਨ ਵਰਤ ਰੱਖਿਆ ਅਤੇ 74ਵੇਂ ਦਿਨ 27 ਅਕਤੂਬਰ 1969 ਨੂੰ ਉਹਨਾਂ ਦਾ ਦੇਹਾਂਤ ਸ਼ਹੀਦੀ ਹੋ ਗਈ। ਅਕਾਲੀਆਂ ਨੇ ਅੰਦਰਲੇ ਵਿਰੋਧ ਕਰਕੇ ਉਸ ਦੀ ਕੁਰਬਾਨੀ ਨੂੰ ਰੋਲ ਦਿੱਤਾ। ਫਿਰ 21 ਜਨਵਰੀ 1970 ਈਸਵੀ ਨੂੰ ਚੰਡੀਗੜ੍ਹ ਦੀ ਪ੍ਰਾਪਤੀ ਲਈ ਸੰਤ ਫਤਿਹ ਸਿੰਘ ਨੇ ਮਰਨ ਵਰਤ ਰੱਖਿਆ ਅਤੇ ਇਸ ਫੈਸਲੇ ਉੱਤੇ ਛੱਡਿਆ ਕਿ ਫਾਜ਼ਿਲਕਾ ਅਤੇ ਅਬੋਹਰ ਹਰਿਆਣੇ ਨੂੰ ਦੇ ਕੇ ਚੰਡੀਗੜ੍ਹ ਪੰਜਾਬ ਦੇ ਹਿੱਸੇ ਪਾ ਦਿੱਤਾ ਜਾਏਗਾ। ਪਰ ਇਹ ਫੈਸਲਾ ਪੰਜਾਬ ਦੇ ਲੀਡਰਾਂ ਨੇ ਨਾ ਮੰਨਿਆ। ਉਦੋਂ ਤੋਂ ਹੁਣ ਤੱਕ ਰੇੜਕਾ ਚੱਲਿਆ ਆ ਰਿਹਾ ਹੈ।